मेरा मुर्शिद सोना। ਪਰ ਉਸ ਦੇ ਨਾਲ ਬੁੱਲੇ ਸ਼ਾਹ ਦੇ ਇਸ ਕਲਾਮ ਨੂੰ ਵੀ ਅਸੀਂ ਸਮਝਣਾ ਹੈ, ਕਿਉਂਕਿ ਸੰਤਾਂ ਪੀਰਾਂ ਫਕੀਰਾਂ ਗੁਰੂਆਂ ਰਹਿਬਰਾਂ ਦੇ ਜੋ ਕਲਾਮ ਹੁੰਦੇ ਹੈ, ਉਹਨਾਂ ਦੇ ਜੋ ਵਚਨ ਹੁੰਦੇ ਹੈ, ਉਹਨਾਂ ਨੂੰ ਸਮਝ ਕੇ ਹੀ ਇਨਸਾਨ ਆਪਣੀ ਉਸ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ ਹੈ ਜਿਸ ਮੰਜ਼ਿਲ ਤੇ ਉਹ ਪਹੁੰਚਣਾ ਚਾਹੁੰਦਾ ਹੈ। ਜੇ ਕਿਸੇ ਦੀ ਮੰਜ਼ਿਲ ਰੂਹਾਨੀਅਤ ਦੀ ਮੰਜ਼ਿਲ ਹੁੰਦੀ ਹੈ, ਰੂਹਾਨੀਅਤ ਦਾ ਮਤਲਬ ਹੈ ਕੋਈ ਅਧਿਆਤਮਿਕ ਤੌਰ ਤੇ ਤਰੱਕੀ ਕਰਨੀ ਚਾਹੁੰਦਾ ਹੈ, ਆਪਣੀ ਉਸ ਮੰਜ਼ਿਲ ਨੂੰ ਪਾਣਾ ਚਾਹੁੰਦਾ ਹੈ, ਉਸ ਪਰਮਾਨੰਦ ਨੂੰ ਪਾਣਾ ਚਾਹੁੰਦਾ ਹੈ, ਤਾਂ ਉਹ ਪਰਮਾਨੰਦ ਤੱਕ ਵੀ ਇਨਸਾਨ ਸੰਤਾਂ ਮਹਾਂਪੁਰਸ਼ਾਂ ਦੇ ਵਚਨਾਂ ਨੂੰ ਸੁਣ ਕੇ ਸਮਝ ਕੇ ਹੀ ਪਹੁੰਚ ਸਕਦਾ ਹੈ। ਤਾਂ ਜੇ ਇਨਸਾਨ ਨੇ ਦੁਨਿਆਵੀ ਕੋਈ ਖੁਸ਼ੀ ਪਾਣੀ ਹੈ, ਦੁਨਿਆਵੀ ਕਾਮਯਾਬੀ ਪਾਣੀ ਹੈ, ਦੁਨਿਆਵੀ ਸਫਲਤਾ ਪਾਣੀ ਹੈ, ਤਾਂ ਦੁਨਿਆਵੀ ਸਫਲਤਾ ਪਾਣ ਦਾ ਰਾਜ ਵੀ ਸੰਤਾਂ ਗੁਰੂਆਂ ਰਹਿਬਰਾਂ ਦੀ ਬਾਣੀ 'ਚ, ਉਹਨਾਂ ਦੇ ਵਚਨਾਂ 'ਚ, ਉਹਨਾਂ ਦੇ ਕਲਾਮ ਦੇ ਵਿੱਚ ਛੁਪਿਆ ਹੋਇਆ ਹੈ। ਕਿਉਂਕਿ ਸ਼ਬਦ ਉਹੀ ਹੁੰਦੇ ਹੈ। ਜ਼ਰਾ ਸਮਝਣਾ, ਜਿੱਦਾਂ ਸਮਝ ਲਓ ਇੱਕ ਇਸ਼ਾਰਾ ਹੈ ਕਿ ਜਿਸਨੇ ਦੁਨੀਆ ਦੀ ਤਰਫ ਜਾਣਾ ਹੈ, ਉਹ ਆਪਣੇ ਉਸ ਇਸ਼ਾਰੇ ਨੂੰ, ਸੰਤਾਂ ਫਕੀਰਾਂ ਦੀ ਬਾਣੀ ਦੇ ਅੰਦਰ ਜੋ ਇਸ਼ਾਰਾ ਹੈ, ਉਹ ਉਸ ਇਸ਼ਾਰੇ ਨੂੰ ਸਮਝ ਕੇ ਦੁਨੀਆ ਦੀ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ ਤੁਰ ਪੈਂਦਾ ਹੈ। ਤਾਂ ਜਿਹਨਾਂ ਰੂਹਾਨੀਅਤ ਦੀ ਮੰਜ਼ਿਲ ਨੂੰ ਪਾਣਾ ਹੋਵੇ, ਉਹ ਸੰਤਾਂ ਦੀ ਬਾਣੀ ਨੂੰ ਸਮਝ ਕੇ ਆਪਣੀ ਸੁਰਤੀ ਉੱਧਰ ਜੋੜ ਲੈਂਦਾ ਹੈ। ਜਿੱਦਾਂ ਫਰਜ਼ ਕਰੋ ਕਿ ਜੀ ਜੇ ਅਸੀਂ ਪੁੱਛੀਏ ਕਿ ਕਾਮਯਾਬ ਕਿਹੜਾ ਹੋਣਾ ਚਾਹੁੰਦਾ ਹੈ, ਤਾਂ ਤੁਸੀਂ ਸਾਰਿਆਂ ਨੇ ਕਹਿਣਾ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ। ਹੁਣ ਸ਼ਬਦ ਇੱਕੋ ਹੀ ਹੈ, ਕਾਮਯਾਬੀ। ਪਰ ਜ਼ਰਾ ਸੋਚਣਾ, ਜੇ ਬੱਚੇ ਨੂੰ ਪੁੱਛੋ ਕਿ ਤੂੰ ਕਿੱਥੇ ਕਾਮਯਾਬ ਹੋਣਾ ਚਾਹੁੰਦਾ, ਤਾਂ ਸ਼ਾਇਦ ਬੱਚਾ ਕਹੇ ਕਿ ਮੈਂ 10ਵੀਂ ਕਲਾਸ 'ਚ ਪੜ੍ਹ ਰਿਹਾ, ਮੈਂ ਕਾਮਯਾਬ ਹੋਣਾ ਚਾਹੁੰਦਾ ਕਿ 10ਵੀਂ ਦਾ ਪੇਪਰ ਜਿਹੜਾ ਹੈ, 10ਵੀਂ ਕਲਾਸ ਹੈ, ਮੈਂ ਪਾਸ ਕਰ ਜਾਵਾਂ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਹੋ ਸਕਦਾ ਕੋਈ ਟੈਸਟ ਦੇਣ ਵਾਲਾ ਹੋਵੇ, ਕਿਉਂਕਿ ਕਈ ਵਾਰ ਕਿਸੇ ਨੂੰ ਆਈਲੈਟਸ ਦੇ ਟੈਸਟ ਹੁੰਦੇ ਆ, ਜਾਂ ਕਿਸੇ ਨੇ ਕੋਈ ਇੰਟਰਵਿਊ ਦਾ ਟੈਸਟ ਦੇਣਾ ਹੁੰਦਾ ਹੈ, ਤਾਂ ਉਹ ਹੋ ਸਕਦਾ ਇਹ ਸੋਚ ਲਵੇ ਕਿ ਜਿੱਦਾਂ ਅਸੀਂ ਕਹਿੰਦਾ ਕਿਹੜਾ ਕਾਮਯਾਬ ਹੋਣਾ ਚਾਹੁੰਦਾ ਹੈ, ਤਾਂ ਅਸੀਂ ਕਹਿੰਦਾ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ। ਤਾਂ ਹੋ ਸਕਦਾ ਉਹ ਨੌਜਵਾਨ ਸੋਚਦਾ ਹੋਵੇ ਕਿ ਮੈਂ ਕਾਮਯਾਬ ਹੋਣਾ ਚਾਹੁੰਦਾ ਆਪਣੇ ਇੰਟਰਵਿਊ ਦੇ ਟੈਸਟ ਵਿੱਚ। ਔਰ ਜਿਹੜਾ ਕੋਈ ਰੂਹਾਨੀਅਤ ਵਾਲਾ ਬੈਠਾ ਹੋਵੇ, ਉਹ ਸੋਚ ਸਕਦਾ ਹੈ ਮੈਂ ਕਾਮਯਾਬ ਹੋਣਾ ਚਾਹੁੰਦਾ ਆਪਣੇ ਪ੍ਰਭੂ ਦੇ ਘਰ 'ਚ। ਕਿਉਂਕਿ ਲਫ਼ਜ਼ ਇੱਕੋ ਹੀ ਹੈ ਕਾਮਯਾਬੀ, ਪਰ ਜਿੱਦਾਂ ਦੀ ਸਾਡੀ ਅੰਦਰਲੀ ਸੋਚ ਹੋਣੀ ਹੈ, ਅਸੀਂ ਉਹ ਕਾਮਯਾਬੀ ਦੇ ਲਫ਼ਜ਼ ਨੂੰ ਉੱਧਰ ਹੀ ਜੋੜ ਦੇਣਾ ਹੈ। ਇਹ ਅਸੀਂ ਕਿਉਂ ਸਮਝਾ ਰਹੇ ਹਾਂ? ਇਹ ਇਸ ਲਈ ਸਮਝਾ ਰਹੇ ਹਾਂ ਕਿ ਸੰਤਾਂ ਗੁਰੂਆਂ ਰਹਿਬਰਾਂ ਦੇ ਵਚਨ ਉਹੀ ਹੁੰਦੇ ਹੈ, ਪਰ ਜਿੱਦਾਂ ਦੀ ਸਾਡੀ ਅੰਦਰਲੀ ਭਾਵਨਾ ਹੁੰਦੀ ਹੈ, ਜਿੱਦਾਂ ਦੀ ਸਾਡੀ ਅੰਦਰਲੀ ਸੋਚ ਹੁੰਦੀ ਹੈ, ਅਸੀਂ ਉਹਨਾਂ ਵਚਨਾਂ 'ਚੋਂ ਉੱਦਾਂ ਦੀ ਚੀਜ਼ ਨੂੰ ਸਮਝ ਕੇ ਆਪਣੀ ਉਸ ਚੀਜ਼ ਨੂੰ ਹਾਸਲ ਕਰ ਸਕਦੇ ਹਾਂ। ਇਸ ਲਈ ਇੱਥੇ ਬੁੱਲੇ ਸ਼ਾਹ ਕਹਿੰਦੇ ਹੈ, ਕੀ ਇਸ਼ਾਰਾ ਕਰਦੇ ਆਪਣੇ ਕਲਾਮ ਦੇ ਅੰਦਰ? ਬੁੱਲੇ ਸ਼ਾਹ ਕਹਿੰਦੇ ਆ, ਬੰਦਿਆ ਕਰ ਸੋਬਤ ਫਕਰਾਂ ਦੀ, ਤੇਰਾ ਹੋ ਜੂ ਰੱਬ ਨਾਲ ਮੇਲਾ। ਮੇਲੇ ਦਾ ਮਤਲਬ ਸਮਝਦੇ ਹੋ ਨਾ, ਮੇਲ ਕਰਨਾ। ਕਿ ਅਗਰ ਤੂੰ ਪਰਮਾਤਮਾ ਨੂੰ ਪਾਣਾ ਚਾਹੁੰਦਾ ਹੈ, ਪ੍ਰਭੂ ਨਾਲ ਮੇਲ ਕਰਨਾ ਚਾਹੁੰਦਾ ਹੈ, ਅਗਰ ਤੂੰ ਸੱਚੇ ਆਨੰਦ ਨੂੰ ਪਾਣਾ ਚਾਹੁੰਦਾ ਹਾਂ, ਕਿਉਂਕਿ ਕਈ ਵਾਰ ਹੋ ਸਕਦਾ ਕਿਸੇ ਦੇ ਮਨ ਦੀ ਇਹ ਸੋਚ ਹੋਵੇ ਕਿ ਮੈਂ ਰੱਬ ਨੂੰ ਤਾਂ ਪਾਣਾ ਹੀ ਨਹੀਂ ਚਾਹੁੰਦਾ, ਮੈਂ ਤਾਂ ਆਪਣੇ ਜੀਵਨ 'ਚ ਖੁਸ਼ੀਆਂ ਨੂੰ ਪਾਣਾ ਚਾਹੁੰਦਾ ਹਾਂ, ਮੈਂ ਆਪਣੇ ਜੀਵਨ 'ਚ ਸ਼ਾਂਤੀ ਨੂੰ ਪਾਣਾ ਚਾਹੁੰਦਾ ਹਾਂ। ਤਾਂ ਯਾਦ ਰੱਖੋ, ਇੱਥੇ ਵੀ ਇਸ਼ਾਰਾ ਬੁੱਲੇ ਸ਼ਾਹ ਇਹੀ ਕਰ ਰਹੇ ਹੈ ਕਿ ਜੇ ਜੀਵਨ 'ਚ ਤੂੰ ਸ਼ਾਂਤੀ ਵੀ ਚਾਹੁੰਦਾ ਹੈ, ਆਨੰਦ ਵੀ ਚਾਹੁੰਦਾ ਹੈ, ਤਾਂ ਉਹ ਆਨੰਦ, ਉਹ ਸ਼ਾਂਤੀ ਵੀ ਫਕੀਰਾਂ ਦੀ ਸੋਹਬਤ ਵਿੱਚ ਬੈਠ ਕੇ ਹੀ ਤੈਨੂੰ ਮਿਲਣੀ ਹੈ। ਇਸ ਲਈ ਸਮਝਣਾ, ਕਿਉਂਕਿ ਜਦੋਂ ਗੱਲ ਰੱਬ ਦੀ ਆਉਂਦੀ ਹੈ ਕਿ ਤੇਰਾ ਹੋ ਜਾਊ ਰੱਬ ਨਾਲ ਮੇਲਾ, ਤਾਂ ਜ਼ਰਾ ਸੋਚੋ, ਬੁੱਲੇ ਸ਼ਾਹ ਉਹਨੂੰ ਰੱਬ ਨਾਮ ਦੇ ਰਹੇ ਹੈ, ਜਾਂ ਕਹਿ ਲਈਏ ਬੁੱਲੇ ਸ਼ਾਹ ਨੇ ਕਿਹਾ ਉਹ ਖੁਦਾ, ਉਹ ਅੱਲਾ, ਉਹ ਰੱਬ। ਤਾਂ ਕਬੀਰ ਸਾਹਿਬ ਨੇ ਕੀ ਨਾਮ ਦਿੱਤਾ ਉਸ ਪਰਮਾਤਮਾ ਨੂੰ? ਪਰਮਾਨੰਦ। ਹੁਣ ਜ਼ਰਾ ਦੇਖੋ, ਜਿਸ ਨੂੰ ਬੁੱਲੇ ਸ਼ਾਹ ਰੱਬ ਕਹਿ ਰਹੇ ਆ, ਕਬੀਰ ਸਾਹਿਬ ਕਹਿੰਦੇ ਉਹ ਰੱਬ ਹੀ ਪਰਮਾਨੰਦ ਹੈ। ਤਾਂ ਜੇ ਅਸੀਂ ਉਸ ਪਰਮਾਨੰਦ ਨੂੰ ਪਾਣਾ ਚਾਹੁੰਦੇ ਹਾਂ, ਪਰਮ ਸ਼ਾਂਤੀ ਨੂੰ ਪਾਣਾ ਚਾਹੁੰਦੇ ਹਾਂ, ਤਾਂ ਬੁੱਲੇ ਸ਼ਾਹ ਇਸ਼ਾਰਾ ਕਰ ਰਹੇ ਕਿ ਫਕੀਰਾਂ ਦੀ ਸੋਹਬਤ 'ਚ ਬੈਠ, ਫਿਰ ਚਾਹੇ ਉਹਨੂੰ ਰੱਬ ਕਹਿ ਲਾ, ਚਾਹੇ ਪਰਮਾਨੰਦ ਕਹਿ ਲਾ, ਉਹ ਮਿਲਣਾ ਤੈਨੂੰ ਫਕੀਰਾਂ ਗੁਰੂਆਂ ਰਹਿਬਰਾਂ ਦੀ ਸੋਹਬਤ ਵਿੱਚ ਬਹਿ ਕੇ ਹੀ ਹੈ। ਇਸ ਲਈ ਉਹਨਾਂ ਨੇ ਇਸ਼ਾਰਾ ਕੀਤਾ, ਬੰਦਿਆ ਕਰ ਸੋਹਬਤ ਫਕਰਾਂ ਦੀ, ਤੇਰਾ ਹੋ ਜਾਊ ਰੱਬ ਨਾਲ ਮੇਲਾ। ਕਿ ਜੇ ਤੇਰੇ ਅੰਦਰ ਵਾਕਈ ਭਾਵਨਾ ਹੈ, ਚਾਹਨਾ ਹੈ ਆਪਣੇ ਰੱਬ ਨਾਲ ਮੇਲ ਕਰਨ ਦੀ, ਆਪਣੇ ਰੱਬ ਨੂੰ ਪਾਣ ਦੀ, ਤਾਂ ਫਿਰ ਫਕੀਰਾਂ ਦੀ ਸੋਹਬਤ ਵਿੱਚ ਬੈਠਣਾ ਸ਼ੁਰੂ ਕਰ। ਹੁਣ ਫਕੀਰਾਂ ਦੀ ਸੋਹਬਤ ਵਿੱਚ ਬੈਠਣ ਨੂੰ ਬੁੱਲੇ ਸ਼ਾਹ ਨੇ ਕਿਉਂ ਕਿਹਾ? ਇਹਦਾ ਵੀ ਕਾਰਨ ਹੈ, ਕਿਉਂਕਿ ਇਹ ਤਾਂ ਗੱਲ ਤੁਸੀਂ ਸਾਰੇ ਹੀ ਸੁਣਦੇ ਹੋ ਕਿ ਜੈਸੀ ਸੰਗਤ ਵੈਸੀ ਰੰਗਤ, ਕਿ ਜਿੱਦਾਂ ਦਾ ਬੰਦਾ ਸੰਗ ਕਰਦਾ ਹੈ, ਬੰਦੇ ਦੇ ਜੀਵਨ ਤੇ ਵੈਸਾ ਹੀ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਇਹਦੇ ਬਾਰੇ ਕਈ ਵਾਰ ਅਸੀਂ ਦੱਸਿਆ ਹੈ ਕਿ ਤੁਸੀਂ
ਕਿਸੇ ਜੁਆਰੀ ਦੀ ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦਿਓ ਤਾਂ ਹੌਲੀ ਹੌਲੀ ਤੁਹਾਨੂੰ ਜੂਏ ਬਾਰੇ ਪਤਾ ਲੱਗਣਾ ਸ਼ੁਰੂ ਹੋ ਜਾਣਾ ਕਿ ਜੂਆ ਕਿੱਦਾਂ ਖੇਡਿਆ ਜਾਂਦਾ ਹੈ, ਤਾਂ ਜੂਏ 'ਚ ਕੀ ਕੀਤਾ ਜਾਂਦਾ ਹੈ। ਜੇ ਇਨਸਾਨ ਕਿਸੇ ਡਾਕਟਰ ਦੀ ਸੰਗਤ ਕਰਨੀ ਸ਼ੁਰੂ ਕਰ ਦੇਵੇ, ਰੋਜ਼ ਜਾ ਕੇ ਤੁਸੀਂ ਡਾਕਟਰ ਕੋਲੋਂ ਕੁਝ ਘੰਟੇ ਬਹਿ ਜਾਓ ਤਾਂ ਉਹਦੇ ਕੋਲ ਬੈਠਣ ਨਾਲ ਹੀ ਤੁਹਾਨੂੰ ਦਵਾਈਆਂ ਦੀ ਸਮਝ ਆਣੀ ਸ਼ੁਰੂ ਹੋ ਜਾਣੀ ਹੈ ਕਿ ਡਾਕਟਰ ਕਿਹੜੀ ਦਵਾਈ ਕਿਹਨੂੰ ਕਿੱਦਾਂ ਦੇ ਰਿਹਾ ਹੈ। ਕਿਉਂਕਿ ਜਦੋਂ ਕੋਈ ਸਿੱਖਦਾ ਹੈ ਤਾਂ ਕਿੱਦਾਂ ਸਿੱਖਦਾ ਹੈ। ਜੇ ਇੱਕ ਬੱਚਾ ਡਾਕਟਰ ਬਣਦਾ ਹੈ ਤਾਂ ਕਿੱਦਾਂ ਬਣਦਾ ਹੈ। ਉਹਨੂੰ 3 ਜਾਂ 4 ਸਾਲ ਵਾਸਤੇ ਮੈਡੀਕਲ ਕਾਲਜ ਵਿੱਚ ਜਾ ਕੇ ਡਾਕਟਰਾਂ ਦੀ ਸੋਹਬਤ ਵਿੱਚ ਰਹਿਣਾ ਪੈਂਦਾ ਹੈ। ਫਿਰ ਜਾ ਕੇ ਉਹਨੂੰ ਪਤਾ ਲੱਗਦਾ ਹੈ ਕਿ ਮੈਡੀਸਨ ਕੀ ਹੈ, ਕਿੱਦਾਂ ਦੇਣੀ ਹੈ, ਕਿੰਨੀ ਮਾਤਰਾ 'ਚ ਦੇਣੀ ਹੈ, ਇੰਜੈਕਸ਼ਨ ਕਿੱਦਾਂ ਲਾਣਾ ਹੈ, ਸਟਿਚਿੰਗ ਕਿੱਦਾਂ ਕਰਨੀ ਹੈ, ਇਹਦੀ ਟਾਂਕੇ ਕਿੱਦਾਂ ਲਾਣੇ ਹੈ। ਉਹ ਹਰ ਚੀਜ਼ ਉਹਨੂੰ ਉਹ ਡਾਕਟਰਾਂ ਦੀ ਸੋਹਬਤ ਵਿੱਚ ਰਹਿ ਕੇ ਹੀ ਪਤਾ ਲੱਗਦੀ ਹੈ। ਤਾਂ ਕਈ ਵਾਰ ਤੁਸੀਂ ਦੇਖਿਆ ਨਾ, ਕਿਸੇ ਨੇ ਵਕੀਲ ਬਣਨਾ ਹੋਵੇ ਤਾਂ ਹੁਣ ਵਕੀਲ ਬਣਨ ਵਾਸਤੇ ਪ੍ਰੈਕਟਿਸ ਬੰਦਾ ਕਿੱਥੇ ਕਰਦਾ ਹੈ। ਹੁਣ ਕਹਿੰਦੇ ਨਾ ਮੈਂ ਵਕੀਲ ਦੀ ਪ੍ਰੈਕਟਿਸ ਕਰ ਰਿਹਾ, ਯਾਨੀ ਹੁਣ ਡਿਗਰੀ ਤਾਂ ਲੈ ਲਈ, ਪਰ ਪ੍ਰੈਕਟਿਸ ਕਰਨ ਵਾਸਤੇ ਉਹਨੂੰ ਕਿਸੇ ਅੱਛੇ ਵਕੀਲ ਦੀ ਸੋਹਬਤ ਵਿੱਚ ਉੱਠਣਾ ਬੈਠਣਾ ਪੈਂਦਾ ਹੈ। ਉਹਦੇ ਨਾਲ ਉਹਦਾ ਅਸਿਸਟੈਂਟ ਬਣ ਕੇ ਜਾਣਾ ਪੈਂਦਾ ਹੈ, ਯਾਨੀ ਉਹਦੇ ਨਾਲ ਜਾਣਾ, ਚਾਹੇ ਉਹਦੀਆਂ ਫਾਈਲਾਂ ਹੀ ਫੜ ਕੇ ਖੜਾ ਹੋਵੇ, ਪਰ ਉਹਦੇ ਕੋਲ ਖੜਨ ਦੇ ਨਾਲ ਹੀ ਉਹਨੂੰ ਕਾਨੂੰਨ ਦੇ ਜਾਂ ਕੋਰਟ ਦੇ ਕਈ ਦਾਅ ਪੇਚਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਜਦੋਂ ਅਸੀਂ ਉਸ ਆਨੰਦ ਬਾਰੇ ਸਮਝਣਾ ਹੋਵੇ, ਉਸ ਪਰਮਾਤਮਾ ਪ੍ਰਭੂ ਦੇ ਬਾਰੇ ਸਮਝਣਾ ਹੋਵੇ, ਤਾਂ ਫਿਰ ਸਾਨੂੰ ਫਕੀਰਾਂ ਦੀ ਸੋਹਬਤ ਵਿੱਚ ਬੈਠਣਾ ਪਏਗਾ। ਕਿਉਂਕਿ ਫਕੀਰਾਂ ਦੀ ਸੋਹਬਤ ਵਿੱਚ ਬੈਠ ਕੇ ਹੀ ਜਿੱਦਾਂ ਜਿੱਦਾਂ ਅਸੀਂ ਫਕੀਰਾਂ ਦਾ ਸੰਗ ਕਰਾਂਗੇ, ਸਾਨੂੰ ਪਰਮਾਤਮਾ ਦੇ ਘਰ ਦੀ ਸਮਝ ਆਏਗੀ, ਉਹਦੇ ਘਰ ਦਾ ਗਿਆਨ ਪ੍ਰਾਪਤ ਹੋਏਗਾ, ਉਹ ਪਰਮਾਤਮਾ ਦੇ ਬਾਰੇ ਪਤਾ ਲੱਗੇਗਾ। ਕਿਉਂਕਿ ਫਕੀਰਾਂ ਦਾ ਉੱਠਣਾ ਵੀ ਉਹਦੇ ਅੰਦਰ ਹੀ ਹੈ, ਫਕੀਰਾਂ ਦਾ ਬੈਠਣਾ ਵੀ ਉਹਦੇ ਅੰਦਰ ਹੈ, ਖਾਣਾ ਪੀਣਾ ਸੋਣਾ ਜਾਗਣਾ ਸਭ ਕੁਝ ਉਹਦੇ ਅੰਦਰ ਹੈ। ਇਸ ਲਈ ਤਾਂ ਤਬਰੇਜ਼ ਇੱਕ ਸੰਤ ਹੋਏ, ਫਕੀਰ ਹੋਏ ਤਬਰੇਜ਼। ਤਬਰੇਜ਼ ਨੂੰ ਕਿਸੇ ਨੇ ਪੁੱਛਿਆ, ਕਹਿੰਦਾ ਮਹਾਰਾਜ ਫਕੀਰ ਕੌਣ ਹੁੰਦਾ ਹੈ। ਤਾਂ ਫਕੀਰ ਤਬਰੇਜ਼ ਨੇ ਕਿਹਾ ਕਿ ਮੈਨੂੰ ਪੁੱਛ ਰਿਹਾ ਫਕੀਰ ਕੀ ਹੁੰਦਾ ਹੈ, ਪਰ ਪਹਿਲਾਂ ਤੂੰ ਦੱਸ ਤੇਰੀਆਂ ਨਜ਼ਰਾਂ 'ਚ ਫਕੀਰ ਕੌਣ ਹੈ। ਉਹ ਕਹਿੰਦਾ ਮੇਰੀਆਂ ਨਜ਼ਰਾਂ 'ਚ ਫਕੀਰ ਉਹ ਹੈ ਕਿ ਜਿਹਨੂੰ ਰੱਬ ਦਾ ਦਰਸ਼ਨ ਹੋ ਗਿਆ ਹੋਵੇ, ਰੱਬ ਦਾ ਦੀਦਾਰ ਹੋ ਗਿਆ ਹੋਵੇ। ਜ਼ਰਾ ਗੌਰ ਕਰਨਾ, ਜਦੋਂ ਇੱਕ ਸਵਾਲ ਕਰਨ ਵਾਲਾ ਸੰਤ ਤਬਰੇਜ਼ ਨੂੰ ਪੁੱਛਿਆ, ਸ਼ਮਸ ਤਬਰੇਜ਼, ਜਦੋਂ ਉਹਨਾਂ ਨੂੰ ਪੁੱਛਿਆ ਕਿ ਫਕੀਰ ਕੌਣ ਹੁੰਦਾ ਹੈ, ਤਾਂ ਸ਼ਮਸ ਤਬਰੇਜ਼ ਨੇ ਕਿਹਾ ਪਹਿਲਾਂ ਤੂੰ ਦੱਸ ਤੇਰੀਆਂ ਨਜ਼ਰਾਂ 'ਚ ਫਕੀਰ ਕੌਣ ਹੈ, ਕਿਉਂਕਿ ਪਤਾ ਤਾਂ ਲੱਗੇ ਤੂੰ ਕਿਹਨੂੰ ਫਕੀਰ ਕਹਿੰਦਾ ਆ, ਫਿਰ ਮੈਂ ਦੱਸੂ। ਉਹ ਕਹਿੰਦਾ ਜੀ ਮੇਰੀਆਂ ਨਜ਼ਰਾਂ 'ਚ ਫਕੀਰ ਉਹ ਹੈ ਜਿਹਨੂੰ ਖੁਦਾ ਦਾ ਦਰਸ਼ਨ ਹੋਇਆ ਹੋਵੇ। ਤਾਂ ਉਸ ਲਈ ਤਬਰੇਜ਼ ਹੱਸੇ, ਕਹਿੰਦੇ ਫਿਰ ਉਹ ਫਕੀਰ ਨਹੀਂ ਹੈ, ਫਿਰ ਉਹ ਫਕੀਰ ਨਹੀਂ ਹੈ, ਕਿਉਂਕਿ ਦਰਸ਼ਨ ਕਰਨਾ ਗੱਲ ਹੋਰ ਹੈ। ਤਾਂ ਉਹ ਕਹਿੰਦਾ ਮਹਾਰਾਜ ਫਿਰ ਤੁਹਾਡੀਆਂ ਨਜ਼ਰਾਂ 'ਚ ਫਕੀਰ ਕੌਣ ਹੈ। ਤਬਰੇਜ਼ ਕਹਿੰਦੇ ਮੇਰੀਆਂ ਨਜ਼ਰਾਂ 'ਚ ਫਕੀਰ ਉਹ ਹੈ ਜੋ ਖੁਦਾ ਨਾਲ ਮਿਲ ਕੇ ਖੁਦਾ ਹੀ ਹੋ ਗਿਆ ਹੋਵੇ। ਇਹ ਗੱਲ ਸਮਝਣਾ ਕਿ ਇੱਕ ਹੁੰਦਾ ਬੰਦਾ ਕਹਿੰਦਾ ਮੈਂ ਸਮੁੰਦਰ ਨੂੰ ਦੇਖਿਆ, ਦੇਖ ਕੇ ਵਾਪਸ ਆ ਗਿਆ। ਹੁਣ ਜਦੋਂ ਇਨਸਾਨ ਕਿਸੇ ਚੀਜ਼ ਨੂੰ ਦੇਖ ਸਕਦਾ ਹੈ ਤਾਂ ਫਿਰ ਉਸ ਤੋਂ ਦੂਰ ਵੀ ਜਾ ਸਕਦਾ ਹੈ। ਔਰ ਇੱਕ ਉਹ ਇਨਸਾਨ ਹੈ ਜਿਹੜਾ ਸਮੁੰਦਰ ਕੋਲ ਗਿਆ ਤਾਂ ਸਮੁੰਦਰ 'ਚ ਮਿਲ ਕੇ ਸਮੁੰਦਰ ਹੀ ਹੋ ਗਿਆ, ਹੁਣ ਉਹ ਕਦੀ ਉਸ ਤੋਂ ਜੁਦਾ ਹੋ ਹੀ ਨਹੀਂ ਸਕਦਾ। ਸਮਝ ਆ ਰਹੀ ਹੈ ਸਾਡੀ ਗੱਲ। ਕਿਉਂਕਿ ਜੇ ਤੁਸੀਂ ਕਿਸੇ ਨੂੰ ਫਰਜ਼ ਕਰੋ, ਤੁਸੀਂ ਕਹਿੰਦੇ ਮੈਂ ਤਾਜ ਮਹਿਲ ਦੇਖਿਆ, ਹੁਣ ਜਿਹਨੂੰ ਤੁਸੀਂ ਦੇਖ ਸਕਦੇ ਹੋ ਉਸ ਤੋਂ ਦੂਰ ਵੀ ਜਾ ਸਕਦੇ ਹੋ, ਕਿਉਂਕਿ ਦੇਖ ਲਿਆ ਹੁਣ ਮੈਂ ਜਾ ਰਿਹਾ ਹਾਂ। ਪਰ ਜਿਹਨੂੰ ਤੁਸੀਂ ਮਿਲ ਕੇ ਉਹਦੇ ਵਿੱਚ ਹੀ ਲੀਨ ਹੋ ਗਏ, ਉਹੀ ਹੋ ਗਏ, ਤਾਂ ਫਿਰ ਉਹ ਤੋਂ ਤਾਂ ਜੁਦਾ ਹੋਣ ਦੀ ਕਦੀ ਗੱਲ ਰਹਿ ਹੀ ਨਹੀਂ ਜਾਂਦੀ। ਇਸ ਲਈ ਤਬਰੇਜ਼ ਕਹਿੰਦੇ ਸਹੀ ਮਾਇਨੇ 'ਚ ਫਕੀਰ ਉਹ ਹੁੰਦਾ ਹੈ ਜੋ ਰੱਬ ਰੱਬ ਕਰਦਾ, ਯਾਨੀ ਪ੍ਰਭੂ ਦਾ ਸਿਮਰਨ ਕਰਦਾ, ਉਹਦੇ 'ਚ ਹੀ ਲੀਨ ਹੋ ਜਾਂਦਾ ਹੈ, ਔਰ ਫਿਰ ਰੱਬ ਉਸ ਤੋਂ ਜੁਦਾ ਨਹੀਂ ਔਰ ਉਹ ਰੱਬ ਤੋਂ ਜੁਦਾ ਨਹੀਂ। ਤਾਂ ਹੀ ਤਾਂ ਇੱਕ ਸ਼ਬਦ ਅੰਦਰ ਵੀ ਆਂਦਾ ਹੈ ਕਿ ਆਸ਼ਿਕ ਮਸ਼ੂਕ ਹੋ ਗਿਆ ਇਸ਼ਕ ਕਹਾਵੇ ਸੋਏ। ਜਰਾ ਗੌਰ ਕਰਨਾ, ਉਹ ਕਹਿੰਦੇ ਇਸ਼ਕ ਨਹੀਂ ਹੈ ਕਿ ਬੰਦਾ ਕਹਿੰਦਾ ਮੈਂ ਉਹਨੂੰ ਇਸ਼ਕ ਕਰਦਾ ਹੈ, ਮੈਂ ਉਹਦਾ ਮਸ਼ੂਕ ਹੈ, ਉਹ ਮੇਰਾ ਮਹਿਬੂਬ ਹੈ। ਮਸ਼ੂਕ ਕਹਿੰਦੇ ਇਸ਼ਕ ਕਰਨ ਵਾਲਾ, ਮਹਿਬੂਬ ਕਹਿੰਦੇ ਜਿਹਨੂੰ ਇਸ਼ਕ ਕੀਤਾ ਜਾਂਦਾ ਹੈ। ਬੰਦਾ ਕਹਿੰਦਾ ਮੇਰਾ ਮਹਿਬੂਬ, ਮੈਂ ਉਹਨੂੰ ਇਸ਼ਕ ਕਰਦਾ ਹਾਂ। ਪਰ ਇੱਥੇ ਹੁਣ ਦੇਖਣਾ ਜ਼ਰਾ ਇਹ ਸ਼ਬਦ, ਇਹ ਸ਼ਲੋਕ ਦੇ ਅੰਦਰ ਕੀ ਦੱਸਿਆ ਹੈ। ਕਹਿੰਦੇ ਅਸਲੀ ਮੁਹੱਬਤ ਕਿਹਨੂੰ ਕਹਿੰਦੇ ਹੈ। ਆਸ਼ਿਕ ਮਸ਼ੂਕ ਹੋ ਗਿਆ इश्क कहावे सोए पलटू उस महबूब का अल्लाह आशिक होए। संत पलटू दी बाणी है ये। पलटू दास कहते इश्क किनू कहते हैं, मशूक किनू कहते हैं, महबूब किनू कहते हैं
ਜਿੱਥੇ ਇਸ਼ਕ ਕਰਦਿਆਂ ਬੰਦਾ ਮਹਿਬੂਬ 'ਚ ਇੰਨਾ ਲੀਨ ਹੋ ਜਾਵੇ ਕਿ ਉਹਦੇ 'ਚ ਤਾਂ ਮੇਰੇ 'ਚ ਕੋਈ ਫਰਕ ਰਹਿ ਹੀ ਨਾ ਜਾਵੇ। ਔਰ ਇਹ ਗੱਲ ਬੁੱਲੇ ਸ਼ਾਹ ਨੇ ਵੀ ਕਹੀ ਹੈ। ਦੇਖੀਏ ਤੁਹਾਨੂੰ ਬੁੱਲੇ ਸ਼ਾਹ ਦਾ ਉਹ ਵਚਨ ਯਾਦ ਹੈ ਕਿ ਨਹੀਂ? ਜਰਾ ਦੇਖੋ ਬੁੱਲੇ ਸ਼ਾਹ ਕਿੱਦਾਂ ਸਮਝਾਉਂਦੇ ਆ। ਬੁੱਲੇ ਸ਼ਾਹ ਕਹਿੰਦੇ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਹੀ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਹੁਣ ਬੁੱਲੇ ਸ਼ਾਹ ਵੀ ਉਹੀ ਗੱਲ ਕਰ ਰਹੇ। ਹੁਣ ਬੁੱਲੇ ਸ਼ਾਹ ਇੱਥੇ ਹੀਰ ਰਾਂਝੇ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਉਹਨਾਂ ਨੂੰ ਉਹ ਹੀਰ ਰਾਂਝੇ ਨਾਲ ਕੋਈ ਮਤਲਬ ਨਹੀਂ ਸੀ। ਉਹਨਾਂ ਨੂੰ ਤਾਂ ਮਤਲਬ ਸੀ ਆਪਣੇ ਮਹਿਬੂਬ ਯਾਨੀ ਮੁਰਸ਼ਿਦ ਰੂਪੀ ਰਾਂਝੇ ਨਾਲ ਔਰ ਇਹ ਆਤਮਾ ਰੂਪੀ ਹੀਰ ਨਾਲ। ਉਹ ਕਹਿੰਦੇ ਹੁਣ ਮੈਂ ਹੀਰ, ਮੇਰਾ ਮੁਰਸ਼ਿਦ ਰਾਂਝਾ ਔਰ ਮੈਂ ਰਾਂਝਾ ਰਾਂਝਾ ਕਰਦੀ ਉਹੀ ਹੋ ਗਏ। ਹੁਣ ਤਾਂ ਜਦੋਂ ਆਪਣੇ ਆਪ ਨੂੰ ਦੇਖਦਾ ਹੈ ਤਾਂ ਮੈਨੂੰ ਆਪਣੇ ਅੰਦਰੋਂ ਨਜ਼ਰ ਹੀ ਉਹ ਆਉਂਦਾ ਹੈ। ਇਹ ਹੁੰਦਾ ਹੈ ਪ੍ਰੇਮ, ਇਹ ਹੁੰਦੀ ਹੈ ਮੁਹੱਬਤ। ਇਸ ਲਈ ਇਸ ਚੀਜ਼ ਨੂੰ ਥੋੜਾ ਜਿਹਾ ਅਸੀਂ ਗਹਿਰਾਈ ਨਾਲ ਅਗਰ ਸਮਝਾਂਗੇ ਤਾਂ ਫਿਰ ਸਾਡੇ ਜੀਵਨ 'ਚ ਵੀ ਬਦਲਾਅ ਆਉਣਾ ਸ਼ੁਰੂ ਹੋ ਜਾਏਗਾ। ਇਹੀ ਗੱਲ ਤਬਰੇਜ਼ ਕਹਿ ਰਹੇ ਹੈ ਕਿ ਫਕੀਰ ਉਹ ਨਹੀਂ ਜੋ ਰੱਬ ਨੂੰ ਦੇਖ ਲਵੇ, ਬਲਕਿ ਫਕੀਰ ਉਹ ਹੈ ਜੋ ਰੱਬ 'ਚ ਇਦਾਂ ਲੀਨ ਹੋ ਜਾਵੇ ਕਿ ਫਿਰ ਜਿਸ ਤਰ੍ਹਾਂ ਸ਼ਾਹ ਹੁਸੈਨ ਨੇ ਕਿਹਾ ਹੈ ਕਿ ਅੰਦਰ ਤੂੰ ਤੇ ਬਾਹਰ ਤੂੰ, ਰੋਮ ਰੋਮ ਵਿੱਚ ਤੂੰ, ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਹੀਂ ਬਸ ਤੂੰ। ਉਹ ਕਹਿੰਦੇ ਹੁਣ ਮੈਂ ਹੈ ਹੀ ਨਹੀਂ, ਹੁਣ ਤਾਂ ਜੋ ਵੀ ਹੈ ਤੂੰ ਹੀ ਹੈ। ਇਹਨੂੰ ਕਹਿੰਦੇ ਇਸ਼ਕ, ਇਹਨੂੰ ਕਹਿੰਦੇ ਮੁਹੱਬਤ। ਕਿ ਜਦੋਂ ਇਨਸਾਨ ਫਕੀਰਾਂ ਦੀ ਸੋਚ 'ਚ ਬਹਿੰਦਾ ਹੈ, ਫਕੀਰਾਂ ਦਾ ਸੰਗ ਕਰਦਾ ਹੈ, ਤਾਂ ਫਕੀਰ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਹਦੇ 'ਚ ਲੀਨ ਕਰ ਦਿੱਤਾ ਹੈ। ਇਸ ਲਈ ਅਸੀਂ ਦੱਸਿਆ ਫਕੀਰਾਂ ਦਾ ਉੱਠਣਾ ਵੀ ਰੱਬ 'ਚ ਹੁੰਦਾ ਹੈ, ਤਾਂ ਫਕੀਰਾਂ ਦਾ ਬੈਠਣਾ ਖਾਣਾ ਪੀਣਾ ਸਭ ਕੁਝ ਹੀ ਉਹਦੇ ਅੰਦਰ ਹੀ ਹੁੰਦਾ ਹੈ। ਕਿਉਂਕਿ ਉਹ ਕਹਿੰਦੇ ਹੁਣ ਉਹ ਮੇਰੇ ਤੋਂ ਜੁਦਾ ਨਹੀਂ ਤਾਂ ਮੈਂ ਉਹ ਤੋਂ ਜੁਦਾ ਨਹੀਂ। ਤਾਂ ਹੀ ਤਾਂ ਸ਼ਾਹ ਮਨਸੂਰ ਦੇ ਅੰਦਰੋਂ ਇੱਕ ਆਵਾਜ਼ ਆਈ ਸੀ, ਪਤਾ ਨਾ ਕਿਹੜੀ ਆਵਾਜ਼ ਆਈ ਸੀ? ਜਰਾ ਜਵਾਬ ਦੇ ਦਿਓ, ਕਿਹੜੀ ਆਵਾਜ਼ ਸੀ? ਐਨਲ ਹੱਕ। ਐਨਲ ਹੱਕ ਦੀ ਆਵਾਜ਼ ਸ਼ਾਹ ਮਨਸੂਰ ਦੇ ਅੰਦਰੋਂ ਕਿਉਂ ਆਈ? ਕਿਉਂਕਿ ਉਹਨਾਂ ਨੇ ਸੱਚਾਈ ਜਾਣ ਲਈ ਕਿ ਮੈਂ ਹੀ ਤਾਂ ਹੱਕ ਹਾਂ, ਯਾਨੀ ਮੇਰੇ ਅੰਦਰ ਉਹੀ ਤਾਂ ਹੈ। ਹੁਣ ਮੇਰੀ ਹੋਂਦ ਹੈ ਹੀ ਨਹੀਂ, ਹੁਣ ਜੋ ਵੀ ਹੈ ਮੇਰਾ ਉਹ ਮਾਲਕ ਹੀ ਹੈ, परमात्मा ही है। और यही गल कबीर साहब ने भी कहा है कि मेरा मुझ में किछ नहीं, जो किछ है सो तेरा, तेरा तुझको सौंप कर फिर क्या लागे मेरा। हुण ये गल सिर्फ शाह मंसूर या कबीर साहब या बुल्ले शाह या संत पलटू ने नहीं, तकरीबन बहुत संत ऐसे होए हैं। अगर उन्होंने दे कल्ले कल्ले शब्द नूं या कल्ले कल्ले श्लोक नूं असीं दसांगे तो फिर तो पूरा दिन इत्ते लग जाएगा। क्योंकि किसी एक संत महापुरुष ने नहीं किया, उन्होंने दसी है इश्क दी, प्रेम दी असली मंजिल। क्योंकि जदों फकीरां दी मंजिल नूं समझ लवांगे तो फिर सानूं पता लगेगा कि जिन्हां दी मंजिल एडी उच्ची है उन्हां दी सोच बैठण दा फल की है, उन्हां दे चरनां 'च बह के सानूं की मिलना है। इसलिए यही चीज साईं बुल्ले शाह दस रहे हैं कि जे तू आनंद नूं पाना है, परम सुख नूं पाना है, परम शांति नूं पाना है, ਉਹ ਪ੍ਰਭੂ ਨੂੰ ਪਾਣਾ ਹੈ, ਉਹ ਖੁਦਾ ਨੂੰ ਪਾਣਾ ਹੈ, ਤਾਂ ਬੰਦਿਆ ਕਰ ਸੋਵਤ ਫਕਰਾਂ ਦੀ, ਤੇਰਾ ਹੋ ਜਾਊ ਰੱਬ ਨਾਲ ਮੇਲਾ। ਕਿਉਂਕਿ ਰੱਬ ਨਾਲ ਤੇਰਾ ਮੇਲ ਉਹੀ ਕਰਾ ਸਕਦੇ ਜਿਹੜੇ ਆਪ ਉਹਦੇ ਨਾਲ ਮਿਲ ਚੁੱਕੇ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਤਾਂ ਸੰਤ ਪਾਰਸ ਰਾਮ ਨੇ ਬੜੀ ਪਿਆਰੀ ਗੱਲ ਕਹੀ ਹੈ। ਸੰਤ ਪਾਰਸ ਰਾਮ ਕਹਿੰਦੇ ਹੈ, ਪਾਣਾ ਚਾਹੇ ਸਿੰਧੂ ਕੋ, पाना चाहे सिंधु को, यानी अगर तू समुंदर नूं पाना चाहता है, अगर तू सागर तक पहुंचना चाहता है, तो देखो उन्होंने की किया, पाना चाहे सिंधु को कर नदिया का संग। कि जे तू सागर तक पहुंचना चाहता तो नदी में लीन हो जा या नदी के संग तुर पै, क्योंकि हर नदी सागर तक जाती है। हुण की दसिया, पाना चाहे सिंधु को कर नदिया का संग, पारस राम हरि मिलन का मार्ग है सतसंग। देखो वो भी यही गल कह रहे हैं कि जिस तरह जेड़ी चीज एक बार नदी च गिर गई फिर नदी दे नाल बहंदी बहंदी वो सागर तक पहुंच जाती है, क्योंकि हर नदी सागर च समांदी है। हुण जे तू सागर तक पहुंचना है, तेनू सागर का रास्ता नहीं पता, तेनू सागर का मार्ग नहीं पता कि सागर है कित्थे, तो तेनू चिंता करने की लोड़ नहीं, तू नदी दे नाल नाल तुर पा। क्योंकि हर नदी सागर च जाके लीन हुंदी है, हर नदी सागर च ही गिरदी है। जदों तू नदी दे नाल नाल तुर पिया
ਤਾਂ ਉਹ ਨਦੀ ਤੈਨੂੰ ਸਾਗਰ ਤੱਕ ਲੈ ਜਾਏਗੀ। ਇਸੇ ਤਰ੍ਹਾਂ ਜੇ ਤੈਨੂੰ ਪ੍ਰਮਾਤਮਾ ਦਾ ਮਾਰਗ ਨਹੀਂ ਪਤਾ, ਤੈਨੂੰ ਪ੍ਰਭੂ ਦਾ ਮਾਰਗ ਨਹੀਂ ਪਤਾ, ਤੈਨੂੰ ਪਰਮਾਨੰਦ ਦਾ ਮਾਰਗ ਨਹੀਂ ਪਤਾ, ਤਾਂ ਚਿੰਤਾ ਨਾ ਕਰ, ਤੂੰ ਸੰਤਾਂ ਦੇ ਸੰਗ ਹੋ ਜਾ, ਫਕੀਰਾਂ ਦੀ ਸੋਬਤ ਵਿੱਚ ਬੈਠ, ਫਕੀਰਾਂ ਦੇ ਸੰਗ ਚੱਲ, ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ, ਕਿਉਂਕਿ ਫਕੀਰਾਂ ਦੇ ਸੰਤਾਂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਚਲਾ ਜਾਏਗਾ, ਚੱਲਦਾ ਚਲਾ ਜਾਏਗਾ, ਚੱਲਦਾ ਚਲਾ ਜਾਏਗਾ, ਤਾਂ ਤੂੰ ਪ੍ਰਮਾਤਮਾ ਰੂਪੀ ਸਾਗਰ ਤੱਕ ਪਹੁੰਚ ਜਾਏਗਾ। ਇਸ ਲਈ ਉਹਨਾਂ ਨੇ ਕਿਹਾ ਕਿ ਪਾਰਸ ਰਾਮ ਹਰੀ ਮਿਲਨ ਕਾ ਮਾਰਗ ਹੈ ਸਤਸੰਗ, ਕਿ ਜੇ ਹਰੀ ਨੂੰ ਮਿਲਣਾ ਚਾਹੁੰਦਾ ਹੈ ਤਾਂ ਸੰਤਾਂ ਰੂਪੀ ਨਦੀ 'ਚ ਬਹਿ ਜਾ। ਯਾਨੀ ਬਹਿ ਜਾ ਮਤਲਬ ਜਦੋਂ ਬੰਦਾ ਕਹਿੰਦਾ ਨਦੀ 'ਚ ਬਹਿੰਦੀ ਜਾ ਰਹੀ ਉਹ ਚੀਜ਼, ਇਸੇ ਤਰ੍ਹਾਂ ਉਹ ਕਹਿੰਦੇ ਸਤਸੰਗ ਰੂਪੀ ਗੰਗਾ 'ਚ ਬਹਿ ਜਾ, ਇਹ ਨਦੀ 'ਚ ਬਹਿ ਜਾ। ਹੁਣ ਇੱਥੇ ਤੁਹਾਨੂੰ ਕਵਾਂਗੇ ਬਹਿਣ ਦਾ ਮਤਲਬ ਹੈ ਬਹਿ ਜਾ, ਯਾਨੀ ਬੈਠ ਜਾ, ਬੈਠ ਜਾ ਸੰਤਾਂ ਦੀ ਸੋਬਤ 'ਚ, ਬੈਠ ਜਾ ਸੰਤਾਂ ਦੇ ਕੋਲ, ਕਿਉਂਕਿ ਨਦੀ 'ਚ ਬਹਿੰਦੀ ਹੈ ਚੀਜ਼ ਸਾਗਰ ਤੱਕ ਪਹੁੰਚ ਜਾਂਦੀ ਹੈ, ਤਾਂ ਫਕੀਰਾਂ ਦੀ ਸੋਬਤ 'ਚ ਬਹਿੰਦਾ ਹੈ ਬੰਦਾ ਤਾਂ ਰੱਬ ਤੱਕ ਪਹੁੰਚ ਜਾਂਦਾ ਹੈ। ਇਹ ਗੱਲ ਯਾਦ ਰੱਖੋ। ਇਸ ਲਈ ਬਹਿਣਾ ਔਰ ਬਹਿਣਾ, ਬੈਠਣਾ, ਬੋਲੋ ਸਮਝਦੇ ਹੋ ਕਿ ਨਹੀਂ? ਇਹ 'ਚ ਬਹੁਤਾ ਅੰਤਰ ਨਹੀਂ ਹੈ ਕਿ ਜਿਹੜੀ ਚੀਜ਼ ਨਦੀ 'ਚ ਬਹਿੰਦੀ ਹੈ ਉਹ ਸਾਗਰ ਤੱਕ ਪਹੁੰਚ ਗਈ, ਤਾਂ ਜਿਹੜਾ ਬੰਦਾ ਸੰਤਾਂ ਦੀ ਸੰਗਤ 'ਚ ਬਹਿੰਦਾ ਹੈ ਯਾਨੀ ਬੈਠਦਾ ਹੈ, ਜਿੱਦਾਂ ਅੱਜ ਤੁਸੀਂ ਬੈਠੇ ਹੋ, ਪ੍ਰੇਮ ਨਾਲ ਸ਼ਰਧਾ ਨਾਲ ਬੈਠ ਜਾਂਦਾ ਹੈ, ਉਹਨੂੰ ਹਰੀ ਮਿਲ ਜਾਂਦਾ ਹੈ। ਕਿਉਂਕਿ ਇਹ ਮਾਰਗ ਹੈ, ਇਹ ਯੁਕਤੀ, ਉਸ ਪ੍ਰਭੂ ਨੂੰ ਪਾਉਣ ਦੀ ਵਿਧੀ ਸਤਸੰਗ 'ਚੋਂ ਤਾਂ ਮਿਲਣੀ ਹੈ। ਇਸ ਲਈ ਸਮਝੀਏ ਬੁੱਲੇ ਸ਼ਾਹ ਦੇ ਕਲਾਮ ਨੂੰ ਕਿ ਬੰਦਿਆ ਕਰ ਸੋਬਤ ਫਕਰਾਂ ਦੀ, ਤੇਰਾ ਹੋ ਜਾਊ ਰੱਬ ਨਾਲ ਮੇਲਾ। ਹੁਣ ਜ਼ਰਾ ਧਿਆਨ ਦੇਣ ਵਾਲੀ ਗੱਲ ਹੈ, ਕਿਉਂਕਿ ਅਗਲੀਆਂ ਲਾਈਨਾਂ 'ਚ ਬੁੱਲੇ ਸ਼ਾਹ ਕੀ ਕਹਿੰਦੇ ਹੈ, ਇਹ ਬੜੀ ਸਮਝਣ ਵਾਲੀ ਗੱਲ ਹੈ। ਕੀ ਸਿਰਫ ਫਕੀਰਾਂ ਦੀ ਸੋਬਤ 'ਚ ਬੈਠਣ ਨਾਲ ਰੱਬ ਮਿਲ ਜਾਏਗਾ, ਜਾਂ ਸਾਨੂੰ ਕੁਝ ਕਰਨਾ ਵੀ ਪਏਗਾ ਉਸ ਪ੍ਰਭੂ ਨੂੰ ਪਾਉਣ ਵਾਸਤੇ? ਤਾਂ ਹੁਣ ਉਹੀ ਚੀਜ਼ ਬੁੱਲੇ ਸ਼ਾਹ ਆਪਣੇ ਅਗਲੀਆਂ ਇਹ ਸ਼ਬਦ ਦੀਆਂ ਲਾਈਨਾਂ 'ਚ ਸਾਫ਼ ਕਰਦੇ, ਯਾਨੀ ਕਲੀਅਰ ਕਰਦੇ ਆ, ਦੱਸਦੇ ਆ, ਸਮਝਾਉਂਦੇ ਆ ਸਾਨੂੰ ਕਿ ਸੰਤਾਂ ਦੀ ਸੰਗਤ 'ਚ ਬਹਿ ਕੇ ਸਿੱਖਣਾ ਕੀ ਹੈ। ਹੁਣ ਬੁੱਲੇ ਸ਼ਾਹ ਕਹਿੰਦੇ ਬੰਦਿਆ ਕਰ ਸੋਬਤ ਫਕਰਾਂ ਦੀ, ਤੇਰਾ ਹੋ ਜਾਊ ਰੱਬ ਨਾਲ ਮੇਲਾ, ਹਰ ਕੰਮ ਦਮ ਨਾਲ ਕਰ ਯਾਦ ਤੂੰ ਰੱਬ ਨੂੰ, ਕਿਤੇ ਖੁੰਝ ਨਾ ਜਾਏ ਵੇਲਾ। ਹੁਣ ਇਹ ਗੱਲ ਬੜੀ ਪਿਆਰੀ ਬੁੱਲੇ ਸ਼ਾਹ ਨੇ ਕਹੀ ਹੈ। ਇੱਥੇ ਉਹਨਾਂ ਨੇ ਦੋ ਗੱਲਾਂ ਕਹੀਆਂ, ਹਰ ਕੰਮ ਔਰ ਦੂਜੀ ਗੱਲ ਕਹੀ ਹੈ ਦਮ। ਹਰ ਕੰਮ ਦਮ ਨਾਲ ਕਰ ਯਾਦ ਤੂੰ ਰੱਬ ਨੂੰ, ਕਿਤੇ ਖੁੰਝ ਨਾ ਜਾਏ ਵੇਲਾ। ਹੁਣ ਜ਼ਰਾ ਗੌਰ ਕਰੋ, ਹੁਣ ਇਹ ਤਾਂ ਸਮਝ ਆਉਂਦਾ ਹੈ ਕਿ ਹਰ ਦਮ ਨਾਲ ਰੱਬ ਨੂੰ ਯਾਦ ਕਰਨਾ, ਪਰ ਬੁੱਲੇ ਸ਼ਾਹ ਨੇ ਇੱਥੇ ਇਕੱਲੀ ਦਮ ਦੀ ਗੱਲ ਨਹੀਂ ਕੀਤੀ, ਇੱਥੇ ਬੁੱਲੇ ਸ਼ਾਹ ਨੇ ਨਾਲ ਨਾਲ ਕੰਮ ਦੀ ਗੱਲ ਵੀ ਕੀਤੀ ਹੈ। ਜਿੱਦਾਂ ਕਹਿੰਦੇ ਨਾ ਹੱਥ ਕਾਰ ਵੱਲ ਤੇ ਮਨ ਯਾਰ ਵੱਲ, ਕਿਉਂਕਿ ਕੰਮ ਤਾਂ ਹਰ ਵੇਲੇ ਬੰਦਾ ਕੁਛ ਨਾ ਕੁਛ ਕਰ ਹੀ ਰਿਹਾ ਹੈ। ਇਸ ਲਈ ਬੁੱਲੇ ਸ਼ਾਹ ਕਹਿੰਦੇ ਹਰ ਕੰਮ ਦਮ ਨਾਲ ਕਰ ਯਾਦ ਤੂੰ ਰੱਬ ਨੂੰ। ਪਰ ਅਸੀਂ ਥੋੜਾ ਹੋਰ ਗਹਿਰਾਈ 'ਚ ਲੈ ਕੇ ਜਾਣਾ ਚਾਹਾਂਗੇ ਗੱਲ ਨੂੰ, ਕਿ ਬੁੱਲੇ ਸ਼ਾਹ ਕਹਿੰਦੇ ਹਰ ਕੰਮ, ਕਿ ਤੇਰੇ ਜੀਵਨ ਦਾ ਹਰ ਕੰਮ ਹੀ ਐਸਾ ਹੋਣਾ ਚਾਹੀਦਾ ਹੈ, ਕਿ ਤੇਰੇ ਜੀਵਨ ਦਾ ਹਰ ਕੰਮ ਐਸਾ ਹੋਣਾ ਚਾਹੀਦਾ ਕਿ ਜਦੋਂ ਤੂੰ ਉਹ ਕੰਮ ਕਰੇ ਤਾਂ ਉਹ ਕੰਮ ਹੋਵੇ ਐਸਾ ਜੋ ਰੱਬ ਦੀ ਖੁਸ਼ੀ ਵਾਲਾ ਹੋਵੇ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਬੰਦੇ ਦੇ ਕੰਮ ਹੀ ਹੁੰਦੇ ਐ ਜਿਹੜੇ ਬੰਦੇ ਨੂੰ ਰੱਬ ਦੇ ਨੇੜੇ ਲੈ ਜਾਂਦੇ, ਤਾਂ ਬੰਦੇ ਦੇ ਕੰਮ ਹੀ ਹੁੰਦੇ ਜਿਹੜੇ ਬੰਦੇ ਨੂੰ ਰੱਬ ਤੋਂ ਦੂਰ ਲੈ ਜਾਂਦੇ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਘਰ 'ਚ ਬਾਪ ਬੈਠਾ ਹੈ, ਇੱਕ ਬੱਚਾ ਆਂਦਾ ਹੈ, ਆ ਕੇ ਬਾਪ ਦੇ ਪੈਰੀ ਹੱਥ ਲਾਉਂਦਾ ਹੈ, ਆ ਕੇ ਬਾਪ ਦੇ ਪੈਰੀ ਹੱਥ ਲਾਉਂਦਾ ਹੈ, ਔਰ ਬਾਪ ਨੂੰ ਕਹਿੰਦਾ ਪਿਤਾ ਜੀ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਤਾਂ ਹੁਣ ਐਸਾ ਬੱਚਾ ਜੋ ਆ ਕੇ ਬਾਪ ਦੇ ਪੈਰੀ ਹੱਥ ਲਾਉਂਦਾ ਹੈ, ਹੱਥ ਜੋੜ ਕੇ ਖੜਦਾ ਹੈ ਕਿ ਪਿਤਾ ਜੀ ਦੱਸੋ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ, ਤਾਂ ਜ਼ਰਾ ਸੋਚੋ ਐਸੇ ਬੱਚੇ ਦੇ ਪ੍ਰਤੀ ਬਾਪ ਦੇ ਦਿਲ 'ਚ ਪਿਆਰ ਵਧੇਗਾ ਜਾਂ ਨਹੀਂ? ਹੁਣ ਬੱਚੇ ਨੇ ਕੰਮ ਹੀ ਐਸਾ ਕੀਤਾ ਕਿ ਬਾਪ ਉਹਦੇ ਨਾਲ ਹੋਰ ਪਿਆਰ ਕਰੇਗਾ ਕਿ ਦੇਖੋ ਮੇਰਾ ਬੇਟਾ ਪੈਰੀ ਹੱਥ ਲਾ ਰਿਹਾ ਹੈ, ਕਿੰਨਾ ਆਗਿਆਕਾਰੀ ਹੈ। ਹੁਣ ਬੇਟੇ ਨੇ ਕੰਮ ਐਸਾ ਕੀਤਾ, ਬਾਪ ਦੀਆਂ ਨਜ਼ਰਾਂ 'ਚ ਉਹ ਹੋਰ ਪ੍ਰੇਮੀ ਹੋ ਗਿਆ, ਹੋਰ ਪਿਆਰਾ ਹੋ ਗਿਆ। ਤਾਂ ਹੁਣ ਇੱਕ ਬੱਚਾ ਆਂਦਾ ਹੈ ਸ਼ਰਾਬ ਪੀ ਕੇ, ਉਹ ਆਂਦਾ ਹੈ ਬਾਪ ਸਾਹਮਣੇ ਖੜਾ, ਬਾਪ ਨੂੰ ਧੱਕਾ ਮਾਰ ਦਿੰਦਾ ਹੈ, ਗਾਲੀਆਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ। ਹੁਣ ਉਹਦੇ ਕੰਮ ਐਸੇ ਹੈ ਕਿ ਬਾਪ ਨੇ ਕੀ ਕਹਿਣਾ ਹੈ, ਨਿਕਲ ਜਾ ਮੇਰੇ ਘਰੋਂ ਬਾਹਰ, ਤੈਨੂੰ ਮੈਂ ਆਪਣੀ ਜਾਇਦਾਦ 'ਚੋਂ ਬੇਦਖਲ ਕਰਦਾ, ਤੇਰਾ ਮੇਰਾ ਕੋਈ ਰਿਸ਼ਤਾ ਨਹੀਂ। ਹੁਣ ਪੈਰੀ ਹੱਥ ਲਾਣਾ ਵੀ ਇੱਕ ਕੰਮ ਹੈ, ਤਾਂ ਬਾਪ ਨੂੰ ਧੱਕਾ ਦੇਣਾ ਵੀ ਇੱਕ ਕੰਮ ਹੈ। ਪਰ ਹੱਥ ਲਾਇਆ ਪੈਰੀ ਉਹ ਐਸਾ ਕੰਮ ਹੈ ਜੋ ਬਾਪ ਦੇ ਪ੍ਰਤੀ
ਬੇਟੇ ਨੂੰ ਜਾਂ ਬੇਟੇ ਦੇ ਪ੍ਰਤੀ ਬਾਪ ਨੂੰ ਹੋਰ ਵੀ ਨੇੜੇ ਲੈ ਜਾਂਦਾ ਹੈ, ਯਾਨੀ ਹੋਰ ਵੀ ਪਿਆਰ ਵਧਾ ਦਿੰਦਾ ਹੈ ਦੋਨਾਂ ਦਾ ਇੱਕ ਦੂਜੇ ਦੇ ਪ੍ਰਤੀ। ਪਰ ਹੁਣ ਇੱਕ ਦੂਜਾ ਕੰਮ ਹੈ ਕਿ ਜਦੋਂ ਬਾਪ ਨੂੰ ਬੇਟਾ ਗਾਲੀ ਦੇਗਾ, ਧੱਕਾ ਮਾਰੇਗਾ, ਤਾਂ ਫਿਰ ਉਹ ਐਸਾ ਕੰਮ ਕਰ ਰਿਹਾ ਹੈ ਕਿ ਬਾਪ ਤੋਂ ਦੂਰ ਹੁੰਦਾ ਚਲਾ ਜਾਏਗਾ। ਯਾਨੀ ਅਸੀਂ ਦੱਸਣਾ ਕੀ ਚਾਹੁੰਦੇ ਹਾਂ ਕਿ ਬੁੱਲੇ ਸ਼ਾਹ ਜੋ ਇਸ਼ਾਰਾ ਕਰ ਰਿਹਾ, ਹਰ ਦਮ ਕੰਮ ਨਾਲ ਕਰ ਯਾਦ ਤੂੰ ਰੱਬ ਨੂੰ, ਕਿ ਜਦੋਂ ਵੀ ਤੂੰ ਕੋਈ ਕੰਮ ਕਰੇ ਤਾਂ ਉਹ ਕੰਮ ਦੇ ਬਾਰੇ ਥੋੜਾ ਵਿਚਾਰ ਕਰ, ਔਰ ਇਹ ਸੋਚ ਮੈਂ ਅੱਜ ਜੋ ਕੰਮ ਕਰ ਰਿਹਾ ਇਹਦਾ ਨਤੀਜਾ ਕੀ ਮਿਲਣਾ ਹੈ, ਇਹਦਾ ਰਿਜ਼ਲਟ ਕੀ ਨਿਕਲਣਾ ਹੈ। ਜਿਹੜਾ ਕੰਮ ਮੈਂ ਅੱਜ ਕਰ ਰਿਹਾ ਹਾਂ, ਇਹ ਕੰਮ ਮੈਨੂੰ ਰੱਬ ਦੇ ਨੇੜੇ ਲੈ ਕੇ ਜਾਣ ਵਾਲਾ ਹੈ ਜਾਂ ਇਹ ਕੰਮ ਮੈਨੂੰ ਰੱਬ ਤੋਂ ਦੂਰ ਕਰਨ ਵਾਲਾ ਹੈ। ਜ਼ਰਾ ਸੋਚ ਲੈਣਾ, ਕਿਉਂਕਿ ਅਗਰ ਸਿਰਫ ਇੰਨੀ ਚੀਜ਼ ਦਾ ਹੀ ਬੰਦਾ ਆਪਣੇ ਜੀਵਨ 'ਚ ਖਿਆਲ ਰੱਖੇ ਤਾਂ ਬੰਦੇ ਦੇ ਜੀਵਨ ਦੀਆਂ ਬੁਰਾਈਆਂ ਦੂਰ ਹੋ ਸਕਦੀਆਂ ਹੈ। ਬੰਦਾ ਕਹਿੰਦਾ ਮੈਨੂੰ ਗੱਲ-ਗੱਲ ਤੇ ਗਾਲੀ ਦੇਣ ਦੀ ਆਦਤ ਹੈ, ਤਾਂ ਬੰਦਾ ਸੋਚੇ ਗੱਲ-ਗੱਲ ਤੇ ਜੋ ਮੈਂ ਗਾਲੀ ਦਿੰਦਾ ਹਾਂ ਇਹ ਚੀਜ਼ ਮੈਨੂੰ ਰੱਬ ਦੇ ਨੇੜੇ ਲੈ ਕੇ ਜਾਣ ਵਾਲੀ ਹੈ ਜਾਂ ਰੱਬ ਤੋਂ ਦੂਰ ਕਰਨ ਵਾਲੀ ਹੈ। ਤਾਂ ਜਦੋਂ ਬੰਦੇ ਨੂੰ ਸਮਝ ਆ ਜਾਂਦੀ ਕਿ ਭਾਈ ਮੇਰੀ ਇਹ ਛੋਟੀ ਜਿਹੀ ਗਲਤੀ ਮੈਨੂੰ ਰੱਬ ਤੋਂ ਦੂਰ ਕਰਨ ਵਾਲੀ ਹੈ, ਤਾਂ ਫਿਰ ਬੰਦਾ ਕਹਿੰਦਾ ਇਹ ਮੈਂ ਕੰਮ ਮੁੜ ਕੇ ਨਹੀਂ ਕਰਨਾ, ਕਿਉਂਕਿ ਛੋਟੀ ਜਿਹੀ ਗਲਤੀ ਜੇ ਮੈਨੂੰ ਮੇਰੇ ਰੱਬ ਤੋਂ ਦੂਰ ਕਰਦੀ ਹੈ ਤਾਂ ਇਹ ਗਲਤੀ ਨੂੰ ਮੈਂ ਆਪਣੇ ਜੀਵਨ ਚੋਂ ਦੂਰ ਕਰ ਦੇਵਾਂ। ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖਣਾ, ਕਿਉਂਕਿ ਜਾਪਾਨ ਦੇ ਅੰਦਰ ਇੱਕ ਗੱਲ ਬੜੀ ਪਿਆਰੀ ਕਹੀ ਜਾਂਦੀ ਹੈ, ਉਹ ਕਹਿੰਦੇ ਡੋਮੀਨੋ ਇਫੈਕਟ। ਇਹਦੇ ਬਾਰੇ ਸੁਣਿਆ ਕਿਸੇ ਨੇ ਡੋਮੀਨੋ ਇਫੈਕਟ ਬਾਰੇ? ਜ਼ਰਾ ਗੌਰ ਕਰਨਾ। ਜਾਪਾਨ ਦੇ ਅੰਦਰ ਬਹੁਤ ਸਮੇਂ ਪਹਿਲਾਂ ਕਹਿੰਦੇ ਹੈ ਇੱਕ ਆਦਮੀ ਸੀ, ਉਹਨੇ ਜਾਪਾਨ ਦੇ ਰਾਜੇ ਨੂੰ ਦੱਸਿਆ, ਉਹਨੇ ਜਾਪਾਨ ਦੇ ਰਾਜੇ ਨੂੰ 2 ਇੰਚ ਦਾ ਪੱਥਰ ਦਿਖਾਇਆ, ਕਹਿੰਦਾ ਮੈਂ 2 ਇੰਚ ਦੇ ਪੱਥਰ ਦੇ ਨਾਲ, ਜ਼ਰਾ ਗੌਰ ਕਰਨਾ, ਮੈਂ 2 ਇੰਚ ਦੇ ਇਸ ਪੱਥਰ ਦੇ ਨਾਲ ਬਹੁਤ ਬੜੀ ਚਟਾਨ ਨੂੰ ਗਿਰਾ ਸਕਦਾ ਹਾਂ। ਉਹ ਰਾਜਾ ਕਹਿੰਦਾ ਕਦੀ ਹੋ ਹੀ ਨਹੀਂ ਸਕਦਾ 2 ਇੰਚ ਦਾ ਛੋਟਾ ਜਿਹਾ ਪੱਥਰ ਐਡੀ ਵੱਡੀ ਚਟਾਨ ਨੂੰ ਗਿਰਾ ਦੇਵੇ। ਕਿਉਂਕਿ ਸਾਹਮਣੇ ਇੱਕ ਚਟਾਨ ਖੜੀ ਸੀ ਮੈਦਾਨ ਦੇ ਵਿੱਚ, ਜਿੱਥੇ ਉਹ ਰਾਜਾ ਆਪਣੇ ਸੈਰ ਕਰ ਰਿਹਾ ਸੀ, ਤਾਂ ਉੱਥੇ ਸਮਝਦਾਰੀ ਦੀ ਗੱਲ ਚੱਲ ਪਈ। ਤਾਂ ਕਹਿੰਦੇ ਜੇ ਬੰਦਾ ਸਮਝਦਾਰ ਹੋਵੇ ਤਾਂ ਛੋਟੀ ਜਿਹੀ ਚੀਜ਼ ਤੋਂ ਬਹੁਤ ਬੜਾ ਕੰਮ ਲੈ ਸਕਦਾ ਹੈ। ਹੁਣ ਅਸੀਂ ਦੱਸਣਾ ਚਾਹੁੰਦੇ ਥੋੜਾ ਜਿਹਾ ਕਿ ਛੋਟੀਆਂ ਚੀਜ਼ਾਂ ਦਾ ਸਾਡੇ ਜੀਵਨ ਤੇ ਕੀ ਇਫੈਕਟ ਪੈਂਦਾ ਹੈ, ਇਸ ਲਈ ਇਹਨੂੰ ਕਹਿੰਦੇ ਡੋਮੀਨੋ ਇਫੈਕਟ। ਡੋਮੀਨੋ ਇਫੈਕਟ। ਹੁਣ ਰਾਜੇ ਨੇ ਉਹ ਕਿਸ ਤਰ੍ਹਾਂ ਕਹਿੰਦਾ ਮਹਾਰਾਜ ਮੈਨੂੰ 7 ਦਿਨ ਦਾ ਟਾਈਮ ਦਿਓ, 7 ਦਿਨ ਦਾ ਸਮਾਂ ਦਿਓ, ਇਹ 2 ਇੰਚ ਦੇ ਪੱਥਰ ਦੇ ਨਾਲ, ਜੋ ਕਿ ਬਿਲਕੁਲ ਤਰਾਸ਼ਿਆ ਹੋਇਆ ਸਿੱਧਾ ਪੱਥਰ ਸੀ, ਮੈਂ ਚਟਾਨ ਗਿਰਾ ਸਕਦਾ। ਹੁਣ ਰਾਜੇ ਨੇ ਉਹਨੂੰ 2 ਦਿਨ ਦਾ ਸਮਾਂ ਦਿੱਤਾ ਕਿ ਠੀਕ ਹੈ, ਕੁਝ ਦਿਨ ਦਾ ਸਮਾਂ ਦਿੱਤਾ ਉਹਨੂੰ ਕਿ ਠੀਕ ਹੈ ਕਰਕੇ ਦਿਖਾ। ਹੁਣ ਜਦੋਂ 2-3 ਦਿਨ ਗੁਜ਼ਰੇ ਤਾਂ ਉਸ ਵੇਲੇ ਉਹਨੇ ਰਾਜੇ ਨੂੰ ਬੁਲਾ ਲਿਆ ਕਿ ਮਹਾਰਾਜ ਆ ਜਾਓ ਮੈਦਾਨ ਦੇ ਅੰਦਰ, ਆ ਜਾਓ ਮੈਦਾਨ ਦੇ ਅੰਦਰ। ਜਦੋਂ ਰਾਜਾ ਆਇਆ ਤਾਂ ਕੀ ਦੇਖਿਆ ਕਿ ਸਾਹਮਣੇ ਚੌਰਸ ਪੱਥਰਾਂ ਦੀ, ਕਿਉਂਕਿ ਚੌਰਸ ਪੱਥਰ ਇਦਾਂ ਖੜੇ ਕੀਤੇ ਗਏ, ਉਹਨਾਂ ਦੀ ਬੜੀ ਸ਼੍ਰੰਖਲਾ ਇਦਾਂ ਹੈ, ਪਹਿਲਾਂ ਛੋਟਾ ਫਿਰ ਵੱਡਾ, ਫਿਰ ਵੱਡਾ, ਫਿਰ ਵੱਡਾ, ਫਿਰ ਵੱਡਾ, ਉਹ ਕਰਦੇ ਕਰਦੇ ਪਿੱਛੇ ਤੱਕ। ਹੁਣ ਸਭ ਤੋਂ ਮੋਰੇ ਉਹੀ 2 ਇੰਚ ਦਾ ਪੱਥਰ ਰੱਖਿਆ ਹੈ, ਫਿਰ ਉਹਦੇ ਅੱਗੇ 4 ਇੰਚੀ ਦਾ, ਉਹਦੇ ਅੱਗੇ 8 ਇੰਚੀ ਦਾ, ਉਹਦੇ ਅੱਗੇ 16 ਇੰਚੀ ਦਾ, ਯਾਨੀ ਜਿੰਨਾ ਪੱਥਰ ਹੈ ਉਹਦਾ ਡਬਲ ਸਾਈਜ਼ ਉਹਦੇ ਅੱਗੇ ਰੱਖਿਆ ਹੋਇਆ ਹੈ। ਜਰਾ ਸੋਚੋ, ਜੇ ਤੁਸੀਂ ਇੱਥੇ 2 ਇੰਚੀ ਦਾ ਪੱਥਰ ਰੱਖਿਆ ਹੈ, ਇਹਦੇ ਨਾਲ ਹੀ 4 ਇੰਚੀ ਦਾ, ਫਿਰ ਉਹਦੇ ਨਾਲ ਹੀ 8 ਇੰਚੀ ਦਾ, ਉਹਦੇ ਨਾਲ ਹੀ 16 ਇੰਚੀ ਦਾ, ਉੱਥੇ ਤੱਕ ਜਾਂਦੇ ਜਾਂਦੇ ਉਹਦੀ ਗਿਣਤੀ ਕੀ ਹੋ ਜਾਏਗੀ, ਉਹਦੀ ਉਚਾਈ ਕੀ ਹੋ ਜਾਏਗੀ, ਸਮਝਣਾ ਜ਼ਰਾ ਸਾਰਿਆਂ ਨੇ। ਹੁਣ ਉਹਨੇ ਕੀ ਕੀਤਾ, ਉਹ ਛੋਟੇ ਜਿਹੇ ਪੱਥਰ ਨੂੰ ਗਿਰਾਇਆ, ਉਹ 2 ਇੰਚ ਦਾ ਪੱਥਰ ਗਿਰਿਆ 4 ਇੰਚੀ ਦੇ ਪੱਥਰ ਤੇ, ਜਿੱਦਾਂ ਸਮਝ ਲਓ ਉਹ ਗਿਰਿਆ, ਉਹਨੇ ਅਗਲੇ ਨੂੰ ਗਿਰਾਇਆ, ਉਹਨੇ ਅਗਲੇ ਨੂੰ ਗਿਰਾਇਆ, ਗਿਰਦਾ 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 ਲਾਸਟ ਵਿੱਚ ਕੀ ਹੋਇਆ, ਉਹ ਐਡਾ ਵੱਡਾ ਪੱਥਰ ਗਿਰਿਆ, ਚਟਾਨ ਤੇ ਗਿਰਿਆ, ਚਟਾਨ ਗਿਰ ਗਈ। ਇਹਨੂੰ ਕਹਿੰਦੇ ਡੋਮੀਨੋ ਇਫੈਕਟ। ਇਹਦੇ ਬਾਰੇ ਤੁਸੀਂ YouTube ਤੇ ਬੜੀ ਆਸਾਨੀ ਨਾਲ ਡੋਮੀਨੋ ਇਫੈਕਟ ਲਿਖ ਕੇ ਤੁਸੀਂ ਦੇਖ ਸਕਦੇ ਹੋ, ਕਿਤੇ ਚੌਰਸ ਡੱਬੇ ਲਿਖੇ ਜਾਂਦੇ, ਬੱਚਿਆਂ ਨੂੰ ਇਹ ਗੇਮ ਬੜੀ ਪਸੰਦ ਆਉਂਦੀ ਹੈ। ਹੁਣ ਉਹ ਡੋਮੀਨੋ ਇਫੈਕਟ ਦੱਸਦਾ ਕੀ ਹੈ ਕਿ ਅੱਜ ਬੰਦਾ ਅਗਰ ਛੋਟੀ ਜਿਹੀ ਗਲਤੀਆਂ ਕਰਦਾ ਹੈ ਤਾਂ ਜਿਸ ਤਰ੍ਹਾਂ ਤੁਸੀਂ ਦੇਖਣਾ, ਇਹਨੂੰ ਇਦਾਂ ਹੁਣ ਇਨਸਾਨ ਦੇ ਸੁਭਾਅ ਨੂੰ ਸਮਝ ਲਈਏ ਕਿ ਕਈ ਵਾਰ ਤੁਸੀਂ ਦੇਖਿਆ ਨਾ ਕਿ ਤੁਸੀਂ ਕਿਤੇ ਬੈਠੇ ਹੋ, ਕੋਈ ਆ ਕੇ ਤੁਹਾਡੇ ਨਾਲ ਬੁਰੀ ਹਰਕਤ ਕਰ ਦਿੰਦਾ, ਤੁਹਾਨੂੰ ਗੁੱਸਾ ਆ ਜਾਂਦਾ ਹੈ। ਹੁਣ ਉਹਨੇ ਬੁਰੀ ਹਰਕਤ ਕੀਤੀ, ਤੁਹਾਨੂੰ ਗੁੱਸਾ ਆ ਗਿਆ, ਪਰ ਤੁਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹ ਤੁਹਾਡੇ ਤੋਂ ਸ਼ਕਤੀਸ਼ਾਲੀ ਹੈ ਜਾਂ ਤੁਹਾਡਾ ਬੌਸ ਹੈ। ਤੁਸੀਂ ਅੱਗੇ ਆ ਕੇ ਉਹ ਗੁੱਸਾ ਕਿੱਥੇ ਕੱਢਦੇ ਹੋ? ਤੁਸੀਂ ਉੱਤੇ ਗੁੱਸਾ ਕੱਢਦੇ ਹੋ ਜਿਹੜਾ ਤੁਹਾਡੇ ਤੋਂ ਥੱਲੇ ਹੋਵੇ। ਜਾਂ ਇੱਕ ਅਸੀਂ ਮਿਸਾਲ ਦੇ ਕੇ ਸਮਝਾਈ ਦੀ ਵੀ ਹੈ, ਇੱਥੇ ਉਹ ਕਹਾਣੀ ਦੁਬਾਰਾ ਦੱਸਾਂਗੇ ਤਾਂ ਕਿ ਗੱਲ ਕਲੀਅਰ ਹੋ ਜਾਵੇ
ਕਿ ਇੱਕ ਆਫਿਸ ਦੇ ਅੰਦਰ ਇੱਕ ਮਾਲਿਕ ਹੈ। ਉਹ ਮਾਲਿਕ ਨੇ ਆਪਣੇ ਮੈਨੇਜਰ ਨੂੰ ਬੁਲਾਇਆ ਕਿਉਂਕਿ ਮਾਲਿਕ ਬੜਾ ਗੁੱਸੇ 'ਚ ਹੈ। ਜਦੋਂ ਮੈਨੇਜਰ ਆਇਆ ਤਾਂ ਮਾਲਿਕ ਨੇ ਆਂਦੇ ਨੂੰ ਡਾਂਟ ਦਿੱਤਾ, ਆ ਫਾਈਲ ਦੀ ਤਿਆਰੀ ਨਹੀਂ ਕੀਤੀ, ਤੈਨੂੰ ਆਹ ਕੰਮ ਕਿਹਾ ਸੀ, ਤੈਨੂੰ ਸਹੀ ਢੰਗ ਨਾਲ ਕਰਨਾ ਨਹੀਂ ਆਂਦਾ। ਤਾਂ ਮੈਨੇਜਰ ਨੇ ਮਨ 'ਚ ਸੋਚਿਆ ਕਿ ਗਲਤੀ ਤਾਂ ਮਾੜੀ ਜਿਹੀ ਆ, ਪਰ ਮਾਲਿਕ ਨੇ ਇੰਨਾ ਮੈਨੂੰ ਡਾਂਟ ਦਿੱਤਾ, ਇੰਨਾ ਮਾਲਿਕ ਨੇ ਮੈਨੂੰ ਗੁੱਸੇ 'ਚ ਬੋਲਿਆ। ਹੁਣ ਮਾਲਿਕ ਨੂੰ ਤਾਂ ਕੁਝ ਕਹਿ ਨਹੀਂ ਸਕਦਾ ਸੀ, ਆਪਣੇ ਬੌਸ ਨੂੰ ਮੈਨੇਜਰ ਕੁਝ ਕਹਿ ਨਹੀਂ ਸਕਦਾ ਸੀ। ਉਹ ਆਫਿਸ ਤੋਂ ਬਾਹਰ ਆਇਆ, ਯਾਨੀ ਕੈਬਨ ਤੋਂ ਬਾਹਰ ਆ ਕੇ ਆਪਣੀ ਸੀਟ ਤੇ ਬੈਠਾ ਤਾਂ ਜਦ ਨੂੰ ਚਪੜਾਸੀ ਆਇਆ ਚਾਹ ਲੈ ਕੇ, ਕਹਿੰਦਾ ਲੋ ਸਰ ਚਾਹ ਪੀਓ। ਹੁਣ ਮੈਨੇਜਰ ਨੂੰ ਪਹਿਲੀ ਗੁੱਸਾ ਸੀ ਕਿਉਂਕਿ ਮਾਲਿਕ ਨੇ ਬਿਨਾਂ ਮਤਲਬ ਤੋਂ ਉਹਨੂੰ ਡਾਂਟਿਆ ਸੀ। ਹੁਣ ਜਦੋਂ ਉਹਨਾਂ ਚਾਹ ਦਾ ਘੁੱਟ ਭਰਿਆ ਤਾਂ ਚਾਹ ਕਿਤੇ ਜ਼ਿਆਦਾ ਗਰਮ ਸੀ, ਘੁੱਟ ਭਰਦਿਆਂ ਹੀ ਮੂੰਹ ਸੜ ਗਿਆ। ਉਹਨੇ ਗੁੱਸੇ 'ਚ ਚਪੜਾਸੀ ਨੂੰ ਡਾਂਟ ਦਿੱਤਾ, ਆ ਚਾਹ ਕੀ ਲੈ ਗਿਆ, ਠੰਡੀ ਕਰਕੇ ਨਹੀਂ ਲਿਆ ਹੁੰਦੀ, ਮੇਰਾ ਮੂੰਹ ਸੜ ਗਿਆ, ਠੰਡੀ ਕਰਕੇ ਲਿਆਣੀ ਸੀ। ਯਾਨੀ ਉਹਨਾਂ ਚੰਗਾ ਚਪੜਾਸੀ ਨੂੰ ਡਾਂਟ ਦਿੱਤਾ। ਹੁਣ ਚਪੜਾਸੀ ਦੇ ਮਨ 'ਚ ਆਇਆ ਕਮਾਲ ਦੀ ਗੱਲ ਹੈ, ਚਾਹ ਤਾਂ ਅੱਗੇ ਵੀ ਮੈਂ ਇਦਾਂ ਹੀ ਲੈ ਕੇ ਆਂਦਾ ਸੀ, ਪਰ ਅੱਜ ਪਤਾ ਨਹੀਂ ਇਹਨਾਂ ਨੇ ਕਾਹਤੇ ਮੈਨੂੰ ਇੰਨਾ ਡਾਂਟ ਦਿੱਤਾ। ਹੁਣ ਚਪੜਾਸੀ ਨੂੰ ਕੀ ਪਤਾ ਕਿ ਮਾਲਿਕ ਨੇ ਇਹਨੂੰ ਸੁਣਾਈਆਂ, ਬੌਸ ਨੇ ਇਹਨੂੰ ਸੁਣਾਈਆਂ। ਹੁਣ ਉਹ ਗੁੱਸਾ ਅੰਦਰ ਸੀ, ਬੌਸ ਤੇ ਤਾਂ ਕੱਢ ਨਹੀਂ ਸਕਦਾ ਸੀ, ਉਹੀ ਗੁੱਸਾ ਹੁਣ ਚਪੜਾਸੀ ਤੇ ਨਿਕਲ ਗਿਆ। ਹੁਣ ਚਪੜਾਸੀ ਨੂੰ ਵੀ ਬੜਾ ਗੁੱਸਾ ਚੜਿਆ ਹੈ, ਪਰ ਚਪੜਾਸੀ ਉਹਨੂੰ ਕੁਝ ਨਹੀਂ ਕਹਿ ਸਕਦਾ। ਇਹ ਚਪੜਾਸੀ ਆਪਣੇ ਘਰ ਆਇਆ, ਜਦੋਂ ਘਰ ਆਇਆ ਦਰਵਾਜ਼ਾ ਖੜਕਾਇਆ, ਪਤਨੀ ਕਿਤੇ ਰੋਟੀਆਂ ਬਣਾ ਰਹੀ ਸੀ। ਹੁਣ ਦਰਵਾਜ਼ਾ ਖੜਕਾਇਆ, ਉਹਨੇ ਰੋਟੀਆਂ ਰੱਖੀਆਂ, ਹੱਥ ਸਾਫ਼ ਕਰਦੀ ਨੂੰ 2 ਮਿੰਟ ਲੱਗ ਗਏ। ਆ ਕੇ ਦਰਵਾਜ਼ਾ ਖੋਲਿਆ ਤਾਂ ਚਪੜਾਸੀ ਨੂੰ ਗੁੱਸਾ ਚੜਿਆ ਸੀ, ਕਹਿੰਦਾ ਇੰਨਾ ਟਾਈਮ ਕਦੋਂ ਦਾ ਮੈਂ ਦਰਵਾਜ਼ਾ ਖੜਕਾ ਰਿਹਾ ਤੇ ਤੂੰ ਦਰਵਾਜ਼ਾ ਨਹੀਂ ਖੋਲਦਾ। ਕਹਿ ਕੇ ਉਹਨਾਂ ਗੁੱਸਾ ਕਿਤੇ ਕੱਢਿਆ, ਉਹ ਆਪਣੇ ਬੌਸ ਵਾਲਾ ਗੁੱਸਾ ਮੈਨੇਜਰ ਨੇ ਚਪੜਾਸੀ ਤੇ ਕੱਢਿਆ ਤਾਂ ਚਪੜਾਸੀ ਨੇ ਉਹੀ ਗੁੱਸਾ ਆਪਣੀ ਪਤਨੀ ਤੇ ਕੱਢ ਦਿੱਤਾ। ਹੁਣ ਪਤਨੀ ਨੂੰ ਗੁੱਸਾ ਆ ਗਿਆ, ਕਮਾਲ ਦੀ ਗੱਲ ਹੈ, ਇੱਕ ਤਾਂ ਸਾਰਾ ਦਿਨ ਘਰ 'ਚ ਨੌਕਰਾਂ ਦੀ ਤਰ੍ਹਾਂ ਕੰਮ ਕਰੋ, ਇਹਨਾਂ ਵਾਸਤੇ ਰੋਟੀਆਂ ਬਣਾਓ, ਫਿਰ ਦਰਵਾਜ਼ਾ ਖੋਲ੍ਹਣ ਨੂੰ ਮਾੜਾ ਜਿਹਾ ਟਾਈਮ ਲੱਗ ਜਾਵੇ, ਇਹ ਮੈਨੂੰ ਗੁੱਸਾ ਕਰਦੇ ਹੈ। ਪਤਨੀ ਨੂੰ ਗੁੱਸਾ ਚੜਿਆ ਤਾਂ ਉਹ ਹੁਣ ਪਤੀ ਨੂੰ ਤਾਂ ਕੁਝ ਕਹਿ ਨਹੀਂ ਸਕਦੀ ਸੀ। ਕੋਲ ਹੀ ਇੱਕ ਬੇਟਾ, ਉਹਦਾ ਬੜਾ ਬੇਟਾ ਖੇਡ ਰਿਹਾ ਸੀ, ਜਾ ਕੇ ਬੇਟੇ ਦੇ ਚਪੇੜ ਮਾਰੀ ਜ਼ੋਰ ਨਾਲ, ਕੀ ਰੌਲਾ ਪਾਇਆ ਤੂੰ, ਚੁੱਪ ਕਰਕੇ ਬੈਠ ਜਾ ਕੇ। ਯਾਨੀ ਉਹ ਔਰਤ ਦਾ ਗੁੱਸਾ ਆਪਣੇ ਬੱਚੇ ਤੇ ਨਿਕਲਿਆ। ਹੁਣ ਬੱਚਾ ਸੋਚ ਰਿਹਾ ਮੈਂ ਤਾਂ ਚੰਗਾ ਭਲਾ ਖੇਡ ਰਿਹਾ ਸੀ, ਮਾਂ ਨੇ ਮੈਨੂੰ ਕਾਹਤੇ ਮਾਰਿਆ। ਉਹਨੂੰ ਗੁੱਸਾ ਆ ਗਿਆ, ਤਾਂ ਆਪਣੇ ਛੋਟੇ ਭਰਾ ਕੋ ਗਿਆ ਜਿਹੜਾ ਬੈਠਾ ਹੋਇਆ ਸੀ, ਕਿਤਾਬ ਲੈ ਕੇ ਉਹਨੇ ਜਾ ਕੇ ਉਹਦੇ ਚਪੇੜ ਮਾਰ ਦਿੱਤੀ। ਕੀ ਹਰ ਵੇਲੇ ਕਿਤਾਬ ਲੈ ਕੇ ਬੈਠਾ ਰਹਿੰਦਾ, ਪਾੜਨੀ ਹੈ ਮੇਰੀ ਕਿਤਾਬ। ਹੁਣ ਛੋਟਾ ਬੱਚਾ ਭਰਾ ਨੂੰ ਕੁਝ ਕਹਿ ਨਹੀਂ ਸਕਦਾ ਸੀ, ਉਹ ਗੁੱਸੇ 'ਚ ਉੱਠਿਆ ਤਾਂ ਗਲੀ 'ਚ ਕੁੱਤਾ ਬੈਠਾ ਸੀ, ਉਹਨੇ ਜਾ ਕੇ ਕੁੱਤੇ ਦੇ ਜ਼ੋਰ ਨਾਲ ਲੱਤ ਮਾਰੀ। ਜਦੋਂ ਕੁੱਤੇ ਨੇ ਲੱਤ ਮਾਰੀ ਤਾਂ ਕੁੱਤਾ ਵੀ ਚੌਂ ਕਰਦਾ ਦੌੜਿਆ, ਕੀ ਦੇਖਿਆ, ਕੁੱਤਾ ਦੌੜਿਆ ਗਿਆ ਤਾਂ ਕੀ ਦੇਖਿਆ, ਸਾਹਮਣੇ ਇੱਕ ਆਦਮੀ ਕਾਰ 'ਚੋਂ ਉਤਰ ਰਿਹਾ ਸੀ। ਕੁੱਤੇ ਨੇ ਜਾ ਕੇ ਉਹਦੀ ਲੱਤ ਫੜ ਲਈ। ਔਰ ਇਹ ਆਦਮੀ ਪਤਾ ਕੌਣ ਸੀ? ਇਹ ਉਹੀ ਬੌਸ ਸੀ ਜਿਹਨੇ ਸਭ ਤੋਂ ਪਹਿਲਾਂ ਮੈਨੇਜਰ ਨੂੰ ਡਾਂਟਿਆ ਸੀ। ਇਹਨੂੰ ਕਹਿੰਦੇ ਡੋਮੀਨੋ ਇਫੈਕਟ, ਕਿ ਜੋ ਅਸੀਂ ਕਰਮ ਕਰਦੇ ਹਾਂ ਉਹ ਘੁੰਮ ਕੇ ਸਾਡੇ ਤੱਕ ਉਹਦਾ ਪ੍ਰਭਾਵ ਆਣਾ ਹੀ ਹੈ। ਉਹ ਛੋਟੀਆਂ ਚੀਜ਼ਾਂ ਕਈ ਵਾਰ ਸਾਡੇ ਜੀਵਨ 'ਚ, ਜਿਹਨੂੰ ਛੋਟੀਆਂ ਗੱਲਾਂ ਕਹਿੰਦੇ ਆ ਅਸੀਂ, ਉਹ ਛੋਟੀਆਂ ਗੱਲਾਂ ਸਾਡੇ ਜੀਵਨ ਤੇ ਬਹੁਤ ਬੜਾ ਅਸਰ ਦਿਖਾਉਂਦੀਆਂ ਹੈ। ਹੁਣ ਜਦੋਂ ਉਹ ਕੁੱਤੇ ਨੇ ਉਹਦੀ ਲੱਤ ਫੜੀ ਤਾਂ ਕਾਰ ਦੇ ਵਿੱਚ ਉਤਰਿਆ ਜਿਹੜਾ ਬੰਦਾ ਸੀ, ਉਹ ਸੋਚਣ ਲੱਗਾ ਮੈਂ ਕੁੱਤੇ ਦਾ ਕੀ ਵਿਗਾੜਿਆ ਸੀ, ਕੁੱਤੇ ਨੇ ਆ ਕੇ ਮੇਰੀ ਲੱਤ ਕਿਉਂ ਫੜੀ। ਪਰ ਹੁਣ ਜੇ ਘੁਮਾ ਕੇ ਦੇਖੀਏ ਪਿੱਛੇ ਨੂੰ ਜਾ ਕੇ ਤਾਂ ਫਿਰ ਪਤਾ ਲੱਗਦਾ ਹੈ ਕਿ ਸ਼ੁਰੂਆਤ ਤੂੰ ਕੀਤੀ ਸੀ ਤਾਂ ਗੱਲ ਖਤਮ ਵੀ ਤੇਰੇ ਤੇ ਹੋਈ, ਕਿਉਂਕਿ ਤੂੰ ਮੈਨੇਜਰ ਨੂੰ ਡਾਂਟਿਆ, ਮੈਨੇਜਰ ਨੇ ਚਪੜਾਸੀ ਨੂੰ ਡਾਂਟਿਆ, ਚਪੜਾਸੀ ਨੇ ਪਤਨੀ ਨੂੰ ਡਾਂਟਿਆ, ਪਤਨੀ ਨੇ ਬੇਟੇ ਨੂੰ ਡਾਂਟਿਆ, ਬੇਟੇ ਨੇ ਛੋਟੇ ਬੇਟੇ ਨੂੰ ਡਾਂਟਿਆ, ਛੋਟੇ ਬੇਟੇ ਨੇ ਕੁੱਤੇ ਦੇ ਲੱਤ ਮਾਰੀ ਤਾਂ ਕੁੱਤੇ ਨੇ ਆ ਕੇ ਤੇਰੀ ਲੱਤ ਫੜ ਲਈ। ਇਹਨੂੰ ਕਹਿੰਦੇ ਜੈਸੀ ਕਰਨੀ ਵੈਸੀ ਭਰਨੀ। ਇਸ ਲਈ ਜਦੋਂ ਅਸੀਂ ਛੋਟੀਆਂ ਚੀਜ਼ਾਂ ਵੀ ਕਰਦੇ ਆ ਨਾ ਤਾਂ ਕਈ ਵਾਰ ਦੇਖਦਾ ਬੰਦਾ ਕਿ ਇਹਦਾ ਕੀ ਹੋਣਾ, ਨਿੱਕੀ ਜਿਹੀ ਤਾਂ ਗੱਲ ਹੈ, ਪਰ ਉਹ ਨਿੱਕੀ ਜਿਹੀ ਗੱਲ ਬਹੁਤ ਬੜਾ ਪ੍ਰਭਾਵ ਸਾਡੇ ਤੇ ਪਾ ਦਿੰਦੀ ਹੈ। ਇਸ ਲਈ ਯਾਦ ਰੱਖਣਾ, ਜਦੋਂ ਤੁਸੀਂ ਜ਼ੁਬਾਨ ਤੋਂ ਨਿੱਕੀ ਜਿਹੀ ਗੱਲ ਗਾਲੀ ਦੇ ਦਿੰਦੇ ਹੋ, ਹਾਲਾਂਕਿ 4 ਲਫ਼ਜ਼ਾਂ ਦੀ ਗਾਲੀ ਹੋਏਗੀ ਤਾਂ ਉਹਦਾ ਵੀ ਪ੍ਰਭਾਵ ਸਾਡੇ ਜੀਵਨ ਤੇ ਪੈਂਦਾ ਹੈ। ਤਾਂ ਜਦੋਂ ਆਪਣੀ ਜ਼ੁਬਾਨ ਤੋਂ ਪ੍ਰਮਾਤਮਾ ਦਾ ਨਾਮ ਲੈਂਦੇ, ਉਹ ਵੀ ਛੋਟੇ ਜਿਹੇ 4 ਲਫ਼ਜ਼ਾਂ ਦਾ ਹੀ ਹੁੰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਦੋਂ ਰੱਬ ਦਾ ਨਾਮ ਲਵਾਂਗੇ, ਅੱਛਾ ਸ਼ਬਦ ਬੋਲਾਂਗੇ, ਉਹਦਾ ਪ੍ਰਭਾਵ ਸਾਡੇ ਜੀਵਨ 'ਚ ਵੈਸਾ ਹੋਏਗਾ, ਤਾਂ ਜਦੋਂ ਬੁਰਾ ਸ਼ਬਦ ਬੋਲਾਂਗੇ ਉਹਦਾ ਪ੍ਰਭਾਵ ਸਾਡੇ ਜੀਵਨ 'ਚ ਵੈਸਾ ਹੋਣਾ ਹੈ। ਇਸ ਲਈ ਜੋ ਵੀ ਤੁਸੀਂ ਕਰਮ ਕਰਦੇ ਹੋ, ਯਾਦ ਰੱਖੋ, ਇਹ ਪਹਿਲਾਂ ਵਿਚਾਰ ਕਰ ਲਿਆ ਕਰੋ ਕਿ ਆ ਮੈਂ ਜੋ ਕਰਮ ਕਰਨ ਲੱਗਾ ਹਾਂ, ਇਹਦਾ ਮੇਰੇ ਜੀਵਨ ਤੇ ਅਸਰ ਕੀ ਹੋਣਾ ਹੈ, ਕਿਉਂਕਿ ਹਰ ਕੰਮ ਦਾ ਸਾਡੇ ਜੀਵਨ ਤੇ ਪ੍ਰਭਾਵ
ਹੁੰਦਾ ਹੀ ਹੈ, ਇਹ ਗੱਲ ਯਾਦ ਰੱਖਣਾ। ਇਸ ਲਈ ਬੁੱਲੇ ਸ਼ਾਹ ਕਹਿੰਦੇ ਹਰ ਦਮ ਕੰਮ ਨਾਲ ਕਰ ਯਾਦ ਤੂੰ ਰੱਬ ਨੂੰ। ਉਹ ਕਹਿੰਦੇ ਹਰ ਦਮ ਨਾਲ ਰੱਬ ਨੂੰ ਯਾਦ ਕਰਨਾ। ਔਰ ਜਿੱਦਾਂ ਗੁਰਬਚਨ ਸਿੰਘ ਜੀ ਨੇ ਸਵਾਲ ਵੀ ਕੀਤਾ ਹੈ ਕਿ ਹਰ ਦਮ ਦੇ ਨਾਲ, ਹਰ ਕੰਮ ਦੇ ਨਾਲ, ਤੁਰਦੇ ਫਿਰਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਅਸੀਂ ਕਿੱਦਾਂ ਰੱਬ ਨੂੰ ਯਾਦ ਕਰ ਸਕਦੇ ਹਾਂ? ਮਾਲਕੋ ਦੀ ਯੁਕਤੀ ਦੱਸੋ। ਹੁਣ ਥੋੜਾ ਯੁਕਤੀ ਵੀ ਦੱਸ ਦਈਏ ਨਾਲ ਨਾਲ, ਕਿਉਂਕਿ ਤੁਸੀਂ ਵੀ ਚਾਹੁੰਦੇ ਹੋ ਨਾ ਕਿ ਤੁਰਦੇ ਫਿਰਦੇ ਉੱਠਦੇ ਬੈਠਦੇ ਕਿੱਦਾਂ ਅਸੀਂ ਆਪਣੇ ਰੱਬ ਨੂੰ ਯਾਦ ਕਰ ਸਕਦੇ ਹਾਂ, ਉਹਦੀ ਯੁਕਤੀ ਕੀ ਹੈ? ਤਾਂ ਹੁਣ ਜਰਾ ਸਮਝਣਾ ਕਿ ਜੇ ਅਸੀਂ ਚਾਹੁੰਦੇ ਹਾਂ ਤੁਰਦੇ ਫਿਰਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਹਰ ਸਵਾਸ ਨਾਲ ਸਾਡੇ ਅੰਦਰ ਪ੍ਰਮਾਤਮਾ ਦਾ ਨਾਮ ਚਲੇ, ਤਾਂ ਉਹਦੀ ਯੁਕਤੀ ਇੱਕੋ ਹੀ ਹੈ, ਅਭਿਆਸ। ਕੀ ਹੈ? ਅਭਿਆਸ। ਹੁਣ ਤੁਸੀਂ ਕਹਿੰਦਾ ਅਭਿਆਸ ਨਾਲ ਕੀ ਹੁੰਦਾ ਹੈ, ਤਾਂ ਇਹਨੂੰ ਥੋੜਾ ਆਸਾਨੀ ਨਾਲ ਤੁਸੀਂ ਸਮਝ ਪਾਓ, ਇਸ ਲਈ ਅਸੀਂ ਇਦਾਂ ਸਮਝਾਉਣਾ ਚਾਹਾਂਗੇ ਕਿ ਇਨਸਾਨ ਦੀ ਅਗਿਆਨਤਾ ਦੇ ਦੋ ਤਲ ਹੁੰਦੇ ਹੈ ਇਨਸਾਨ ਦੇ ਅੰਦਰ, ਔਰ ਇਨਸਾਨ ਦੇ ਗਿਆਨ ਦੇ ਵੀ ਦੋ ਤਲ ਹੁੰਦੇ ਹੈ। ਦੋ ਤਲ ਦਾ ਮਤਲਬ ਸਮਝ, ਦੋ ਸਟੇਜਾਂ। ਪਹਿਲਾ ਤਲ ਅਗਿਆਨਤਾ ਦਾ ਹੁੰਦਾ ਹੈ ਅਵਚੇਤਨ ਅਗਿਆਨ, ਫਿਰ ਦੂਜਾ ਤਲ ਹੁੰਦਾ ਹੈ ਚੇਤਨ ਅਗਿਆਨ। ਫਿਰ ਹੁਣ ਦੂਜੇ ਪਾਸੇ ਆ ਜਾਈਏ ਕਿ ਪਹਿਲਾ ਤਲ ਗਿਆਨ ਦਾ ਹੁੰਦਾ ਚੇਤਨ ਗਿਆਨ, ਔਰ ਫਿਰ ਉਹਦਾ ਗਹਿਰਾਈ ਦਾ ਹੁੰਦਾ ਹੈ ਅਵਚੇਤਨ ਗਿਆਨ। ਹੁਣ ਇਹਨੂੰ ਜਦੋਂ ਅਸੀਂ ਸਮਝ ਲਿਆ ਤਾਂ ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਉਸ ਸਟੇਜ ਤੇ ਕਿਸ ਤਰ੍ਹਾਂ ਪਹੁੰਚਣਾ ਹੈ ਕਿ ਤੁਰਦੇ ਫਿਰਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਹਰ ਪਲ ਸਾਡੇ ਅੰਦਰ ਪਰਮਾਤਮਾ ਦਾ ਨਾਮ ਚਲੇ। ਹੁਣ ਇਹਦੇ ਵਾਸਤੇ ਸਮਝ ਲਈਏ ਪਹਿਲਾਂ ਅਵਚੇਤਨ ਅਗਿਆਨ। ਹੁਣ ਜ਼ਰਾ ਸਮਝਣਾ ਅਵਚੇਤਨ ਅਗਿਆਨ ਕਿਹਨੂੰ ਕਹਿੰਦੇ ਆ ਤਾਂ ਚੇਤਨ ਅਗਿਆਨ ਕਿਹਨੂੰ ਕਹਿੰਦੇ ਹੈ। ਹੁਣ ਇਹਨੂੰ ਇਦਾਂ ਸਮਝ ਲਈਏ, ਕਿਉਂਕਿ ਦੁਨਿਆਵੀ ਤੌਰ ਤੇ ਮਿਸਾਲ ਦੇ ਕੇ ਸਮਝਾਉਣਾ ਪੈਣਾ ਸਾਨੂੰ, ਕਿ ਇੱਕ ਬੱਚਾ ਹੈ, ਇੱਕ ਬੱਚਾ 2 ਸਾਲ ਦਾ ਹੈ। ਹੁਣ ਉਹ 2 ਸਾਲ ਦਾ ਬੱਚਾ ਕੀ ਸਾਈਕਲ ਚਲਾ ਸਕਦਾ ਹੈ? ਜਵਾਬ ਦਿਓ ਸਾਨੂੰ। ਮੋਟਰਸਾਈਕਲ ਚਲਾ ਸਕਦਾ ਹੈ? ਨਹੀਂ। ਹੁਣ ਉਹ ਮੋਟਰਸਾਈਕਲ ਚਲਾ ਵੀ ਨਹੀਂ ਸਕਦਾ, ਸਾਈਕਲ ਚਲਾ ਵੀ ਨਹੀਂ ਸਕਦਾ, ਤਾਂ ਸਾਈਕਲ ਬਾਰੇ ਸੋਚ ਵੀ ਨਹੀਂ ਸਕਦਾ, ਕਿਉਂਕਿ ਹਾਲੇ ਉਹ 2 ਸਾਲ ਦਾ, ਉਹਦੀ ਸੋਚ ਸਾਈਕਲ ਜਾਂ ਮੋਟਰਸਾਈਕਲ ਤੱਕ ਹਾਲੇ ਪਹੁੰਚੀ ਨਹੀਂ ਹੈ। ਉਹਨੂੰ ਕਹਿੰਦੇ ਅਵਚੇਤਨ ਗਿਆਨ, ਕਿ ਹਾਲੇ ਅੰਦਰ ਹੀ ਉਹਦੇ ਅਗਿਆਨ ਹੈ, ਹਾਲੇ ਗਿਆਨ ਚੇਤਨ ਚ ਨਹੀਂ ਆਇਆ, ਬਾਹਰ ਨਹੀਂ ਆਇਆ ਅਗਿਆਨ। ਜ਼ਰਾ ਸਮਝਣਾ। ਫਿਰ ਉਹੀ ਬੱਚਾ ਜਦੋਂ 8 ਸਾਲ ਦਾ ਹੋ ਜਾਂਦਾ ਹੈ, 10 ਸਾਲ ਦਾ ਹੋ ਜਾਂਦਾ ਹੈ, ਤਾਂ ਉਸ ਲਈ ਉਹਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਕਿ ਮੈਨੂੰ ਸਾਈਕਲ ਚਲਾਣਾ ਨਹੀਂ ਆਂਦਾ। ਹੁਣ ਉਹ ਅਗਿਆਨ ਚੇਤਨ ਵਿੱਚ ਆ ਗਿਆ, ਚੇਤਨ ਜਾਨੀ ਬਾਹਰ ਆ ਗਿਆ। ਸਮਝ ਰਹੇ ਹੋ ਕਿ ਨਹੀਂ? ਕਿਉਂਕਿ ਇਹ ਸਵਾਲ ਬੜਾ ਡੀਪਲੀ ਹੈ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਇਹਨੂੰ ਥੋੜਾ ਈਜ਼ੀ ਕਰਕੇ ਸਮਝਾਈਏ ਤੁਹਾਨੂੰ। ਅਵਚੇਤਨ ਮਨ ਕਿਹਨੂੰ ਕਿਹਾ ਜਾਂਦਾ ਹੈ? ਸਬ ਕੌਨਸ਼ੀਅਸ ਮਾਈਂਡ ਜੋ ਤੁਹਾਡੇ ਅੰਦਰ ਹੁੰਦਾ ਹੈ। ਔਰ ਚੇਤਨ ਮਨ ਕਿਹਾ ਜਾਂਦਾ ਇਹ ਸੋਚ ਨੂੰ, ਜੋ ਹਰ ਵੇਲੇ ਸਾਡੇ ਅੰਦਰ ਚੱਲ ਰਹੀ ਹੈ। ਜਿੱਦਾਂ ਹੁਣ ਤੁਸੀਂ ਫਰਜ਼ ਕਰੋ ਤੁਹਾਨੂੰ ਅਸੀਂ ਪੁੱਛੀਏ ਤੁਹਾਨੂੰ ਜਹਾਜ਼ ਚਲਾਉਣਾ ਆਉਂਦਾ, ਹੈਲੀਕਾਪਟਰ ਚਲਾਉਣਾ ਆਉਂਦਾ ਹੈ? ਤੁਸੀਂ ਕਹਿੰਦੇ ਨਹੀਂ। ਇਹਨੂੰ ਕਹਿੰਦੇ ਹੈ ਤੁਸੀਂ ਜਾਣਦੇ ਹੋ ਕਿ ਮੈਨੂੰ ਨਹੀਂ ਆਉਂਦਾ। ਇਹਨੂੰ ਕਹਿੰਦੇ ਚੇਤਨ ਅਗਿਆਨ। ਪਰ ਇੱਕ ਬੱਚੇ ਨੂੰ ਪੁੱਛੋ ਤੈਨੂੰ ਹੈਲੀਕਾਪਟਰ ਚਲਾਉਣਾ ਆਉਂਦਾ, ਉਹਨੂੰ ਹੈਲੀਕਾਪਟਰ ਦਾ ਹੀ ਨਹੀਂ ਪਤਾ, ਤਾਂ ਚਲਾਉਣ ਦਾ ਕੀ ਪਤਾ ਹੋਏਗਾ ਉਹਨੂੰ? ਕਿਉਂਕਿ ਹਾਲੇ ਉਹ ਹੈਲੀਕਾਪਟਰ ਤੋਂ ਵੀ ਅਣਜਾਣ ਹੈ। ਹਾਲੇ ਉਹ ਸਾਈਕਲ ਤੋਂ, 2 ਸਾਲ ਦਾ ਬੱਚਾ ਸਾਈਕਲ ਤੋਂ ਅਣਜਾਣ ਹੈ, ਮੋਟਰਸਾਈਕਲ ਤੋਂ ਅਣਜਾਣ ਹੈ। ਅਵਚੇਤਨ ਅਗਿਆਨ, ਕਿਉਂਕਿ ਹਾਲੇ ਉਹਦੇ ਅਵਚੇਤਨ ਨੂੰ ਵੀ ਨਹੀਂ ਪਤਾ ਕਿ ਕੋਈ ਮੋਟਰਸਾਈਕਲ ਹੈ ਜਾਂ ਕੋਈ ਸਾਈਕਲ ਹੈ। ਸਮਝ ਰਹੇ ਹੋ ਕਿ ਨਹੀਂ? ਯਾਨੀ ਅੰਦਰ। ਫਿਰ ਜਿੱਦਾਂ ਜਿੱਦਾਂ ਬੱਚਾ ਬੜਾ ਹੁੰਦਾ ਹੈ ਉਹਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਆ ਮੋਟਰਸਾਈਕਲ ਹੈ, ਆ ਸਾਈਕਲ ਹੈ, ਪਰ ਮੈਂ ਹਾਲੇ ਛੋਟਾ ਹਾਂ, ਇਸ ਲਈ ਪਹਿਲਾਂ ਮੈਂ ਸ਼ੁਰੂਆਤ ਸਾਈਕਲ ਤੋਂ ਕਰਨੀ ਹੈ। ਇਸ ਲਈ ਉਹਨੂੰ ਕਹਿ ਦਿੱਤਾ ਜਾਂਦਾ ਚੇਤਨ ਅਗਿਆਨ, ਕਿ ਹੁਣ ਚੇਤਨ ਅਗਿਆਨ ਦਾ ਮਤਲਬ ਹੁਣ ਸਮਝ ਆ ਗਈ ਹੈ ਮੈਨੂੰ ਕਿ ਆਹ ਚੀਜ਼ ਮੈਨੂੰ ਨਹੀਂ ਆਂਦੀ, ਔਰ ਜਦੋਂ ਸਮਝ ਆ ਜਾਂਦੀ ਹੈ ਆਹ ਚੀਜ਼ ਮੈਨੂੰ ਨਹੀਂ ਆਂਦੀ, ਤਾਂ ਹੁਣ ਮੈਂ ਇਹਨੂੰ ਸਿੱਖਣ ਦੀ ਕੋਸ਼ਿਸ਼ ਕਰ ਸਕਦਾ। ਕਿਉਂਕਿ ਹਮੇਸ਼ਾ ਬੰਦਾ ਉਸ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰ ਸਕਦਾ ਹੈ ਜਿਹਦੇ ਬਾਰੇ ਨੂੰ ਪਤਾ ਹੁੰਦਾ ਚੀਜ਼ ਮੈਨੂੰ ਨਹੀਂ ਆਂਦੀ। ਹੁਣ ਅਗਲਾ ਕੀ ਸਟੈਪ ਆਂਦਾ ਹੈ? ਜਿੱਦਾਂ ਸਾਈਕਲ ਦੀ ਮਿਸਾਲ ਦਿੱਤੀ ਅਸੀਂ, ਕਿ ਇੱਕ ਤਾਂ 2 ਸਾਲ ਦਾ ਬੱਚਾ ਹੈ ਜਿਹਨੂੰ ਸਾਈਕਲ ਬਾਰੇ ਹੀ ਪਤਾ ਨਹੀਂ ਹੈ, ਔਰ ਸਾਈਕਲ ਬਾਰੇ ਨਹੀਂ ਪਤਾ ਤਾਂ ਸਾਈਕਲ ਚਲਾਉਣ ਬਾਰੇ ਨੂੰ ਕੀ ਪਤਾ ਹੋਏਗਾ। ਪਰ ਉਹੀ ਬੱਚਾ ਜਦੋਂ 8 ਸਾਲ ਦਾ, 10 ਸਾਲ ਦਾ ਹੋ ਜਾਂਦਾ ਹੈ, ਉਹਦੇ ਕੋਲ ਸਾਈਕਲ ਆ ਜਾਂਦਾ ਹੈ। ਹੁਣ ਉਹਨੂੰ ਪਤਾ ਸਾਈਕਲ ਤਾਂ ਹੈ ਪਰ ਮੈਨੂੰ ਚਲਾਉਣ ਦਾ ਨਹੀਂ ਪਤਾ। ਹੁਣ ਉਹ ਬੱਚਾ ਚੇਤਨ ਅਗਿਆਨ ਦੀ ਅਵਸਥਾ ਚ ਆ ਗਿਆ। ਚੇਤਨ ਅਗਿਆਨ ਦੀ ਅਵਸਥਾ ਵਿੱਚ ਮਤਲਬ ਉਹਨੂੰ ਸਮਝ ਹੈ ਕਿ ਮੈਨੂੰ ਸਾਈਕਲ ਚਲਾਣੀ ਨਹੀਂ ਆਂਦੀ, ਹੁਣ ਮੈਂ ਇਹਨੂੰ ਸਿੱਖਣਾ ਹੈ। ਫਿਰ ਜਦੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਕਹਿੰਦੇ ਚੇਤਨ ਗਿਆਨ। ਜਰਾ ਗੌਰ ਕਰਨਾ। ਫਿਰ ਤੀਸਰਾ ਸਟੈਪ ਆਂਦਾ ਚੇਤਨ ਗਿਆਨ। ਹੁਣ ਉਹ ਸਿੱਖ ਰਿਹਾ ਹੈ। ਜਦੋਂ ਸਿੱਖ ਰਿਹਾ ਹੈ, ਚੇਤਨ ਗਿਆਨ ਦੀ ਅਵਸਥਾ ਹੈ,
ਫਿਰ ਸਿੱਖਦਾ 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 ਜਦੋਂ ਉਹ ਪੂਰੀ ਤਰ੍ਹਾਂ ਸਾਈਕਲ ਨੂੰ ਸਿੱਖ ਲੈਂਦਾ ਹੈ ਤਾਂ ਹੁਣ ਉਹ ਸਾਈਕਲ ਚਲਾਣਾ ਉਹਦੇ ਅਵਚੇਤਨ ਵਿੱਚ ਚਲਾ ਜਾਂਦਾ ਹੈ। ਤਾਂ ਹੁਣ ਬੱਚਾ ਸਾਈਕਲ ਵੀ ਚਲਾਏਗਾ, ਗੱਲਾਂ ਵੀ ਕਰੇਗਾ, ਹੱਥ ਵੀ ਛੱਡ ਲਏਗਾ, ਫੋਨ ਵੀ ਸੁਣੇਗਾ, ਕੁਝ ਵੀ ਕਰੇਗਾ, ਕਿਉਂਕਿ ਹੁਣ ਸਾਈਕਲ ਉਹਦੇ ਅਵਚੇਤਨ ਵਿੱਚ ਚਲੀ ਗਈ ਹੈ। ਸ਼ਾਇਦ ਥੋੜੀ ਸਮਝ ਆ ਜਾਵੇ ਤੁਹਾਨੂੰ। ਸਮਝ ਆ ਰਹੀ ਕਿ ਨਹੀਂ, ਜਾਂ ਉੱਪਰ ਦੀ ਜਾ ਰਹੀ ਹੈ ਗੱਲ? ਇਸ ਲਈ ਸਮਝਣਾ, ਕਿਉਂਕਿ ਜਦੋਂ ਅਸੀਂ ਸਿੱਖ ਰਹੇ ਹਾਂ ਕਿਸੇ ਚੀਜ਼ ਨੂੰ, ਜਿੱਦਾਂ ਫਰਜ਼ ਕਰੋ ਜਿਹੜਾ ਬੰਦਾ ਗੱਡੀ ਚਲਾਉਣਾ ਸਿੱਖ ਰਿਹਾ ਹੈ, ਉਹਨੂੰ ਕਹੋ ਭਾਈ ਕੁਝ ਖਾ ਲੈ, ਉਹਨਾਂ ਕਹਿੰਦਾ ਪਰੇ ਹੋ, ਖਾਣ ਦਾ ਨਾਂ ਲੈ, ਮੇਰਾ ਧਿਆਨ ਤਾਂ ਪੂਰਾ ਗੱਡੀ ਵਿੱਚ ਹੈ, ਜੇ ਮੇਰਾ ਧਿਆਨ ਇੱਧਰ ਹੋਇਆ ਤਾਂ ਗੱਡੀ ਵੱਜ ਜਾਏਗੀ। ਪਰ ਹੁਣ ਜਿਹਨੂੰ ਗੱਡੀ ਪੂਰੀ ਤਰ੍ਹਾਂ ਚਲਾਣੀ ਆ ਗਈ ਹੈ, ਹੁਣ ਉਹ ਬੰਦਾ ਤਾਂ ਗੱਡੀ ਚਲਾਉਂਦੇ ਚਲਾਉਂਦੇ ਕਈ ਵਾਰ ਸੌਂ ਵੀ ਜਾਂਦਾ ਹੈ, ਕਈ ਵਾਰ ਨੀਂਦ ਵੀ ਆ ਜਾਂਦੀ, ਗੱਡੀ ਤਾਂ ਵੀ ਚਲੀ ਜਾਂਦੀ ਹੈ। ਉਹ ਗੱਲਾਂ ਵੀ ਕਰੀ ਜਾਂਦਾ, ਫੋਨ ਵੀ ਸੁਣੀ ਜਾਂਦਾ, ਚੀਜ਼ਾਂ ਵੀ ਖਾਈ ਜਾਂਦਾ, ਗੱਡੀ ਤਾਂ ਵੀ ਚਲੀ ਜਾਂਦੀ ਹੈ। ਉਹਨੂੰ ਕਲੱਚ ਦਬਾਉਣ ਦੀ ਯਾਦ ਨਹੀਂ ਕਰਨਾ ਪੈਂਦਾ, ਆਪਣੇ ਆਪ ਕਲੱਚ ਦਬਾ ਦਿੰਦਾ ਹੈ, ਆਪਣੇ ਆਪ ਸਮੇਂ ਸਿਰ ਬ੍ਰੇਕ ਲੱਗ ਜਾਂਦੀ ਹੈ। ਹੁਣ ਉਹਨੂੰ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ ਕਿ ਸਾਹਮਣੇ ਕੋਈ ਆ ਰਿਹਾ ਮੈਂ ਬ੍ਰੇਕ ਦਬਾਣੀ ਹੈ, ਉਹ ਆਪਣੇ ਆਪ ਆਟੋਮੈਟਿਕਲੀ ਸਭ ਕੁਝ ਹੋ ਰਿਹਾ ਹੈ, ਕਿਉਂਕਿ ਹੁਣ ਗੱਡੀ ਚਲਾਉਂਦੇ ਚਲਾਉਂਦੇ ਅਭਿਆਸ ਕਰਦੇ ਕਰਦੇ ਉਹ ਚੀਜ਼ ਉਹਦੇ ਅਵਚੇਤਨ ਵਿੱਚ ਚਲੀ ਗਈ, ਗਹਿਰਾਈ 'ਚ ਚਲੀ ਗਈ। ਹੁਣ ਜਦੋਂ ਗਹਿਰਾਈ 'ਚ ਚੀਜ਼ ਚਲੀ ਗਈ ਤਾਂ ਫਿਰ ਕਰਨੀ ਨਹੀਂ ਪੈਂਦੀ, ਫਿਰ ਆਪਣੇ ਆਪ ਹੁੰਦੀ ਹੈ। ਸਮਝ ਰਹੇ ਹੋ ਕਿ ਨਹੀਂ? ਇਸ ਲਈ ਅਭਿਆਸ ਦੇ ਨਾਲ ਜਦੋਂ ਅਸੀਂ ਸਿਮਰਨ ਦਾ ਅਭਿਆਸ ਕਰਦੇ ਹਾਂ ਤਾਂ ਅਭਿਆਸ ਕਰਨ ਦੇ ਨਾਲ ਨਾਲ ਇਹ ਸਿਮਰਨ ਚੱਲਦਾ 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 ਸਾਡੀ ਉਸ ਅਵਚੇਤਨ ਅਵਸਥਾ ਵਿੱਚ ਚਲਾ ਜਾਂਦਾ ਹੈ ਕਿ ਜਿੱਥੇ ਤੁਰਦੇ ਫਿਰਦੇ ਖਾਂਦਿਆਂ ਪੀਂਦਿਆਂ ਵੀ ਉਹ ਨਾਮ ਹਰ ਵੇਲੇ ਸਾਡੇ ਅੰਦਰ ਆਪਣੇ ਆਪ ਚੱਲਦਾ ਹੈ। ਫਿਰ ਚਾਹੇ ਬੋਲੀਏ, ਚਾਹੇ ਸੁਣੀਏ, ਚਾਹੇ ਅਸੀਂ ਕੋਈ ਵੀ ਕਰਮ ਕਰੀਏ, ਇਹਨੂੰ ਕਹਿੰਦੇ ਅਭਿਆਸ ਕਰਨਾ ਪੈਂਦਾ ਹੈ। ਇਸ ਕਰਕੇ ਇਹਨੂੰ ਹੁਣ ਸਿਮਰਨ ਦੇ ਤੌਰ ਤੇ ਸਮਝੀਏ ਕਿ ਇੱਕ ਹੁੰਦਾ ਅਵਚੇਤਨ ਗਿਆਨ, ਜਿੱਥੇ ਇਨਸਾਨ ਨੂੰ ਸ਼ਬਦ ਬਾਰੇ ਪਤਾ ਹੀ ਨਹੀਂ ਹੈ, ਨਾਮ ਬਾਰੇ ਪਤਾ ਹੀ ਨਹੀਂ ਹੈ, ਉਹ ਹੈ ਅਵਚੇਤਨ ਗਿਆਨ। ਫਿਰ ਉਹ ਇਨਸਾਨ ਸੰਤਾਂ ਦੀ ਸੰਗਤ ਵਿੱਚ ਜਾਂਦਾ ਹੈ, ਸੰਤਾਂ ਦੀ ਸੋਭਤ ਵਿੱਚ ਬਹਿੰਦਾ ਹੈ, ਉੱਥੇ ਜਾ ਕੇ ਇਹਨੂੰ ਪਤਾ ਲੱਗਦਾ ਹੈ ਕਿ ਨਾਮ ਨਾਲ ਜੁੜਨਾ ਚਾਹੀਦਾ ਹੈ। ਫਿਰ ਉਹਨੂੰ ਹੁੰਦਾ ਚੇਤਨ ਗਿਆਨ, ਕਿ ਹੁਣ ਉਹਦੇ ਚੇਤਨ ਮਨ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਸ਼ਬਦ ਨਹੀਂ ਹੈ, ਇਸ ਲਈ ਸ਼ਬਦ ਨਾਲ ਜੁੜਨਾ ਜ਼ਰੂਰੀ ਹੈ। ਫਿਰ ਉਹ ਬੇਨਤੀ ਕਰਦਾ ਹੈ ਔਰ ਨਾਮ ਦੇ ਨਾਲ ਜੁੜਦਾ ਹੈ। ਹੁਣ ਜਦੋਂ ਨਾਮ ਦੇ ਬਾਰੇ ਉਹਨੂੰ ਪਤਾ ਲੱਗ ਜਾਂਦਾ ਹੈ, ਗੁਰੂ ਦੇ ਕੋਲੋਂ ਨਾਮ ਦੀ ਯੁਕਤੀ ਲੈ ਲੈਂਦਾ ਹੈ, ਹੁਣ ਉਹ ਤੀਜੀ ਅਵਸਥਾ ਵਿੱਚ ਆ ਗਿਆ ਜਿਹਨੂੰ ਕਹਿੰਦੇ ਚੇਤਨ ਗਿਆਨ। ਹੁਣ ਉਹਨੂੰ ਗਿਆਨ ਹੋ ਗਿਆ ਕਿ ਮੈਂ ਨਾਮ ਜਪਣਾ ਹੈ, ਕਿਉਂਕਿ ਨਾਮ ਲੈ ਲਿਆ, ਮੈਨੂੰ ਸ਼ਬਦ ਦਾ ਗਿਆਨ ਹੋ ਗਿਆ, ਪਤਾ ਲੱਗ ਗਿਆ ਕਿ ਨਾਮ ਲੈਣਾ ਕਿੱਦਾਂ ਹੈ, ਵਿਧੀ ਕੀ ਹੈ। ਹੁਣ ਮੈਂ ਜਿੰਨਾ ਅਭਿਆਸ ਕਰੂੰਗਾ, ਅਭਿਆਸ ਕਰਦਿਆਂ 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 ਮੈਂ ਅਵਚੇਤਨ ਗਿਆਨ ਤੱਕ ਪਹੁੰਚਣਾ ਹੈ, ਤਾਂ ਕਿ ਇਹ ਸ਼ਬਦ ਮੇਰੇ ਅੰਦਰੂਨੀ ਅਵਚੇਤਨ ਮਨ ਵਿੱਚ ਸਮਾ ਜਾਵੇ ਕਿ ਹੁਣ ਮੈਨੂੰ ਕਰਨ ਦੀ ਲੋੜ ਨਾ ਪਵੇ, ਆਪਣੇ ਆਪ ਚਲੇ। ਜਦੋਂ ਅਸੀਂ ਤੁਹਾਨੂੰ ਕਹੀਏ ਅੱਖਾਂ ਬੰਦ ਕਰਕੇ ਆਪਣਾ ਹੱਥ ਆਪਣੇ ਬੁੱਲਾਂ ਨੂੰ ਲਾਓ, ਜਾਂ ਕੋਈ ਚੀਜ਼ ਤੁਸੀਂ ਖਾਣੀ ਹੋਵੇ, ਫਰਜ਼ ਕਰੋ ਤੁਹਾਡੇ ਹੱਥ ਕੋਈ ਟੌਫੀ ਹੈ, ਚਾਕਲੇਟ ਹੈ, ਤੁਸੀਂ ਅੱਖਾਂ ਬੰਦ ਕੀਤੀਆਂ ਆ, ਤਾਂ ਚਾਕਲੇਟ ਜਾਏਗੀ ਕਿੱਥੇ? ਇੱਥੇ ਜਾਏਗੀ, ਇੱਥੇ ਜਾਏਗੀ, ਨੱਕ 'ਚ ਜਾਏਗੀ, ਕਿੱਥੇ ਜਾਏਗੀ? ਜਵਾਬ ਦਿਓ ਸਾਨੂੰ। ਜੇ ਤੁਸੀਂ ਅੱਖਾਂ ਵੀ ਬੰਦ ਕਰ ਲਓਗੇ ਤਾਂ ਵੀ ਚੀਜ਼ ਜਾਣੀ ਤੁਹਾਡੇ ਮੂੰਹ 'ਚ ਹੀ ਹੈ, ਕਿਉਂਕਿ ਅਭਿਆਸ ਹੋਣ ਦੇ ਕਾਰਨ ਬਚਪਨ ਤੋਂ ਤੁਸੀਂ ਖਾ ਰਹੇ ਹੋ ਖਾ ਰਹੇ ਹੋ ਖਾ ਰਹੇ ਹੋ, ਇਸ ਕਰਕੇ ਅਭਿਆਸ ਹੀ ਇੰਨਾ ਹੋ ਗਿਆ ਕਿ ਹੁਣ ਕੋਈ ਅੱਖਾਂ ਵੀ ਤੁਹਾਡੀਆਂ ਬੰਦ ਕਰ ਦੇਵੇ, ਚੀਜ਼ ਮੂੰਹ 'ਚ ਜਾਣੀ ਹੈ। ਹਾਲਾਂਕਿ ਮੂੰਹ ਔਰ ਨੱਕ ਦਾ ਕੋਈ ਬੜਾ ਫਾਸਲਾ ਨਹੀਂ ਹੈ, 2 ਉਂਗਲ ਦਾ ਫਾਸਲਾ ਹੈ, ਫਿਰ ਵੀ ਨੱਕ 'ਚ ਚੀਜ਼ ਨਹੀਂ ਜਾਂਦੀ, ਮੂੰਹ 'ਚ ਹੀ ਜਾਂਦੀ ਹੈ, ਕਿਉਂਕਿ ਅਭਿਆਸ ਹੋ ਚੁੱਕਾ ਹੈ। ਹੁਣ ਬੱਚਾ, ਜਰਾ ਗੌਰ ਕਰਨਾ, ਜਦੋਂ ਬੱਚੇ ਨੂੰ ਚੱਲਣਾ ਨਹੀਂ ਆਉਂਦਾ, ਉਹਨੂੰ ਕੋਈ ਬੱਚਾ ਤੁਰ, ਉਹ ਤੁਰੇਗਾ, ਕਿਉਂਕਿ ਹਾਲੇ ਅਭਿਆਸ ਨਹੀਂ ਹੈ, ਉਹਨੂੰ ਚੱਲਣ ਦਾ ਪਤਾ ਹੀ ਨਹੀਂ ਹੈ। ਹੁਣ ਉਹਨੂੰ ਪਤਾ ਲੱਗ ਗਿਆ, ਜਦੋਂ ਸਮਝ ਆਉਂਦੀ ਹੈ ਮੈਂ ਉੱਠਣਾ ਹੈ, ਖੜਨਾ ਹੈ, ਪਹਿਲਾਂ ਅਭਿਆਸ ਕਰਦਾ ਹੈ, ਫਿਰ ਅਭਿਆਸ ਕਰਦਾ 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 ਉਹ ਇੰਨਾ ਅਭਿਆਸ ਕਰ ਲੈਂਦਾ ਕਿ ਉਹਨੂੰ ਦੌੜਨ ਨੂੰ ਕਹੀਏ ਤਾਂ ਉੱਠ ਕੇ ਦੌੜ ਪੈਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਹੁੰਦਾ ਕਾਹਦੇ ਨਾਲ ਹੈ? ਜਵਾਬ ਦੇ ਦਿਓ। ਅਭਿਆਸ ਦੇ ਨਾਲ, ਪ੍ਰੈਕਟਿਸ ਦੇ ਨਾਲ। ਇੱਕ ਮਦਾਰੀ ਦਾ ਬੱਚਾ ਰੱਸੀ ਤੇ ਤੁਰਦਾ ਹੈ, ਇੱਕ ਮਦਾਰੀ ਦਾ ਬੱਚਾ ਰੱਸੀ ਤੇ ਤੁਰਦਾ ਹੈ, ਤਾਂ ਉਹ ਕਾਹਦੇ ਨਾਲ ਤੁਰ ਰਿਹਾ ਹੈ? ਕੀ ਮਾਂ ਦੇ ਪੇਟ 'ਚੋਂ ਸਿੱਖ ਕੇ ਆਇਆ ਉਹ? ਨਹੀਂ, ਉਹਨਾਂ ਪ੍ਰੈਕਟਿਸ ਕੀਤੀ ਹੈ, ਅਭਿਆਸ ਕੀਤਾ ਹੈ। ਹੁਣ ਉਹ ਰੱਸੀ ਤੇ ਤੁਰਦਾ ਤੁਰਦਾ, ਪ੍ਰੈਕਟਿਸ ਕਰਦਾ ਕਰਦਾ, ਹੁਣ ਉਹ ਅਵਚੇਤਨ ਮਨ ਵਿੱਚ, ਯਾਨੀ ਅੰਦਰੂਨੀ ਗਹਿਰਾਈ ਵਿੱਚ ਉਹ ਗਿਆਨ ਇੰਨਾ ਚਲਾ ਗਿਆ ਕਿ ਹੁਣ ਬੱਚੇ ਨੂੰ ਡਰ ਨਹੀਂ ਲੱਗਦਾ। ਬੱਚਾ ਫਟਾਫਟ ਜਦੋਂ ਬਾਪ ਇਸ਼ਾਰਾ ਕਰਦਾ ਰੱਸੀ ਤੇ ਖੜ ਜਾਂਦਾ, ਬਾਂਸ ਫੜਦਾ, ਤੁਰਨਾ ਸ਼ੁਰੂ ਕਰ ਦਿੰਦਾ ਹੈ। 6 ਸਾਲ ਦਾ ਮਦਾਰੀ ਦਾ ਬੱਚਾ ਆਪਣੀਆਂ ਅੱਖਾਂ ਨਾਲ ਅਸੀਂ ਰੱਸੀ ਤੇ ਤੁਰਦਾ ਦੇਖਿਆ ਹੈ। ਹੁਣ ਜੇ ਤੁਹਾਨੂੰ ਕਹੀਏ ਇੱਥੇ ਕੋਈ 25 ਸਾਲ ਦਾ ਬੈਠਾ ਹੋਏਗਾ, ਕੋਈ 30 ਸਾਲ ਦਾ ਬੈਠਾ ਹੋਏਗਾ, ਕੋਈ 40 ਸਾਲ ਦਾ ਬੈਠਾ ਹੋਏਗਾ, ਭਾਈ ਤੂੰ ਰੱਸੀ ਤੇ ਤੁਰ, ਤੁਰ ਲਓਗੇ ਤੁਸੀਂ? ਜ਼ਰਾ ਜਵਾਬ ਦਿਓ ਸਾਨੂੰ।
ਕੀ ਗੱਲ, ਜਿਹੜਾ ਕੰਮ 6 ਸਾਲ ਦਾ ਬੱਚਾ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ? ਕਮਾਲ ਦੀ ਗੱਲ ਹੈ, ਫਿਰ ਤਾਂ ਬੜੀ ਸ਼ਰਮ ਦੀ ਗੱਲ ਹੈ। 6 ਸਾਲ ਦਾ ਬੱਚਾ ਕਰ ਰਿਹਾ, ਤੁਹਾਡੇ ਤੋਂ ਕਿਉਂ ਨਹੀਂ ਹੋ ਰਿਹਾ? ਤੇ ਇੱਕੋ ਹੀ ਜਵਾਬ ਹੈ, ਮਹਾਰਾਜ ਉਹਨਾਂ ਅਭਿਆਸ ਕੀਤਾ ਹੈ, ਅਸੀਂ ਅਭਿਆਸ ਨਹੀਂ ਕੀਤਾ। ਇਹ ਨਹੀਂ ਕਿ ਤੁਸੀਂ ਚੱਲ ਨਹੀਂ ਸਕਦੇ, ਚੱਲ ਤੁਸੀਂ ਵੀ ਸਕਦੇ ਹੋ। ਅਗਰ ਰੋਜ਼ ਤੁਸੀਂ ਵੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿਓ, ਰੋਜ਼ ਤੁਸੀਂ ਵੀ ਮਿਹਨਤ ਕਰਨੀ ਸ਼ੁਰੂ ਕਰ ਦਿਓ, ਤਾਂ ਤੁਸੀਂ ਵੀ ਚੱਲ ਸਕਦੇ ਹੋ। ਪਰ ਗੱਲ ਹੈ ਪ੍ਰੈਕਟਿਸ ਦੀ। ਹੁਣ ਜੇ ਇੱਕ ਬੰਦਾਰੀ ਦਾ ਬੱਚਾ ਆਪਣੀ ਮਿਹਨਤ ਨਾਲ, ਪ੍ਰੈਕਟਿਸ ਦੇ ਨਾਲ ਰੱਸੀ ਤੇ ਚੱਲ ਸਕਦਾ ਹੈ, ਤਾਂ ਕੀ ਜੇ ਅਸੀਂ ਪ੍ਰੈਕਟਿਸ ਕਰੀਏ, ਮਿਹਨਤ ਕਰੀਏ, ਅਭਿਆਸ ਕਰੀਏ, ਤਾਂ ਸਾਡੇ ਅੰਦਰ ਸ਼ਬਦ ਨਹੀਂ ਚੱਲ ਸਕਦਾ? ਜ਼ਰੂਰ ਚੱਲ ਸਕਦਾ ਹੈ, ਪਰ ਉਹਦੇ ਵਾਸਤੇ ਅਭਿਆਸ ਦੀ ਜ਼ਰੂਰਤ ਹੈ, ਨਿਯਮ ਦੀ ਜ਼ਰੂਰਤ ਹੈ। ਕਿਉਂਕਿ ਪਹਿਲਾਂ ਸਾਨੂੰ ਕੋਸ਼ਿਸ਼ ਨਾਲ ਕਰਨਾ ਪੈਂਦਾ ਹੈ, ਫਿਰ ਜਦੋਂ ਉਹ ਚੀਜ਼ ਗਹਿਰਾਈ 'ਚ ਚਲੀ ਜਾਂਦੀ ਹੈ, ਸਾਡੇ ਅਵਚੇਤਨ ਮਨ ਦੀ ਗਹਿਰਾਈ 'ਚ, ਤਾਂ ਫਿਰ ਉਹ ਕੋਸ਼ਿਸ਼ ਨਾਲ ਨਹੀਂ, ਫਿਰ ਆਪਣੇ ਆਪ ਹੁੰਦੀ ਹੈ। ਜਿਹਦਾ ਪਹਿਲਾਂ ਕੋਈ ਵੀ ਚੀਜ਼, ਤੁਸੀਂ ਜਿੰਨੇ ਵੀ ਜੀਵ ਬੈਠੇ ਹੋ, ਸੋਚ ਕੇ ਦੇਖੋ, ਜਦੋਂ ਕੋਈ ਵੀ ਚੀਜ਼ ਪਹਿਲੀ ਵਾਰ ਤੁਸੀਂ ਸਿੱਖੀ ਹੈ ਤਾਂ ਉਹਦੇ ਵਾਸਤੇ ਮਿਹਨਤ ਕਰਨੀ ਪਈ ਹੈ, ਫਿਰ ਕਰਦੇ ਗਏ, ਆਖਰ ਫਿਰ ਉਹਦੀ ਇੰਨੀ ਆਦਤ ਬਣ ਗਈ ਕਿ ਹੁਣ ਆਪਣੇ ਆਪ ਹੁੰਦੀ ਹੈ, ਚਾਹੇ ਤੁਸੀਂ ਕੁਝ ਵੀ ਕਰੀ ਜਾਓ। ਬੋਲੋ, ਹੁੰਦਾ ਹੈ ਕਿ ਨਹੀਂ? ਜੇ ਕਿਸੇ ਨੂੰ ਕਹੋ ਨਾ ਗੋਲ ਰੋਟੀ ਬਣਾਉਣੀ ਹੈ, ਜਿਹਨਾਂ ਕਦੀ ਨਹੀਂ ਬਣਾਈ ਉਹਨੂੰ ਰੋਟੀ ਦੇ ਕੇ ਦੇਖ ਲਓ, ਤਾਂ ਜਿਹਨੂੰ ਪਤਾ ਹੈ ਉਹ ਟੀਵੀ ਦੇਖੀ ਜਾਏਗਾ, ਗੱਲਾਂ ਵੀ ਕਰੀ ਜਾਏਗਾ, ਨਾਲ ਨਾਲ ਰੋਟੀਆਂ ਵੀ ਤਵੇ ਤੇ ਪਾਈ ਜਾਏਗਾ। ਰੋਟੀ ਪੱਕ ਰਹੀ ਹੈ, ਗੋਲ ਬਣ ਰਹੀ ਹੈ, ਉਹ ਗੱਲਾਂ ਵੀ ਹੋ ਰਹੀਆਂ ਹੈ, ਕਿਉਂਕਿ ਅੰਦਰ ਇੰਨਾ ਹੁਣ ਅਭਿਆਸ ਹੋ ਚੁੱਕਾ ਹੈ ਉਹ ਚੀਜ਼ ਦਾ ਕਿ ਹੁਣ ਬਾਹਰੋਂ ਸੁਰਤੀ ਕਿਤੇ ਵੀ ਹੋਵੇ, ਅੰਦਰ ਉਹ ਚੀਜ਼ ਆਪਣੇ ਆਪ ਚੱਲ ਰਹੀ ਹੈ। ਇਸ ਲਈ ਜਦੋਂ ਅਸੀਂ ਨਿਰੰਤਰ ਬਿਨਾਂ ਕਿਸੇ ਅੰਤਰ ਤੋਂ, ਬਿਨਾਂ ਰੁਕੇ, ਲਗਾਤਾਰ ਕਿਸੇ ਚੀਜ਼ ਦਾ ਅਭਿਆਸ ਕਰਦੇ ਚਲੇ ਜਾਂਦੇ ਹਾਂ, ਤਾਂ ਫਿਰ ਉਹ ਚੀਜ਼ ਵਿੱਚ ਅਸੀਂ ਪਰਫੈਕਟ ਹੋ ਜਾਂਦੇ ਹਾਂ। ਇਸ ਲਈ ਜੇ ਬੰਦਾ ਆਪਣੀ ਆਦਤ ਬਣਾਵੇ ਕਿ ਮੈਂ ਤੁਰਦੇ ਫਿਰਦੇ, ਉੱਠਦੇ ਬੈਠਦੇ ਸਿਮਰਨ ਕਰਨਾ ਹੈ, ਪਹਿਲਾਂ ਸਾਨੂੰ ਕੋਸ਼ਿਸ਼ ਨਾਲ ਕਰਨਾ ਪੈਣਾ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਕਿਉਂਕਿ ਸਿਮਰਨ ਵੀ ਇੱਕ ਪੌਦੇ ਦੀ ਤਰ੍ਹਾਂ ਹੈ ਕਿ ਜਦੋਂ ਛੋਟਾ ਜਿਹਾ ਪੌਦਾ ਲਾਓ ਤਾਂ ਸਾਨੂੰ ਉਹਦੀ ਰਾਖੀ ਕਰਨੀ ਪੈਂਦੀ ਹੈ, ਉਹਦੀਆਂ ਜੜ੍ਹਾਂ 'ਚ ਪਾਣੀ ਪਾਉਣਾ ਪੈਂਦਾ ਹੈ। ਪਰ ਜਦੋਂ ਉਹੀ ਪੌਦੇ ਦੀਆਂ ਜੜ੍ਹਾਂ ਗਹਿਰਾਈ 'ਚ ਚਲੀਆਂ ਜਾਂਦੀਆਂ ਹੈ, ਪੌਦਾ ਬ੍ਰਿਕਸ਼ ਬਣ ਜਾਂਦਾ ਹੈ, ਤਾਂ ਫਿਰ ਸਾਨੂੰ ਪਾਣੀ ਦੇਣ ਦੀ ਲੋੜ ਨਹੀਂ, ਫਿਰ ਰਾਖੀ ਕਰਨ ਦੀ ਲੋੜ ਨਹੀਂ, ਫਿਰ ਤਾਂ ਉਹ ਪੌਦਾ ਸਾਨੂੰ ਫਲ ਦਿੰਦਾ ਹੈ। ਸਿਮਰਨ ਵੀ ਸਮਝ ਲਓ ਉਸੇ ਬੀਜ ਦੀ ਤਰ੍ਹਾਂ ਹੈ, ਉਸੇ ਛੋਟੇ ਜਿਹੇ ਪੌਦੇ ਦੀ ਤਰ੍ਹਾਂ ਹੈ। ਸ਼ੁਰੂਆਤ ਵਿੱਚ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਪਰ ਬਾਅਦ ਚੋਂ ਜਦੋਂ ਉਹ ਗਹਿਰਾਈ 'ਚ ਚਲਾ ਜਾਂਦਾ, ਜਿੱਦਾਂ ਹੁਣ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ, ਅੰਦਰ ਫਿਰ ਵੀ ਉਹ ਧੁਨੀ ਚੱਲ ਰਹੀ ਹੈ, ਅਸੀਂ ਸੋਈਏ ਤਾਂ ਵੀ ਅੰਦਰ ਧੁਨੀ ਚੱਲ ਰਹੀ ਹੈ। ਫਿਰ ਤਾਂ ਉਹ ਚੀਜ਼ ਹੋ ਜਾਂਦੀ ਹੈ ਕਿ ਅੰਦਰ ਹਰ ਵੇਲੇ ਉੱਠਦੇ ਬੈਠਦੇ, ਜਿੱਦਾਂ ਬੁੱਲੇ ਸ਼ਾਹ ਨੇ ਕਿਹਾ, 24,000 ਨਮਾਜ਼ ਫਕਰ ਦੀ ਤੂੰ 5 ਕਿਹੜੀਆਂ ਪੜਦਾ। ਉਹ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਜਿਹੜਾ ਮੌਲਾ ਮੌਲਾ ਕਰਦਾ। ਬੋਲੋ, ਸਮਝਦੇ ਹੋ ਕਿ ਨਹੀਂ? ਅਭਿਆਸ, ਪ੍ਰੈਕਟਿਸ, ਮਿਹਨਤ। ਇਸੇ ਲਈ ਤਾਂ ਅਸੀਂ ਇੱਕ ਗੱਲ ਕਹਿਣੀ ਚਾਹਾਂਗੇ, ਮਦਾਰੀ ਦੇ ਬੱਚੇ ਤੋਂ ਸਾਨੂੰ ਇੱਕ ਗੱਲ ਯਾਦ ਆ ਗਈ ਕਿ ਅਗਰ ਦੇਖਿਆ ਜਾਵੇ ਤਾਂ ਜ਼ਿੰਦਗੀ ਇੱਕ ਸਰਕਸ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਸਰਕਸ। ਹੁਣ ਸਰਕਸ ਅਸੀਂ ਕਿਉਂ ਕਹਿ ਰਹੇ ਹਾਂ? ਕਿਉਂਕਿ ਸਰਕਸ ਕਦੀ ਦੇਖੀ? ਕਿਹੜੇ ਕਿਹੜੇ ਜੀਵ ਨੇ ਸਰਕਸ ਦੇਖੀ ਆਪਣੇ ਜੀਵਨ 'ਚ? ਜਰਾ ਹੱਥ ਖੜਾ ਕਰਕੇ ਦੱਸਿਓ। ਕਾਫੀ ਜੀਵਾਂ ਨੇ ਦੇਖੀ ਹੈ ਸਰਕਸ। ਇਹ ਸਰਕਸ ਦੇ ਵਿੱਚ ਇੱਕ ਤੁਸੀਂ ਦੇਖਦੇ ਹੋ ਕਿ ਜਦੋਂ ਉੱਪਰ ਝੂਲਾ ਹੁੰਦਾ ਹੈ, ਝੂਲਾ ਹੁੰਦਾ ਨਾ ਉੱਪਰ ਹਵਾ ਦੇ ਵਿੱਚ, ਜ਼ਮੀਨ ਤੋਂ ਕਈ ਫੁੱਟ ਉੱਚਾ, ਉਹ ਝੂਲੇ ਵਿੱਚ ਕੀ ਹੁੰਦਾ ਹੈ ਕਿ ਇੱਧਰ ਇੱਕ ਆਦਮੀ ਨੇ ਆਪਣੇ ਪੈਰ ਫਸਾਏ ਹੁੰਦੇ ਆ, ਸਿਰ ਥੱਲੇ ਨੂੰ ਹੁੰਦਾ ਹੈ, ਤਾਂ ਦੂਜੇ ਪਾਸੇ ਇੱਕ ਲੜਕੀ ਹੁੰਦੀ ਹੈ ਜਾਂ ਕੋਈ ਲੜਕਾ ਹੁੰਦਾ ਹੈ, ਉਹ ਦੂਜੇ ਝੂਲੇ ਤੋਂ ਝੂਲਦਾ ਆਂਦਾ ਹੈ ਔਰ ਆ ਕੇ ਆਪਣੇ ਹੱਥ ਛੱਡ ਦਿੰਦਾ ਹੈ, ਬਾਜੀ ਖਾਂਦਾ ਹੈ, ਤਾਂ ਦੂਜਾ ਆਦਮੀ ਉਹਨੂੰ ਪਕੜ ਲੈਂਦਾ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਥੱਲੇ ਨੈਟ ਲਾਇਆ ਹੁੰਦਾ ਹੈ, ਪਰ ਕਈ ਜਗ੍ਹਾ ਉਹ ਵੀ ਹੁੰਦੀ ਜਿੱਥੇ ਥੱਲੜਾ ਨੈਟ ਵੀ ਖੋਲ ਦਿੰਦੇ ਆ। ਤਾਂ ਹੁਣ ਇੱਕ ਗੱਲ ਤੁਹਾਨੂੰ ਪੁੱਛਾਂਗੇ, ਕਿ ਇੱਥੇ ਥੋੜਾ ਜਿਹਾ ਵਿਚਾਰ ਕਰਨਾ, ਅਸੀਂ ਜ਼ਿੰਦਗੀ ਨੂੰ ਸਰਕਸ ਕਿਉਂ ਕਹਿ ਰਹੇ ਹਾਂ? ਹੁਣ ਜੇ ਤੁਹਾਨੂੰ ਪੁੱਛਾਂਗੇ ਤਾਂ ਇੱਕ ਸਵਾਲ ਦਾ ਸਾਨੂੰ ਜਵਾਬ ਦਿਓ ਕਿ ਇਹ ਸਾਰੀ ਗੇਮ ਕਿਸ ਚੀਜ਼ ਤੇ ਸਿਰ ਤੇ ਚੱਲਦੀ ਹੈ? ਇਹ ਸਾਰੀ ਸਰਕਸ ਦਾ ਜੋ ਵੀ ਰੋਲ ਪਲੇ ਹੋ ਰਿਹਾ ਹੈ, ਇਹ ਕਿਸ ਚੀਜ਼ ਦੇ ਸਿਰ ਤੇ ਚੱਲਦਾ ਹੈ? ਜਵਾਬ ਹੈ ਕਿਸੇ ਨੂੰ? ਅਭਿਆਸ ਦੇ ਔਰ ਨਾਲ ਨਾਲ ਵਿਸ਼ਵਾਸ ਦੇ। ਕਿਉਂਕਿ ਜ਼ਰਾ ਸੋਚੋ ਕਿ ਇੱਕ ਆਦਮੀ ਉਲਟਾ ਲਟਕਿਆ ਹੋਇਆ ਹੈ, ਦੂਜਾ ਆਦਮੀ ਆਂਦਾ ਹੈ, ਉਸ ਹਵਾ ਦੇ ਵਿੱਚ ਕਲਾਬਾਜੀ ਖਾ ਕੇ ਆਪਣੇ ਹੱਥ ਛੱਡ ਦਿੰਦਾ ਹੈ, ਤਾਂ ਕਿਸ ਵਿਸ਼ਵਾਸ ਤੇ? ਇਸ ਵਿਸ਼ਵਾਸ ਤੇ ਕਿ ਅਗਲੇ ਨੇ ਮੈਨੂੰ ਪਕੜ ਲੈਣਾ ਹੈ, ਗਿਰਨ ਨਹੀਂ ਦੇਣਾ। ਠੀਕ ਹੈ, ਮੁਸ਼ਕਿਲ ਹੈ ਕਿਉਂਕਿ ਐਡੀ ਉਚਾਈ ਤੇ ਖੜੇ ਹੈ, ਉਹ ਐਡੀ ਉਚਾਈ ਤੇ ਕਰਤਬ ਚੱਲ ਰਿਹਾ ਹੈ, ਬਹੁਤ ਔਖਾ ਹੈ। ਅਗਰ ਗਿਰਦਾ ਹੈ, ਸਿਰ ਦੇ ਵੱਲ ਗਿਰ ਗਿਆ ਤਾਂ ਬੰਦਾ ਖਤਮ, ਜਾਨ ਜਾ ਸਕਦੀ ਹੈ, ਪਰ ਫਿਰ ਵੀ ਉਹ ਆਪਣੇ ਹੱਥ ਛੱਡ ਦਿੰਦਾ ਹੈ। ਜ਼ਰਾ ਸੋਚੋ, ਜੇ 1% ਵੀ ਵਿਸ਼ਵਾਸ ਦੀ ਕਮੀ ਹੋਵੇ ਤਾਂ ਦੂਜਾ ਆਦਮੀ ਆਪਣੇ ਹੱਥ ਛੱਡੇਗਾ? ਨਹੀਂ।
ਜੇ ਉਹਦੇ ਅੰਦਰ 1% ਵੀ ਸ਼ੰਕਾ ਹੋਵੇ ਕਿ ਲੈ ਵੀ ਜੇ ਮੈਂ ਹੱਥ ਛੱਡੇ ਤਾਂ ਮੈਂ ਮਰ ਜਾਣਾ, ਉਹਨਾਂ ਮੈਨੂੰ ਫੜ ਨਹੀਂ ਪਾਣਾ, ਇਹਦਾ ਮਤਲਬ ਉਹਦੇ ਅੰਦਰ ਪੂਰਾ ਵਿਸ਼ਵਾਸ ਹੈ, 100% ਵਿਸ਼ਵਾਸ ਹੈ ਉਸਦੇ ਅੰਦਰ ਕਿ ਜੇ ਮੈਂ ਹੱਥ ਛੱਡੇ ਵੀ ਤਾਂ ਦੂਸਰਾ ਹੈ ਮੈਨੂੰ ਸੰਭਾਲਣ ਵਾਲਾ। ਔਰ ਜਿਸ ਵੇਲੇ ਉਹ ਛੱਡਦਾ ਹੈ, ਜੰਪ ਕਰਦਾ ਹੈ, ਦੂਜਾ ਉਹਨੂੰ ਪਕੜ ਲੈਂਦਾ ਹੈ, ਤਾਂ ਲੋਕ ਕਿੰਨੀਆਂ ਤਾੜੀਆਂ ਵਜਾਉਂਦੇ ਕਿ ਲੈ ਬਈ ਇਹ ਸਰਕਸ ਸਫਲ ਹੋ ਗਈ। ਔਰ ਫਿਰ ਇੱਕ ਦੂਜਾ ਸਟੈਪ ਵੀ ਤੁਸੀਂ ਦੇਖਿਆ ਹੋਣਾ ਸਰਕਸ ਦੇ ਵਿੱਚ ਕਿ ਇੱਕ ਆਦਮੀ ਅੱਖਾਂ ਤੇ ਪੱਟੀ ਬੰਨ੍ਹ ਲੈਂਦਾ, ਉਹਦੇ ਹੱਥੇ ਛੁਰੀ ਹੈ, ਸਾਹਮਣੇ ਲੜਕੀ ਨੂੰ ਖੜਾ ਕਰ ਦਿੰਦਾ, ਉਹਦੇ ਸਿਰ ਤੇ ਸੇਬ ਰੱਖ ਦਿੰਦਾ ਹੈ, ਜਾਂ ਕਈ ਵਾਰਾਂ ਉਹਦੇ ਹੱਥੇ ਬੰਦੂਕ ਹੁੰਦੀ ਹੈ, 에ਅਰ ਗਨ ਹੁੰਦੀ ਹੈ, ਜਿਹਦੇ ਨਾਲ ਉਹ ਨਿਸ਼ਾਨਾ ਲਾਉਂਦਾ ਹੈ। ਹੁਣ ਜ਼ਰਾ ਸੋਚੋ, ਅੱਖਾਂ ਤੇ ਪੱਟੀ ਹੈ, ਉਹ ਛੁਰੀ ਮਾੜੀ ਜਿਹੀ ਉੱਪਰ ਥੱਲੇ ਹੋ ਜਾਵੇ ਤਾਂ ਕੀ ਹੋਏਗਾ? ਉੱਥੇ ਵੀ ਕੀ ਹੈ? ਦੋ ਚੀਜ਼ਾਂ, ਇੱਕ ਅਭਿਆਸ ਔਰ ਦੂਜਾ ਵਿਸ਼ਵਾਸ। ਕਿਉਂਕਿ ਜਿਹੜਾ ਉੱਥੇ ਖੜਾ ਹੈ ਨਾ ਸਾਹਮਣੇ, ਉਹਨੂੰ ਵਿਸ਼ਵਾਸ ਹੈ ਮਾਰਨ ਵਾਲੇ ਤੇ ਕਿ ਜੇ ਅੱਖਾਂ ਦੇ ਪੱਟੀ ਵੀ ਹੈ ਤਾਂ ਵੀ ਮੈਨੂੰ ਵਿਸ਼ਵਾਸ ਹੈ ਕਿ ਉਹਦਾ ਨਿਸ਼ਾਨਾ ਸਹੀ ਜਗ੍ਹਾ ਲੱਗਣਾ ਹੈ। ਤਾਂ ਤੁਹਾਨੂੰ ਦੋ ਚੀਜ਼ਾਂ ਕਵਾਂਗੇ, ਕਿਉਂਕਿ ਇਹ ਅਸੀਂ ਸਰਕਸ ਦੀ ਗੱਲ ਕਿਉਂ ਕੀਤੀ ਔਰ ਕਿਉਂਕਿ ਇਹ ਜ਼ਿੰਦਗੀ ਇੱਕ ਸਰਕਸ ਹੈ, ਕਿਉਂਕਿ ਇਹ ਦੋ ਚੀਜ਼ਾਂ ਸਾਨੂੰ ਗਿਆਨ ਦਿੰਦੀਆਂ ਹੈ, ਅਭਿਆਸ ਦਾ ਔਰ ਦੂਜਾ ਵਿਸ਼ਵਾਸ ਦਾ। ਅਭਿਆਸ ਤੁਸੀਂ ਕਰਨਾ ਹੈ, ਯਾਨੀ ਤੁਰਦੇ ਫਿਰਦੇ ਸਿਮਰਨ ਕਰਨ ਦਾ ਅਭਿਆਸ ਇਨਸਾਨ ਨੇ ਕਰਨਾ ਹੈ, ਤਾਂ ਵਿਸ਼ਵਾਸ ਆਪਣੇ ਮਾਲਿਕ ਤੇ ਰੱਖਣਾ ਹੈ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ, ਪੂਰਾ ਯਕੀਨ ਹੈ ਕਿ ਜੇ ਜੀਵਨ 'ਚ ਮੁਸ਼ਕਿਲ ਹੈ, ਤਕਲੀਫ ਹੈ, ਦੁੱਖ ਵੀ ਹੈ, ਤਾਂ ਵੀ ਮੇਰੇ ਮਾਲਿਕ ਮੈਨੂੰ ਕਦੀ ਗਿਰਨ ਨਹੀਂ ਦੇਗਾ। ਮੈਨੂੰ ਆਪਣੇ ਮਾਲਿਕ ਤੇ ਪੂਰਾ ਯਕੀਨ ਹੈ। ਸਮਝ ਆ ਰਹੀ ਹੈ ਕਿ ਨਹੀਂ? ਕਿਉਂਕਿ ਜੇ ਜੀਵਨ 'ਚ ਪਰੇਸ਼ਾਨੀਆਂ ਹੈ, ਤਕਲੀਫਾਂ ਹੈ, ਦੁੱਖ ਹੈ, ਚਿੰਤਾਵਾਂ ਹੈ, ਤਾਂ ਇੱਕ ਗੱਲ ਯਾਦ ਰੱਖੋ, ਬਸ ਤੁਸੀਂ ਸਿਮਰਨ ਦਾ ਅਭਿਆਸ ਕਰਨਾ ਹੈ, ਆਪਣੇ ਮਾਲਿਕ ਦੀ ਬੰਦਗੀ ਦਾ ਅਭਿਆਸ ਕਰਨਾ ਹੈ, ਤਾਂ ਦੂਜੇ ਪਾਸੇ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਰੱਖਣਾ ਹੈ। ਜਦੋਂ ਵਿਸ਼ਵਾਸ ਰੱਖਾਂਗੇ ਤਾਂ ਜਿੱਦਾਂ ਇੱਕ ਆਦਮੀ ਦੂਜੇ ਆਦਮੀ ਤੇ ਵਿਸ਼ਵਾਸ ਕਰਦਾ ਹੈ ਤਾਂ ਆਪਣੇ ਹੱਥ ਛੱਡ ਦਿੰਦਾ ਉਸ ਹਵਾ 'ਚ, ਉਹਨੂੰ ਪਤਾ ਮੈਨੂੰ ਇਹਨਾਂ ਪਕੜ ਲੈਣਾ ਹੈ, ਤਾਂ ਜਦੋਂ ਉਸ ਤੇ ਵਿਸ਼ਵਾਸ ਕਰ ਸਕਦਾ ਹੈ ਤਾਂ ਕੀ ਅਸੀਂ ਆਪਣੇ ਮਾਲਿਕ ਤੇ ਵਿਸ਼ਵਾਸ ਨਹੀਂ ਕਰ ਸਕਦੇ ਜੋ ਸਾਰੀ ਦੁਨੀਆ ਨੂੰ ਸੰਭਾਲ ਰਿਹਾ ਹੈ? ਜਰਾ ਸੋਚ ਕੇ ਦੇਖੋ, ਕੀ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ? ਜੇ ਉਸ ਤੇ ਵਿਸ਼ਵਾਸ ਰੱਖਾਂਗੇ ਤਾਂ ਉਹ ਕਦੀ ਸਾਨੂੰ ਗਿਰਨ ਨਹੀਂ ਦੇਗਾ। ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਿਸ ਤਰ੍ਹਾਂ ਇੱਕ ਘੜਾ ਪਾਣੀ ਦਾ ਭਰਿਆ ਹੋ ਨਾ, ਜੇ ਇੱਕ ਜ਼ਹਿਰ ਦੀ ਬੂੰਦ ਪਾ ਦਿਓ ਤਾਂ ਪੂਰਾ ਪਾਣੀ ਜ਼ਹਿਰ ਬਣ ਜਾਂਦਾ ਹੈ। ਇਸੇ ਤਰ੍ਹਾਂ ਜੇ ਸਾਡੇ ਅੰਦਰ ਬੇਯਕੀਨੀ ਆ ਜਾਵੇ, ਜੇ ਸਾਡੇ ਅੰਦਰ ਬੇਵਿਸ਼ਵਾਸੀ ਆ ਜਾਵੇ, ਤਾਂ ਬੇਵਿਸ਼ਵਾਸੀ ਦੀ ਇੱਕ ਬੂੰਦ ਹੀ ਸਾਡੇ ਜੀਵਨ ਨੂੰ ਦੁੱਖਾਂ ਨਾਲ ਭਰ ਦਿੰਦੀ ਹੈ। ਇਸ ਲਈ ਬੇਵਿਸ਼ਵਾਸੀ ਨਹੀਂ ਬਣਨਾ, ਆਪਣੇ ਮਾਲਿਕ ਤੇ ਪੂਰਾ ਅਸੀਂ ਵਿਸ਼ਵਾਸ ਰੱਖਣਾ ਹੈ, ਯਕੀਨ ਰੱਖਣਾ ਹੈ। ਕਿਉਂਕਿ ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੈ, ਫਿਰ ਉਹਨਾਂ ਨੂੰ ਮਾਲਿਕ ਕਦੀ ਗਿਰਨ ਨਹੀਂ ਦਿੰਦਾ, ਫਿਰ ਉਹਨਾਂ ਨੂੰ ਮਾਲਿਕ ਕਦੀ ਠੋਕਰ ਨਹੀਂ ਲੱਗਣ ਦਿੰਦਾ। ਇਸ ਲਈ ਜੇ ਤੁਸੀਂ ਵੀ ਪ੍ਰੇਮ ਨਾਲ, ਵਿਸ਼ਵਾਸ ਨਾਲ ਮਾਲਿਕ ਦੇ ਚਰਨਾਂ 'ਚ ਆਏ ਹੋ ਤਾਂ ਅਸੀਂ ਕੋਈ ਗੱਲ ਕਵਾਂਗੇ ਕਿ ਤੁਸੀਂ ਵੀ ਘਬਰਾਉਣਾ ਨਹੀਂ ਹੈ। ਤੁਹਾਡੇ ਜੀਵਨ 'ਚ ਵੀ ਜਿੰਨੀਆਂ ਮਰਜ਼ੀ ਇਸ ਵੇਲੇ ਮੁਸ਼ਕਿਲਾਂ ਹੈ, ਪਰੇਸ਼ਾਨੀਆਂ ਹੈ, ਚਿੰਤਾਵਾਂ ਹੈ, ਦੁੱਖ ਹੈ, ਪਰ ਤੁਹਾਨੂੰ ਡਰਨ ਦੀ ਲੋੜ ਨਹੀਂ। ਇਹ ਯਕੀਨ ਰੱਖਣਾ ਕਿ ਮੇਰੀ ਸੰਭਾਲ ਕਰਨ ਵਾਲਾ ਮੇਰਾ ਮਾਲਿਕ ਉਹ ਬੈਠਾ ਹੈ, ਮੈਂ ਕਿਉਂ ਚਿੰਤਾ ਕਰਾਂ, ਮੈਂ ਕਿਉਂ ਡਰਾਂ, ਉਹ ਮੇਰੀ ਰੱਖਿਆ ਕਰੇਗਾ, ਮੇਰੀ ਸੰਭਾਲ ਕਰੇਗਾ। ਇਸ ਲਈ ਬੁੱਲੇ ਸ਼ਾਹ ਦੇ ਕਲਾਮ ਨੂੰ ਹੁਣ ਅੱਗੇ ਲੈ ਕੇ ਚੱਲੀਏ ਕਿ ਹਰ ਕੰਮ ਦਮ ਨਾਲ ਕਰ ਯਾਦ ਤੂੰ ਰੱਬ ਨੂੰ, ਕਿਤੇ ਖੁੰਝ ਨਾ ਜਾਏ ਵੇਲਾ, ਕਿਉਂਕਿ ਇਹ ਵੇਲਾ, ਇਹ ਸਮਾਂ ਹੌਲੀ ਹੌਲੀ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਹੈ। ਇਸ ਲਈ ਹਰ ਕੰਮ ਨਾਲ, ਹਰ ਦਮ ਨਾਲ ਮੈਂ ਆਪਣੇ ਰੱਬ ਨੂੰ ਯਾਦ ਰੱਖਾਂ। ਔਰ ਅਗਲੀ ਲਾਈਨ 'ਚ ਬੁੱਲੇ ਸ਼ਾਹ ਕਹਿੰਦੇ ਹੈ ਕਿ ਹਰ ਕੰਮ ਦਮ ਨਾਲ ਕਰ ਯਾਦ ਤੂੰ ਰੱਬ ਨੂੰ, ਕਿਤੇ ਖੁੰਝ ਨਾ ਜਾਏ ਵੇਲਾ, ਬਿਨਾ ਬੰਦਗੀ ਬੰਦਿਆ ਤੇਰਾ ਮੁੱਲ ਨਹੀਂ ਪੈਣਾ ਢੇਲਾ, ਰੰਗ ਤਮਾਸ਼ੇ ਦੁਨੀਆ ਵਾਲੇ 4 ਦਿਨਾਂ ਦਾ ਖੇਲਾ। ਔਰ ਆਖਰਲੀ ਲਾਈਨ 'ਚ ਬੁੱਲੇ ਸ਼ਾਹ ਕਹਿੰਦੇ ਕਿ ਰੰਗ ਤਮਾਸ਼ੇ ਦੁਨੀਆ ਵਾਲੇ 4 ਦਿਨਾਂ ਦਾ ਖੇਲਾ, ਬੁੱਲੇ ਸ਼ਾਹ ਬਿਨ ਮੁਰਸ਼ਿਦ ਪਿਆਰੇ ਅੰਤ ਜਾਣਾ ਪਊ ਅਕੇਲਾ। ਇਸ ਲਈ ਦੇਖੋ ਬੁੱਲੇ ਸ਼ਾਹ ਕੀ ਇਸ਼ਾਰਾ ਕਰਦੇ ਹੈ। ਉਹ ਬੁੱਲੇ ਸ਼ਾਹ ਕਹਿੰਦੇ ਕਿ ਉਹ ਪ੍ਰਮਾਤਮਾ ਦੀ ਬੰਦਗੀ ਕਰ, ਉਹ ਪ੍ਰਮਾਤਮਾ ਦਾ ਸਿਮਰਨ ਕਰ, ਕਿਉਂਕਿ ਬਿਨਾਂ ਬੰਦਗੀ ਬੰਦਿਆ ਤੇਰਾ ਮੁੱਲ ਨਹੀਂ ਪੈਣਾ ਢੇਲਾ। ਕਿ ਜੇ ਤੁਹਾਡੇ ਜੀਵਨ 'ਚ ਸ਼ਬਦ ਨਹੀਂ ਹੈ, ਤੁਹਾਡੇ ਜੀਵਨ 'ਚ ਸਿਮਰਨ ਨਹੀਂ ਹੈ, ਤੁਹਾਡੇ ਜੀਵਨ 'ਚ ਪ੍ਰਭੂ ਦਾ ਨਾਮ ਨਹੀਂ ਹੈ, ਤੁਹਾਡੇ ਅੰਦਰ ਪ੍ਰਭੂ ਦਾ ਵਿਸ਼ਵਾਸ ਨਹੀਂ ਹੈ, ਤਾਂ ਕਹਿੰਦੇ ਫਿਰ ਤੇਰੇ ਜੀਵਨ ਦਾ ਮੁੱਲ ਨਹੀਂ ਪੈਣਾ। ਕਿਉਂਕਿ ਜੀਵਨ ਦੀ ਕੀਮਤ ਉਹਨਾਂ ਦੀ ਪੈਂਦੀ ਹੈ ਜਿਨ੍ਹਾਂ ਅੰਦਰ ਵਿਸ਼ਵਾਸ ਹੈ, ਜਿਨ੍ਹਾਂ ਅੰਦਰ ਪ੍ਰਮਾਤਮਾ ਦਾ ਨਾਮ ਹੈ। ਇਸ ਲਈ ਸ਼ਬਦ ਨਾਲ ਜੁੜੋ, ਨਾਮ ਦੇ ਨਾਲ ਜੁੜੋ, ਉੱਠਦੇ ਬੈਠਦੇ ਤੁਰਦੇ ਫਿਰਦੇ ਆਪਣੇ ਰੱਬ ਦੀ ਬੰਦਗੀ ਕਰੋ, ਕਿਉਂਕਿ ਬਿਨਾਂ ਬੰਦਗੀ ਬੰਦਿਆ ਤੇਰਾ ਮੁੱਲ ਨਹੀਂ ਪੈਣਾ ਢੇਲਾ। ਢੇਲੇ ਦਾ ਮਤਲਬ ਸਮਝਦੇ ਹੋ ਨਾ? ਪਹਿਲੇ ਸਮੇਂ 'ਚ ਉਹ ਕਹਿੰਦੇ ਤੂੰ ਤਾਂ ਢੇਲੇ ਦਾ ਕੰਮ ਨਹੀਂ ਕਰਦਾ, ਯਾਨੀ ਤੇਰੀ ਜ਼ਿੰਦਗੀ ਤਾਂ ਢੇਲੇ ਦੀ ਵੀ ਹੈ ਨਹੀਂ ਜੇ ਤੇਰੇ ਜੀਵਨ 'ਚ ਰੱਬ ਦਾ ਨਾਮ ਨਹੀਂ ਹੈ।
ਰੰਗ ਤਮਾਸ਼ੇ ਦੁਨੀਆ ਵਾਲੇ 4 ਦਿਨਾਂ ਦਾ ਖੇਲਾ। ਉਹ ਕਹਿੰਦੇ ਜਿਹੜੇ ਦੁਨੀਆ ਦੇ ਰੰਗ ਤਮਾਸ਼ੇ ਹੈ, ਜਿਨ੍ਹਾਂ ਦੇ ਪਿੱਛੇ ਲੱਗ ਕੇ ਤੂੰ ਆਪਣੇ ਰੱਬ ਨੂੰ ਭੁੱਲ ਗਿਆ, ਇਹ ਤਾਂ 4 ਦਿਨਾਂ ਦਾ ਖੇਲ ਹੈ, ਅੱਜ ਹੈ ਕੱਲ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ। ਇਸ ਲਈ ਅੰਤਿਮ ਲਾਈਨ 'ਚ ਬੁੱਲੇ ਸ਼ਾਹ ਕਹਿੰਦੇ ਹੈ ਕਿ ਬੁੱਲੇ ਸ਼ਾਹ ਬਿਨ ਮੁਰਸ਼ਦ ਪਿਆਰੇ ਅੰਤ ਜਾਣਾ ਪਊ ਅਕੇਲਾ। ਇਸ ਲਈ ਕਹਿੰਦੇ ਜੇ ਤੇਰੇ ਜੀਵਨ 'ਚ ਸਤਿਗੁਰ ਨਹੀਂ ਹੈ, ਮੁਰਸ਼ਦ ਨਹੀਂ ਹੈ, ਤਾਂ ਫਿਰ ਤੈਨੂੰ ਅਕੇਲੇ ਨੂੰ ਜਾਣਾ ਪੈਣਾ, ਕਿਉਂਕਿ ਜਿਹੜਾ ਗੁਰੂ ਵਾਲਾ ਹੁੰਦਾ ਹੈ ਫਿਰ ਸਤਿਗੁਰ ਇੱਥੇ ਉੱਥੇ ਰਖਵਾਲਾ, ਮੇਰਾ ਸਤਿਗੁਰ ਦੀਨ ਦਿਆਲਾ, ਫਿਰ ਉਹਨੂੰ ਡਰ ਨਹੀਂ ਹੈ, ਉਹਨੂੰ ਪਤਾ ਇੱਥੇ ਵੀ ਉੱਥੇ ਵੀ ਮੇਰਾ ਸਤਿਗੁਰ ਮੇਰੀ ਸੰਭਾਲ ਕਰੇਗਾ, ਮੇਰੀ ਰੱਖਿਆ ਕਰੇਗਾ। ਇਸ ਲਈ ਤੁਸੀਂ ਵੀ ਆਪਣੇ ਅੰਦਰ ਵਿਸ਼ਵਾਸ ਰੱਖੋ, ਆਪਣੇ ਅੰਦਰ ਯਕੀਨ ਰੱਖੋ। ਔਰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਜਿਹਦੇ ਅੰਦਰ ਵਿਸ਼ਵਾਸ ਹੁੰਦਾ ਨਾ, ਉਹ ਛੋਟੀ ਛੋਟੀਆਂ ਚੀਜ਼ਾਂ ਤੋਂ ਗਿਆਨ ਲੈਂਦਾ ਹੈ। ਹੁਣ ਅਸੀਂ ਦਸੀਏ, ਕੱਲ ਹੀ ਇੱਕ ਚਿੱਠੀ ਆਈ, ਇੱਕ ਕੰਪਨੀ ਤੋਂ ਚਿੱਠੀ ਆਈ, ਜਦੋਂ ਚਿੱਠੀ ਦੇਖ ਰਹੇ ਸੀ ਉੱਤੇ ਇੱਕ ਸਟੈਂਪ ਪੈਡ ਲੱਗੀ ਹੋਈ ਸੀ। ਅਸੀਂ ਜਦੋਂ ਸਟੈਂਪ ਪੈਡ ਨੂੰ ਦੇਖ ਰਹੇ ਸੀ, ਉਹਨੂੰ ਦੇਖ ਕੇ ਹੀ ਕਿ ਵਾਹ, ਇਹ ਸਟੈਂਪ ਪੈਡ ਕਿੰਨਾ ਬੜਾ ਗਿਆਨ ਦਿੰਦੀ ਹੈ। ਸਟੈਂਪ ਪੈਡ ਹੁੰਦੀ ਨਾ ਚਿੱਠੀ ਦੇ ਉੱਪਰ ਲੱਗੀ, ਇਹ ਕਿੰਨਾ ਬੜਾ ਗਿਆਨ ਦਿੰਦੀ ਹੈ। ਹੁਣ ਜ਼ਰਾ ਤੁਸੀਂ ਦੱਸੋਗੇ ਕਿਹੜਾ ਗਿਆਨ ਦਿੰਦੀ ਹੈ ਉਹ? ਹੁਣ ਦੇਖੋ, ਉਹ ਛੋਟੀ ਜਿਹੀ ਸਟੈਂਪ ਚਿੱਠੀ ਨਾਲ ਚਿਪਕਦੀ ਹੈ, ਇਦਾਂ ਜੁੜ ਜਾਂਦੀ ਹੈ ਕਿ ਜਦ ਤੱਕ ਮੰਜ਼ਿਲ ਤੇ ਨਹੀਂ ਪਹੁੰਚ ਜਾਂਦੀ ਉਹਦਾ ਸਾਥ ਨਹੀਂ ਛੱਡਦੀ। ਯਾਨੀ ਛੋਟੀ ਜਿਹੀ ਸਟੈਂਪ ਚਿੱਠੀ ਨੂੰ ਮੰਜ਼ਿਲ ਤੇ ਪਹੁੰਚਾ ਕੇ ਛੱਡਦੀ ਹੈ, ਰਸਤੇ 'ਚ ਨਹੀਂ ਉਤਰਦੀ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਮੁਰਸ਼ਿਦ ਦੇ ਨਾਲ, ਰੱਬ ਦੇ ਨਾਮ ਨਾਲ ਇਦਾਂ ਸਟੈਂਪ ਵਾਂਗੂ ਚਿਪਕ ਜਾਓ ਕਿ ਜਦ ਤੱਕ ਤੁਹਾਨੂੰ ਮੰਜ਼ਿਲ ਨਾ ਮਿਲ ਜਾਵੇ ਤੁਸੀਂ ਵੀ ਸ਼ਬਦ ਨੂੰ ਛੱਡਣਾ ਨਹੀਂ ਹੈ, ਹਰ ਵੇਲੇ ਜਪਦੇ ਰਹਿਣਾ ਹੈ, ਦੁਹਰਾਉਂਦੇ ਰਹਿਣਾ ਹੈ। ਇੱਕ ਛੋਟੀ ਜਿਹੀ ਸਟੈਂਪ ਸਾਨੂੰ ਕਿੰਨਾ ਗਿਆਨ ਦਿੰਦੀ ਹੈ ਕਿ ਰੱਬ ਦੇ ਨਾਲ ਇਦਾਂ ਚਿਪਕ ਜਾਓ, ਆਪਣੇ ਮੁਰਸ਼ਿਦ ਦੇ ਨਾਲ ਇਦਾਂ ਵਿਸ਼ਵਾਸ ਨਾਲ ਲੱਗ ਜਾਓ ਕਿ ਜਦ ਤੱਕ ਸਾਨੂੰ ਮੰਜ਼ਿਲ ਨਾ ਮਿਲੇ ਮੈਂ ਪਿੱਛੇ ਨਹੀਂ ਹਟਣਾ। ਔਰ ਜਿਹੜਾ ਵਿਸ਼ਵਾਸ ਨਾਲ ਹੋ ਜਾਂਦਾ ਸਤਿਗੁਰ ਦਾ, ਜੁੜਦਾ ਹੈ ਪ੍ਰਭੂ ਦੇ ਨਾਮ ਦੇ ਨਾਲ, ਫਿਰ ਪ੍ਰਮਾਤਮਾ ਦੇ ਨਾਮ 'ਚ ਵੀ ਇਹ ਸ਼ਕਤੀ ਹੈ ਕਿ ਉਹਨੂੰ ਮੰਜ਼ਿਲ ਤੱਕ ਵੀ ਉਹ ਲੈ ਕੇ ਜਾਂਦਾ ਹੈ। ਇਸ ਲਈ ਤੁਹਾਨੂੰ ਵੀ ਖੁਸ਼ੀਆਂ ਦੀ ਮੰਜ਼ਿਲ ਜ਼ਰੂਰ ਮਿਲੇਗੀ, ਕਾਮਯਾਬੀ ਦੀ ਮੰਜ਼ਿਲ ਜ਼ਰੂਰ ਮਿਲੇਗੀ। ਬਸ ਤੁਸੀਂ ਵੀ ਆਪਣੇ ਅੰਦਰ ਇਹ ਵਿਸ਼ਵਾਸ ਰੱਖਣਾ ਹੈ, ਇਹ ਯਕੀਨ ਰੱਖਣਾ ਹੈ, ਇਹ ਭਰੋਸਾ ਰੱਖਣਾ ਹੈ। ਔਰ ਹੁਣ ਸਮਾਂ ਕਾਫੀ ਹੋ ਗਿਆ, ਥੋੜਾ ਅੰਤਿਮ ਲਫ਼ਜ਼ਾਂ ਵੱਲ ਚਲੀਏ ਹੁਣ, ਯਾਨੀ ਸਤਸੰਗ ਦੀ ਸਮਾਪਤੀ ਵੱਲ ਚਲੀਏ। ਔਰ ਇੱਥੇ ਇਹ ਵੀ ਦੱਸਣਾ ਚਾਹਾਂਗੇ ਕਿ ਗੁਰਬਚਨ ਸਿੰਘ ਜੀ ਨੇ ਦੂਜਾ ਸਵਾਲ ਕੀਤਾ ਸੀ ਕਿ ਮਾਲਕੋ, ਗੰਗਾ ਦੇ ਵਿੱਚ ਅਸਥੀਆਂ ਪ੍ਰਵਾਹ ਕਰਨ ਦੇ ਨਾਲ ਕੀ ਵਾਕਈ ਇਨਸਾਨ ਨੂੰ ਮੁਕਤੀ ਮਿਲ ਜਾਂਦੀ ਹੈ? ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਸੋ ਸਾਡਾ ਵਿਚਾਰ ਪੁੱਛਿਆ ਹੈ ਤੇ ਅਸੀਂ ਆਪਣਾ ਵਿਚਾਰ ਦੱਸਾਂਗੇ। ਤਾਂ ਇੱਥੇ ਅਸੀਂ ਆਪਣਾ ਵਿਚਾਰ ਦੱਸਣ ਤੋਂ ਪਹਿਲਾਂ ਇਹ ਥੋੜੀ ਜਿਹੀ ਗੱਲ ਕਹਿਣੀ ਚਾਹਾਂਗੇ, ਸ਼ਾਰਟ ਵਿੱਚ ਹੀ ਇਹ ਗੱਲ ਕਰਾਂਗੇ ਅਸੀਂ, ਕਿਉਂਕਿ ਟਾਈਮ ਕਾਫੀ ਹੋ ਗਿਆ ਹੈ। ਕਿ ਇੱਥੋਂ ਆਪਣਾ ਵਿਚਾਰ ਦੱਸਣ ਤੋਂ ਪਹਿਲਾਂ ਇੱਕ ਚੀਜ਼ ਇਹ ਦੱਸਣੀ ਚਾਹਾਂਗੇ ਤੁਹਾਨੂੰ ਕਿ ਆਪਣੇ ਭਾਰਤ ਦੇ ਇੱਕ ਬਹੁਤ ਬੜੇ ਸਾਇੰਟਿਸਟ ਹੋਏ ਹੈ, ਔਰ ਕਈ ਜਗ੍ਹਾ ਤਾਂ ਲਿਖਿਆ ਕਿ ਭਾਰਤ ਦੇ ਪਹਿਲੇ ਸਾਇੰਟਿਸਟ ਸੀ ਉਹ ਜਗਦੀਸ਼ ਚੰਦਰ ਵਸੂ। ਨਾਮ ਸੁਣਿਆ ਕਿ ਨਹੀਂ ਕਿਸੇ ਨੇ? ਕਿ ਜਿਨ੍ਹਾਂ ਨੇ ਬਨਸਪਤੀ ਤੇ ਜਾਂ ਕਈਆਂ ਚੀਜ਼ਾਂ ਤੇ ਬੜੀ ਖੋਜ ਕੀਤੀ। ਤਾਂ ਜਗਦੀਸ਼ ਚੰਦਰ ਵਸੂ ਨੇ ਆਪਣੇ ਇੱਕ ਜਗ੍ਹਾ ਬੜਾ ਪਿਆਰਾ ਲਿਖਿਆ ਹੈ, ਉਹਨਾਂ ਨੇ ਗੰਗਾ ਦੇ ਬਾਰੇ ਲਿਖਿਆ ਹੈ, ਗੰਗਾ ਜਲ ਦੇ ਬਾਰੇ ਲਿਖਿਆ ਹੈ ਕਿ ਗੰਗਾ ਨਦੀ ਸੰਸਾਰ ਦੀ ਸਭ ਤੋਂ ਪਵਿੱਤਰ ਨਦੀ ਹੈ। ਕਿਉਂਕਿ ਸਵਾਲ ਆਇਆ ਤਾਂ ਥੋੜਾ ਦੱਸਣ ਲੱਗੇ ਆ, ਫਿਰ ਸਤਸੰਗ ਦੀ ਸਮਾਪਤੀ ਵੀ ਕਰਨੀ ਹੈ ਅਸੀਂ। ਉਹਨਾਂ ਨੇ ਕਿਹਾ ਗੰਗਾ ਨਦੀ ਸੰਸਾਰ ਦੀ ਸਭ ਤੋਂ ਪਵਿੱਤਰ ਨਦੀ ਹੈ, ਔਰ ਗੰਗਾ ਜਲ ਦੀ ਤੁਲਨਾ ਸੰਸਾਰ ਦੀ ਕਿਸੇ ਨਦੀ ਦੇ ਪਾਣੀ ਨਾਲ ਨਹੀਂ ਕੀਤੀ ਜਾ ਸਕਦੀ। ਔਰ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਸਾਡੇ ਭਾਰਤ ਦੇਸ਼ ਵਿੱਚ ਜਿਹੜੀ ਗੰਗਾ ਨਦੀ ਵਹਿੰਦੀ ਹੈ, ਇੱਕ ਭਾਰਤ ਦੀ ਸਭ ਤੋਂ ਅਨਮੋਲ ਧਰੋਹਰ ਹੈ, ਕਿਉਂਕਿ ਇਹ ਨਦੀ ਵਿੱਚ ਕੁਝ ਐਸੇ ਖਣਿਜ ਪਦਾਰਥ ਹੈ, ਯਾਨੀ ਕੁਝ ਐਸੇ ਤੱਤ ਮਿਕਸ ਹੈ ਕਿ ਇਹਦਾ ਪਾਣੀ ਕਦੀ ਖਰਾਬ ਨਹੀਂ ਹੁੰਦਾ। ਔਰ ਉਹਨਾਂ ਨੇ ਰਿਸਰਚ ਕੀਤੀ, ਜਦੋਂ ਗੰਗੋਤਰੀ ਤੋਂ ਪਾਣੀ ਲਿਆ, ਰਿਸਰਚ ਕੀਤੀ ਆਪਣੀ ਲੈਬ ਦੇ ਵਿੱਚ ਜਾ ਕੇ ਉਸ ਪਾਣੀ ਦੇ ਉੱਪਰ। ਉਹ ਕਹਿੰਦੇ ਇਹਦੇ 'ਚ ਐਸੇ ਤੱਤ ਮਿਕਸ ਹੈ ਕਿ ਜਿਹਦੇ ਨਾਲ ਕਈ ਬਿਮਾਰੀਆਂ ਦਾ ਉਪਚਾਰ ਅਸੀਂ ਕਰ ਸਕਦੇ ਹਾਂ, ਇਹ ਪਾਣੀ ਕਦੀ ਖਰਾਬ ਨਹੀਂ ਹੋਏਗਾ। ਔਰ ਜਦੋਂ ਅੰਗਰੇਜ਼ਾਂ ਨੂੰ ਇਹ ਗੱਲ ਦਾ ਪਤਾ ਲੱਗਾ, ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਭਾਰਤ ਦੇ ਉੱਪਰ, ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਅਜਮਾਨ ਦੀ ਖਾਤਰ ਇੱਕ ਬਰਤਨ ਦੇ ਅੰਦਰ ਗੰਗਾ ਦਾ ਪਾਣੀ ਲਿਆ ਔਰ ਬਾਈ ਸ਼ਿਪ ਲੰਡਨ ਗਏ, ਪਰ ਉਹ ਗੰਗਾ ਦਾ ਪਾਣੀ ਜੈਸਾ ਸੀ ਵੈਸਾ ਹੀ ਬਣਿਆ ਰਿਹਾ। ਫਿਰ ਉਹਨਾਂ ਨੇ ਆਪਣੀ ਥੇਮਸ ਨਦੀ ਜੋ ਲੰਡਨ ਦੇ ਵਿੱਚ ਹੈ, ਥੇਮਸ ਨਦੀ ਦਾ ਪਾਣੀ ਭਰਿਆ ਔਰ ਲੈ ਕੇ ਤੁਰੇ, ਪਰ ਉਹ ਪਾਣੀ ਕੁਝ ਦਿਨਾਂ 'ਚ ਹੀ ਖਰਾਬ ਹੋ ਗਿਆ। ਅੰਗਰੇਜ਼ਾਂ ਨੇ ਵੀ ਇਹ ਚੀਜ਼ ਮੰਨੀ ਕਿ ਵਾਕਈ ਕਿ ਜੇ ਜਗਦੀਸ਼ ਚੰਦਰ ਵਸੂ ਨੇ ਖੋਜ ਕੀਤੀ ਹੈ ਤੇ ਇਹਦੇ 'ਚ ਸੱਚਾਈ ਹੈ। ਪਰ ਜਗਦੀਸ਼ ਚੰਦਰ ਵਸੂ ਨੇ ਇੱਕ ਗੱਲ ਹੋਰ ਬੜੀ ਪਿਆਰੀ ਕਹੀ ਕਿ ਗੰਗਾ ਨਦੀ ਬੜੀ ਪਵਿੱਤਰ ਨਦੀ ਹੈ, ਜਿਹਦੇ 'ਚ ਇਦਾਂ ਦੇ ਖਣਿਜ ਪਦਾਰਥ ਹੈ ਕਿ ਜਿਹਦੇ ਨਾਲ ਇਨਸਾਨ ਦੇ ਕਈ ਰੋਗਾਂ ਦਾ ਉਪਚਾਰ ਹੋ ਸਕਦਾ ਹੈ। ਪਰ ਉਹ ਦੱਸਦੇ ਕਿ ਜਦੋਂ ਗੰਗਾ ਗੰਗੋਤਰੀ ਚੋਂ ਨਿਕਲਦੀ ਹੈ
ਰਸਤੇ 'ਚ ਆਉਂਦੀ ਹੈ ਤਾਂ ਰਸਤੇ 'ਚ ਕਈ ਹੋਰ ਦੂਸ਼ਿਤ ਪਾਣੀ ਉਹਦੇ 'ਚ ਮਿਕਸ ਹੋ ਜਾਂਦੇ ਹੈ, ਹੋਰ ਨਦੀਆਂ ਨਾਲੇ ਉਹਦੇ 'ਚ ਮਿਲ ਜਾਂਦੇ ਹੈ, ਜਿਹਦੇ ਨਾਲ ਗੰਗਾ ਦੀ ਪਵਿੱਤਰਤਾ ਤਾਂ ਉਹਦੀ ਪੌਸ਼ਟਿਕਤਾ ਘਟਦੀ ਚਲੀ ਜਾਂਦੀ ਹੈ। ਇੱਥੇ ਉਹਨਾਂ ਦੇ ਲਫ਼ਜ਼ਾਂ ਦੀ ਦੱਸਣਾ ਚਾਹਾਂਗੇ ਕਿ ਉਹਨਾਂ ਨੇ ਕਿਹਾ ਕਿ ਜਦੋਂ ਇਨਸਾਨ ਉਹਦੇ 'ਚ ਅਸਥੀਆਂ ਪਾ ਦਿੰਦਾ ਹੈ ਜਾਂ ਕਈ ਵਾਰ ਇਨਸਾਨ ਮੁਰਦੇ ਦਾ ਸਰੀਰ ਨੂੰ ਹੀ ਗੰਗਾ ਦੇ ਵਿੱਚ ਪਾ ਦਿੰਦਾ ਹੈ, ਤਾਂ ਉਹਨਾਂ ਨੇ ਕਿਹਾ ਕਿ ਅਸਥੀਆਂ ਗੰਗਾ 'ਚ ਪਾਉਣ ਨਾਲ, ਮੁਰਦੇ ਦੇ ਸਰੀਰ ਨੂੰ ਗੰਗਾ 'ਚ ਪਾਉਣ ਨਾਲ ਇਹ ਤਾਂ ਪੱਕਾ ਨਹੀਂ ਹੈ ਕਿ ਉਹਨੂੰ ਮੁਕਤੀ ਮਿਲੇਗੀ, ਪਰ ਇਹ ਗੱਲ ਪੱਕੀ ਹੈ ਕਿ ਅਸੀਂ ਆਪਣੀ ਕੀਮਤੀ ਧਰੋਹਰ ਨੂੰ ਜ਼ਰੂਰ ਗੰਦਾ ਕਰ ਰਹੇ ਹਾਂ, ਖਰਾਬ ਕਰ ਰਹੇ ਹਾਂ। ਜ਼ਰਾ ਗੌਰ ਕਰਨਾ। ਉਹ ਕਹਿੰਦੇ ਇਹਦੇ ਬਾਰੇ ਸਰਕਾਰ ਨੂੰ ਇਹ ਕਰਨਾ ਚਾਹੀਦਾ ਹੈ ਕਿ ਗੰਗਾ ਨਦੀ ਨੂੰ ਇਸ ਤਰ੍ਹਾਂ ਸੁਚਮ ਰੱਖਣਾ ਚਾਹੀਦਾ ਹੈ ਤਾਂ ਕਿ ਇਹਦੇ 'ਚ ਕੋਈ ਹੋਰ ਦੂਸ਼ਿਤ ਚੀਜ਼ ਮਲਾਈ ਨਾ ਜਾਵੇ, ਗੰਦੇ ਨਾਲੇ ਨਾ ਗਿਰਨ, ਇਹਦੇ 'ਚ ਗੰਦਗੀ ਨਾ ਪਾਈ ਜਾਵੇ ਜਾਂ ਹੋਰ ਦੂਸ਼ਿਤ ਚੀਜ਼ਾਂ ਨੂੰ ਨਾ ਪਾਇਆ ਜਾਵੇ, ਤਾਂ ਕਿ ਗੰਗਾ ਦੀ ਪਵਿੱਤਰਤਾ ਬਰਕਰਾਰ ਰਵੇ ਔਰ ਗੰਗਾ ਗੰਗੋਤਰੀ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੰਨੀ ਪਵਿੱਤਰ ਹੋਵੇ ਕਿ ਪੂਰਾ ਸੰਸਾਰ ਉਸ ਤੋਂ ਲਾਭ ਲੈ ਸਕੇ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਗੰਗਾ ਦੇ ਅੰਦਰ, ਉਹ ਗੰਗਾ ਪਹਾੜ ਚੋਂ ਨਿਕਲਦੀ ਹੈ, ਉਹ ਪਹਾੜ ਦੇ ਕੁਝ ਐਸੇ ਖਣਿਜ ਤੱਤਵ ਉਹਦੇ ਅੰਦਰ ਹੈ ਕਿ ਉਹ ਉਹਦੇ ਪਾਣੀ ਨੂੰ ਸਮਝ ਲਓ ਇਦਾਂ ਜਿੱਦਾਂ ਜੜੀਆਂ ਬੂਟੀਆਂ ਮਿਲਾ ਕੇ ਕੋਈ ਪਾਣੀ ਤਿਆਰ ਕੀਤਾ ਜਾਂਦਾ ਨਾ, ਉਹਦੇ ਪਾਣੀ ਨੂੰ ਸਪੈਸ਼ਲ ਬਣਾ ਦਿੰਦੇ ਹੈ। ਪਰ ਜਦੋਂ ਉਹਦੇ 'ਚ ਹੋਰ ਗੰਦਗੀ ਸੁੱਟੀ ਜਾਂਦੀ ਹੈ, ਹੋਰ ਆਲੇ ਦੁਆਲੇ ਤੋਂ ਗੰਦਾ ਪਾਣੀ ਆ ਕੇ ਵਿੱਚ ਮਿਕਸ ਹੁੰਦਾ ਹੈ, ਤਾਂ ਕਹਿੰਦੇ ਗੰਗਾ ਦੀ ਪਵਿੱਤਰਤਾ ਔਰ ਪੌਸ਼ਟਿਕਤਾ, ਜੋ ਉਹਦੇ ਅੰਦਰ ਅੱਛੇ ਤੱਤ ਹੈ, ਪੋਸ਼ਕ ਤੱਤ ਹੈ, ਉਹ ਖਤਮ ਹੋ ਜਾਂਦੇ ਹੈ। ਇਸ ਲਈ ਉਹਨਾਂ ਨੇ ਇਹ ਗੱਲ ਕਹੀ ਔਰ ਇਹ ਗੱਲ ਤੋਂ ਸਾਨੂੰ ਲੱਗਦਾ ਤੁਸੀਂ ਵੀ ਸਹਿਮਤ ਹੋਵੋਗੇ। ਉਹ ਕਹਿੰਦੇ ਅਸਥੀਆਂ ਪਾਣ ਨਾਲ, ਰਾਖ ਵਿੱਚ ਪਾਣ ਨਾਲ, ਹੱਡੀਆਂ ਪਾਣ ਨਾਲ ਇਹ ਤਾਂ ਪਤਾ ਨਹੀਂ ਮਰਨ ਵਾਲੇ ਨੂੰ ਮੁਕਤੀ ਮਿਲਣੀ ਜਾਂ ਨਹੀਂ ਮਿਲਣੀ, ਪਰ ਇਹ ਜ਼ਰੂਰ ਹੈ ਕਿ ਅਸੀਂ ਉਹ ਪਾਣੀ ਨੂੰ ਦੂਸ਼ਿਤ ਜ਼ਿਆਦਾ ਕਰ ਦਿੰਦੇ ਹਾਂ ਕਿ ਜਿਹੜੀ ਕੀਮਤੀ ਧਰੋਹਰ ਹੈ ਭਾਰਤ ਦੇ ਕੋਲ, ਉਹ ਦਿਨ ਪ੍ਰਤੀ ਦਿਨ ਨਸ਼ਟ ਹੁੰਦੀ ਜਾ ਰਹੀ ਹੈ। ਔਰ ਹੁਣ ਆ ਜਾਈਏ ਮੁਕਤੀ ਦੀ ਗੱਲ ਕਿ ਸਾਡੇ ਕੀ ਵਿਚਾਰ ਹੈ, ਤਾਂ ਸਾਡੇ ਤਾਂ ਇੱਕੋ ਹੀ ਵਿਚਾਰ ਹੈ ਕਿ ਇਨਸਾਨ ਨੂੰ ਜਦ ਵੀ ਮੁਕਤੀ ਮਿਲਦੀ ਹੈ ਉਹਦੇ ਕਰਮਾਂ ਨਾਲ ਮਿਲਦੀ ਹੈ। ਜੀਂਦੇ ਜੀ ਇਨਸਾਨ ਅਗਰ ਅੱਛਾਈ ਕਰੇਗਾ, ਸੱਚ ਬੋਲੇਗਾ, ਸਿਮਰਨ ਕਰੇਗਾ, ਸੇਵਾ ਕਰੇਗਾ, ਦੂਜਿਆਂ ਨਾਲ ਪ੍ਰੇਮ ਕਰੇਗਾ, ਅੱਛਾਈ ਦੇ ਕੰਮ ਕਰੇਗਾ, ਸੱਚਾਈ ਦੇ ਕੰਮ ਕਰੇਗਾ, ਤਾਂ ਨੇਕ ਕਰਨੀ ਕਰਨ ਵਾਲਾ ਉਹ ਮਾਲਿਕ ਦੇ ਘਰ 'ਚ ਬਖਸ਼ਿਆ ਜਾਂਦਾ ਹੈ, ਕਿਉਂਕਿ ਉੱਥੇ ਅਮਲਾਂ ਦੇ ਹੁਣੇ ਨੇ ਨਵੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਜਦੋਂ ਨੇਕ ਕਰਨੀ ਕਰਾਂਗੇ ਤਾਂ ਫਿਰ ਸਾਨੂੰ ਮੁਕਤੀ ਮਿਲਣੀ ਹੈ। ਤਾਂ ਜੇ ਸਾਰੀ ਜ਼ਿੰਦਗੀ ਬੰਦਾ ਬੁਰਾ ਬੋਲੀ ਜਾਵੇ, ਬੁਰਾ ਕਰੀ ਜਾਵੇ, ਮਾੜੀ ਕਰਨੀ ਕਰੇ, ਦੂਜਿਆਂ ਦਾ ਦਿਲ ਦੁਖਾਈ ਜਾਵੇ, ਦੂਜਿਆਂ ਨੂੰ ਲੁੱਟੀ ਜਾਵੇ, ਠਗੀ ਜਾਵੇ, ਤਾਂ ਮਰਨ ਤੋਂ ਬਾਅਦ ਸੋਚੇ ਕਿ ਮੇਰੀਆਂ ਅਸਥੀਆਂ ਨੂੰ ਉੱਥੇ ਪ੍ਰਵਾਹ ਕਰਨ ਦੇ ਨਾਲ ਹੀ ਮੈਨੂੰ ਮੁਕਤੀ ਮਿਲ ਜਾਏਗੀ, ਤਾਂ ਉਹ ਤਾਂ ਇਨਸਾਨ ਦਾ ਸਿਰਫ ਭਰਮ ਹੈ, ਅੰਧ ਵਿਸ਼ਵਾਸ ਹੈ। ਇਸ ਲਈ ਅਗਰ ਅਸੀਂ ਮੁਕਤੀ ਚਾਹੁੰਦੇ ਹਾਂ ਤਾਂ ਫਿਰ ਜੀਂਦੇ ਜੀ ਅੱਛੀ ਕਰਨੀ ਕਰੋ, ਜੀਂਦੇ ਜੀ ਪਰਮਾਤਮਾ ਦੀ ਬੰਦਗੀ ਕਰੋ, ਸਿਮਰਨ ਕਰੋ, ਸੇਵਾ ਕਰੋ, ਨੇਕ ਮਾਰਗ ਤੇ ਚਲੋ, ਆਪਣੇ ਅੰਦਰੋਂ ਨਫ਼ਰਤ, ਵੈਰ, ਵਿਰੋਧਤਾ ਨੂੰ ਖਤਮ ਕਰਕੇ ਅਗਰ ਨੇਕ ਮਾਰਗ ਤੇ ਅਸੀਂ ਚਲਾਂਗੇ ਤਾਂ ਫਿਰ ਸਾਡੇ ਜੀਵਨ 'ਚ ਖੁਸ਼ੀਆਂ ਵੀ ਜ਼ਰੂਰ ਆਉਣਗੀਆਂ। ਇਸ ਲਈ ਆਓ, ਸਮਝਾਉਣ ਨੂੰ ਤਾਂ ਹੋਰ ਵੀ ਬਹੁਤ ਕੁਛ ਹੈ, ਜਿੱਦਾਂ ਕਿਹਾ ਕਿ ਇੱਥੇ ਸ਼ਾਰਟ 'ਚ ਹੀ ਦੱਸਾਂਗੇ। ਸ਼ਾਰਟ 'ਚ ਕੀ ਹੈ ਕਿ ਸਾਡੀ ਮੁਕਤੀ ਕਾਹਦੇ ਨਾਲ ਹੋਣੀ ਹੈ? ਸਾਡੀ ਅੱਛੀ ਕਰਨੀ ਦੇ ਨਾਲ। ਅੱਛੇ ਕਰਮ ਕਰਾਂਗੇ ਤਾਂ ਫੇਰ ਹੀ ਸਾਡੀ ਮੁਕਤੀ ਹੋਣੀ ਹੈ। ਅਗਰ ਸਾਡੀ ਕਰਨੀ ਮਾੜੀ ਹੋਈ, ਆਪਣੇ ਰੱਬ ਦਾ ਨਾਂ ਨਾ ਲਿਆ, ਸਾਰੀ ਜ਼ਿੰਦਗੀ ਬੁਰੇ ਕਰਮ ਕਰਦੇ ਰਹੇ, ਤਾਂ ਫਿਰ ਮਰਨ ਤੋਂ ਬਾਅਦ ਜੋ ਮਰਜ਼ੀ ਇਨਸਾਨ ਕਰਵਾਈ ਜਾਵੇ ਉਹਦੇ ਨਾਲ ਮੁਕਤੀ ਨਹੀਂ ਮਿਲਣੀ। ਮੁਕਤੀ ਤਾਂ ਜੀਂਦੇ ਜੀ ਸਾਨੂੰ ਅੱਛਾਈ ਕਰਨੀ ਪਏਗੀ, ਸੱਚਾਈ ਦੇ ਮਾਰਗ ਤੇ ਚੱਲਣਾ ਪਏਗਾ, ਨੇਕੀ ਦੇ ਮਾਰਗ ਤੇ ਚੱਲਣਾ ਪਏਗਾ, ਫੇਰ ਹੀ ਸਾਡੇ ਜੀਵਨ 'ਚ ਸੱਚੀਆਂ ਖੁਸ਼ੀਆਂ ਆ ਸਕਦੀਆਂ ਹੈ। ਇਸ ਲਈ ਆਓ, ਅਗਰ ਅਸੀਂ ਵੀ ਮੁਕਤੀ ਚਾਹੁੰਦੇ ਹਾਂ, ਚਾਹੇ ਉਹ ਮੋਕਸ਼ ਦੀ ਮੁਕਤੀ ਹੋਵੇ, ਚਾਹੇ ਦੁੱਖਾਂ ਤੋਂ ਮੁਕਤੀ ਹੋਵੇ, ਪਰੇਸ਼ਾਨੀਆਂ ਤੋਂ ਮੁਕਤੀ ਹੋਵੇ, ਚਿੰਤਾਵਾਂ ਤੋਂ ਮੁਕਤੀ ਹੋਵੇ, ਉਹ ਮੁਕਤੀ ਫੇਰ ਹੀ ਸਾਨੂੰ ਮਿਲਣੀ ਹੈ ਅਗਰ ਅਸੀਂ ਨੇਕ ਮਾਰਗ ਤੇ ਚਲਾਂਗੇ। ਔਰ ਜਿੱਦਾਂ ਪਹਿਲੇ ਇਸ਼ਾਰਾ ਕੀਤਾ, ਬੁਲਿਆ ਕਰ ਸੋਵਤ ਫਕਰਾਂ ਦੀ, ਤੇਰਾ ਹੋ ਜਾਊ ਰੱਬ ਨਾਲ ਮੇਲਾ, ਕਿ ਅਗਰ ਰੱਬ ਨੂੰ ਪਾਣਾ ਹੈ, ਕਿਉਂਕਿ ਮੁਕਤੀ ਵੀ ਤਾਂ ਉਹਨੂੰ ਹੀ ਕਹਿੰਦੇ ਹੈ, ਮੋਕਸ਼ ਨੂੰ ਪ੍ਰਾਪਤ ਕਰਨਾ, ਇਹ ਤਾਂ ਫੇਰ ਹੀ ਹੋਏਗਾ ਜਦੋਂ ਸੰਤਾਂ, ਫਕੀਰਾਂ, ਗੁਰੂਆਂ, ਰਹਿਬਰਾਂ ਦੀ ਸੋਭਤ 'ਚ ਬਹਿ ਕੇ ਉਹ ਸੱਚਾਈ ਦੇ ਮਾਰਗ ਤੇ ਚਲਾਂਗੇ, ਨੇਕੀ ਦੇ ਮਾਰਗ ਤੇ ਚਲਾਂਗੇ, ਤਾਂ ਫੇਰ ਹੀ ਸਾਡਾ ਰੱਬ ਨਾਲ ਮੇਲ ਹੋ ਸਕਦਾ ਹੈ, ਫੇਰ ਹੀ ਸਾਨੂੰ ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ ਤੋਂ ਮੁਕਤੀ ਮਿਲ ਸਕਦੀ ਹੈ, ਔਰ ਫੇਰ ਹੀ ਸਾਡੇ ਜੀਵਨ 'ਚ ਸੱਚਾ ਸੁੱਖ, ਸੱਚੀ ਖੁਸ਼ੀ, ਸੱਚਾ ਆਨੰਦ ਆ ਸਕਦਾ ਹੈ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।